समझ नहीं आ हेलो रही, भाई। नेट शापर हुए है। जी जी मैं आ गया। ਹਾਂਜੀ ਹਾਂਜੀ अच्छा ਹਾਂਜੀ ਤਲਕ ਬਿੱਲਾ ਦੀ अच्छा ते ਗੱਲ ਹੋ ਰਹੀ ਹੈ। तलक बिल्ला तो चीमा साहब की मुराद है ਤੁਹਾਡੀ, ਕੀ ਕਹਿਣਾ ਚਾਹ ਰਹੇ ਹੋ? ਤੇ मतलब ਕੀ ਤਲਕ ਬਿੱਲਾ ਦਾ मतलब ਚੀਮਾ ਕੀ ਹੈ, ਚੀਮਾ मीनिंग ਸਾਹਿਬ ਕੀ ਹੈ, ਸਵਾਲ ਮਫਹੂਮ ਕਰ ਰਹੇ। ਕੀ ਹੈ? ਮੈਂ ਭਾਈ ਸਵਾਲ ਪੁੱਛ ਰਿਹਾ ਵਾਂ ਕਿ ਕੀ ਸਾਡਾ ਅੱਲਾਹ ਤਾਲਾ ਨਾਲ ਤਲਕ ਹੈਗਾ? ਜੀ ਬਿਲकुल ਹੈਗਾ ਜੀ, ਅੱਲਾਹ ਤਾਲਾ ਦੇ ਨਾਲ ਤਲਕ ਹੈ, ਲੇਕਿਨ ਤੁਸੀਂ ਕਿਸ ਕਿਸਮ ਦਾ ਅੱਲਾਹ ਤਲਕ, ਅੱਲਾਹ ਅੱਲਾਹ मतलब ਪੁੱਛ ਤੇ ਸੁਣ ਤੇ ਲੋ ਨਾ ਭਾਈ। ਕੀ ਅੱਲਾਹ ਤਾਲਾ ਸਾਡੀਆਂ ਦੁਆਵਾਂ ਸੁਣਦਾ? ਬਿਲਕੁਲ ਸੁਣਦਾ ਹੈ ਜੀ। ਜੀ। ਤੇ ਅੱਲਾਹ ਤਾਲਾ ਸਾਨੂੰ ਕਈ ਗੱਲਾਂ ਤੋਂ ਮਨਾ ਵੀ ਕੀਤਾ ਤੇ ਕਈ ਗੱਲਾਂ ਮੈਂ ਤੋਂ ਜਿਹੜੀ ਰੋਕਿਆ ਗੱਲ ਵੀ। ਪੁੱਛ ਰਿਹਾ ਮੈਂ ਜਿਹੜੀ ਗੱਲ ਪੁੱਛ ਰਿਹਾ ਪਹਿਲੇ ਉਹ ਤੇ ਕਲੀਅਰ ਕਰੋ ਨਾ। ਜੀ ਭਾਈ, ਜੀ ਭਾਈ। मतलब तलक बिल्ला तो अल्लाह ਤੁਹਾਡੀਆਂ ਦੁਆਵਾਂ ਸੁਣਦਾ ਹੈ, ਠੀਕ ਹੈ, ਜੀ ਲੇਕਿਨ ਜੀ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਕਿ ਅੱਲਾਹ ਤਾਲਾ ਅੱਗੋਂ ਕਿਸ ਤਰ੍ਹਾਂ ਜਵਾਬ ਦਿੰਦਾ ਹੈ, ਜਾਂ ਕਿਸ ਤਰ੍ਹਾਂ ਦੀਆਂ ਦੁਆਵਾਂ ਨੇ ਜਿਹੜੀਆਂ ਕਬੂਲ ਕਰਦਾ ਹੈ, ਅੱਗੋਂ ਅੱਲਾਹ ਤੁਹਾਨੂੰ ਜਵਾਬ ਵੀ ਦਿੰਦਾ ਹੈ, ਉਹਦਾ ਰਿਸਪੌਂਸ ਦਿੰਦਾ ਹੈ? ਕੀ ਜ਼ਰਾ ਨਹੀਂ, ਕਲੀਅਰ ਗੱਲ ਕਰੋ ਨਾ। ਯਾਨੀ ਕਿ ਇਹਦਾ ਮਤਲਬ ਹੈ ਅੱਲਾਹ ਤਾਲਾ ਹੁਣ ਵੀ ਬੋਲਦਾ। ਦੇਖੋ ਬਿਲਕੁਲ ਬੋਲਦਾ ਜੀ, ਅੱਲਾਹ ਅੱਲਾਹ ਜਿਹੜਾ ਤੁਸੀਂ ਕੁਰਾਨ ਜੀ ਪੜ੍ਹਦੇ ਹੋ, ਇੱਕ ਮਿੰਟ, ਸੌਰੀ ਸੌਰੀ ਸੌਰੀ। ਇਹ ਜਿਹੜਾ ਕੁਰਾਨ ਮਜੀਦ ਹੈ, ਇਹ ਕੀ ਹੈ? ਇਹਦਾ ਨਾਂ ਕੀ ਹੈ? ਕੁਰਾਨ ਜਿਹਨੂੰ ਕਹਿੰਦੇ ਅੱਲਾਹ ਦਾ ਕਲਾਮ ਕਹਿੰਦੇ ਨੇ। ਮੈਂ ਪੁੱਛਿਆ ਕਿ ਅੱਲਾਹ ਤਾਲਾ ਹੁਣ ਵੀ ਬੋਲਦਾ ਬੰਦੇ ਨੂੰ? ਮੈਂ ਜਿਹੜੀ ਗੱਲ ਕਰ ਰਿਹਾ ਕਿ ਜਿਹੜਾ ਕੁਰਾਨ ਮਜੀਦ ਹੈ, ਇਹਨੂੰ ਅੱਲਾਹ ਦਾ ਜੀ ਕਲਾਮ ਕਿਹਾ ਜਾਂਦਾ ਹੈ, ਜੀ ਭਾਈ। ਤੇ ਇਹ ਕਿਆਮਤ ਤੱਕ महफूज है। ਜੀ ਭਾਈ। ਤੇ ਅੱਲਾਹ ਦਾ ਕਲਾਮ ਤੇ ਕਿਆਮਤ ਤੱਕ महफूज है, ਤੇ ਤੁਸੀਂ ਹੁਣ ਕੀ ਕਰਨਾ ਚਾਹੁੰਦੇ ਹੋ ਇਸ ਤੋਂ ਇਲਾਵਾ? ਯਾਨੀ ਕਿ ਮੈਂ ਮਜ਼ੀਦ ਇਸ ਤੋਂ ਇਲਾਵਾ ਕੋਈ ਕਿਤਾਬ ਤੁਹਾਨੂੰ ਚਾਹੀਦੀ ਹੈ? ਲਾਹੌਲ ਵਾਲਾ ਕੂਆ ਤਾਂ ਕਿੰਜ ਦੀ ਗੱਲ ਕਰਨ ਲੱਗ ਪਏ। ਨਹੀਂ, ਤੁਸੀਂ ਜਿਹੜਾ ਗੱਲ ਕਰ ਰਹੇ ਹੋ ਕਿ ਅੱਲਾਹ ਤਾਲਾ ਕਲਾਮ ਕਰਦਾ ਹੈ, ਹਾਲੇ ਵੀ ਬੋਲਦਾ, ਮੈਂ ਕਹਿ ਰਿਹਾ ਕਿ ਤੁਸੀਂ ਇਹ ਅੱਲਾਹ ਤਾਲਾ ਕਲਾਮ ਦੀ ਦਾ ਗੱਲ ਕਲਾਮ ਕਰ ਰਹੇ ਹੋ। ਸਾਡੇ ਕੋਲ ਹੈ। ਹਾਂਜੀ ਕੋਲ ਹੈ। ਉਸ ਤੋਂ ਇਲਾਵਾ ਵੀ ਮੈਂ ਇਹ ਗੱਲ ਕੀਤੀ ਹੈ ਕਿ ਅੱਲਾਹ ਤਾਲਾ ਰੱਬ ਹੈ ਨਾ ਸਾਡਾ। ਕਿਸੇ ਦੁਆ ਮੰਗਣੇ ਆ ਜੀ ਨਾ, ਜੀ ਜੀ। ਅੱਲਾਹ ਸੁਣਿਆ ਮੈਨੂੰ ਬਹੁਤਾ ਦਵੀਂ, ਹਾਂਜੀ ਜਾਂ ਅੱਲਾਹ ਸੁਣਿਆ ਮੇਰੇ ਤੇ ਰਹਿਮਤ ਕਰੇ, ਜਾਂ ਅੱਲਾਹ ਹਾਂਜੀ ਮੀਆਂ ਮੈਨੂੰ ਮੈਨੂੰ ਮਾਫ ਕਰੀ ਮੇਰੇ ਤੋਂ ਗਲਤੀ ਹੋ ਹਾਂਜੀ ਗਈ। ਹਾਂਜੀ, ਅੱਲਾਹ ਤਾਲਾ ਹੁਣ ਵੀ ਸੁਣਦਾ ਹੈ ਨਾ, ਬਿਲकुल ਸੁਣਦਾ ਹੈ। ਜਵਾਬ ਵੀ ਦਿੰਦਾ ਹੁੰਦਾ। ਜੀ ਦਿੰਦਾ ਹੈ। ਜੀ ਬਸ ਇਹ ਹੀ ਪੁੱਛਣਾ ਚਾਹੁੰਦਾ। ਨਹੀਂ, ਅੱਛਾ ਮੈਂ ਮੈਂ ਹੁਣ ਗੱਲ ਤੁਹਾਨੂੰ ਕਰ ਰਿਹਾ ਨਾ, ਇੱਕ ਮਿੰਟ ਠਹਿਰਿਆ ਜੇ ਇਦਾਂ ਚ ਭਾਈ। ਜੀ 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 ਅੱਛਾ, ਅੱਲਾਹ ਤਾਲਾ ਜਦੋਂ ਤੁਸੀਂ ਇਹ ਗੱਲ ਕਰ ਰਹੇ ਹੋ ਤਲਕ ਬਿੱਲਾ ਦੀ, ਅੱਲਾਹ ਤਾਲਾ ਕਲਾਮ ਕਰਦਾ ਹੈ ਤੇ ਅੱਲਾਹ ਤਾਲਾ ਜਵਾਬ ਵੀ ਦਿੰਦਾ ਹੈ, ਤੇ ਬੰਦੇ ਤੱਕ ਉਹ ਭਾਈ। ਜਵਾਬ ਪਹੁੰਚ ਜਾਂਦਾ ਹੈ? ਜੀ ਬਿਲਕੁਲ। ਤੇ ਅੱਛਾ, ਮੈਂ ਇੱਕ ਕੋਈ ਚੀਜ਼ ਮਿਸਾਲ, ਜਿਹੜੀ ਕੋਈ ਮਿਸਾਲ ਦਿਓਗੇ, ਕੋਈ ਮਿਸਾਲ ਦਿਓਗੇ ਕਿ ਬੰਦੇ ਮਿਸਾਲ ਜਿਹੜਾ ਅੱਲਾਹ ਤਾਲਾ ਮਿਸਾਲ ਅੱਲਾਹ ਦੀ ਦਾਂ ਕਿ ਉਹ ਅੱਲਾਹ ਤਾਲਾ ਤੋਂ ਜਾਂ ਬੰਦੇ ਦੂਸਰੇ ਬੰਦੇ ਦੀ ਬੰਦੇ ਦੀ ਬੰਦੇ ਦੀ ਦਿਓ, ਬੰਦੇ ਨਾਰਮਲ ਦੀ ਦਿਓ। ਮਾਂ ਕਿੰਨਾ ਪਿਆਰ ਕਰਦੀ ਹੈ ਆਪਣੇ ਪੁੱਤਰ ਨਾਲ। ਮੈਂ ਕਹਿ ਰਿਹਾ ਉਸ ਬੰਦੇ ਦਾ ਨਾਂ ਲਵੋ, ਉਸ ਬੰਦੇ ਦਾ ਨਾਂ ਲਵੋ ਜਿਸ ਬੰਦੇ ਤੱਕ ਅੱਲਾਹ ਦੀ ਗੱਲ ਜਿਹੜੀ ਹੈ ਨਾ ਉਹ ਪਹੁੰਚ ਗਈ ਹੈ। ਹੁਣ ਅੱਲਾਹ ਤਾਲਾ ਮਤਲਬ ਮੌਜੂਦ ਕੋਈ ਗੱਲ ਕਰਦਾ ਹੈ, ਜਵਾਬ ਦਿੰਦਾ ਹੈ, ਤੇ ਉਸ ਬੰਦੇ ਤੱਕ ਉਹ ਦੁਆ ਜਿਹੜੇ ਜਵਾਬ ਪਹੁੰਚ ਜਾਂਦਾ ਹੈ, ਉਹ ਬੰਦਾ ਭਾਈ ਕਿਹੜਾ ਹੈ? ਮੈਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਆਈ। ਇੱਕ ਵਾਰੀ ਫਿਰ ਸਵਾਲ ਪੁੱਛੋ ਆਪਣਾ। ਮੈਂ ਇਹ ਪੁੱਛਿਆ ਵੇ ਕਿ ਤੁਸੀਂ ਕਹਿ ਰਹੇ ਮੈਂ ਹੋ ਕਿ ਤੁਹਾਨੂੰ ਅੱਲਾਹ ਤਾਲਾ ਵੀ ਮੈਂ ਜਵਾਬ ਮਿਸਾਲ ਦਿੰਦਾ ਦੀ ਹੈ। ਗੱਲ ਕੀਤੀ ਹੈ ਨਾ ਕਿ ਮਿਸਾਲ, ਤੇ ਮੈਂ ਮਿਸਾਲ ਦੇਣ ਲੱਗਾ ਹਾਂ। ਤੁਸੀਂ ਆਖਿਆ ਬੰਦੇ ਦਾ ਨਾਂ ਲਵੋ, ਇਹ ਚੀਜ਼ ਨਹੀਂ ਤੁਸੀਂ ਸਮਝੀ। ਆਖਿਆ ਕਿ ਅੱਲਾਹ ਦੀ ਮਿਸਾਲ ਦੇਵਾਂ ਜਾਂ ਬੰਦੇ ਦੀ? ਮੈਂ ਤੁਹਾਨੂੰ ਪੁੱਛਿਆ ਕਿ ਅੱਲਾਹ ਤਾਲਾ ਦੇ ਮੁਤਾਬਕ ਤੁਹਾਨੂੰ ਮਿਸਾਲ ਦੇਵਾਂ ਜੋ ਅੱਲਾਹ ਤਾਲਾ ਮੈਂ ਫਰਮਾਉਂਦਾ ਹੈ, ਜਾਂ ਤੁਹਾਨੂੰ ਜੋ ਇਹ ਅੱਲਾਹ ਕਹਿ ਤਾਲਾ ਰਿਹਾ ਮੈਂ ਵਾਂ ਕਿ ਇੱਕ ਨਾਰਮਲ ਇੱਕ ਦੇਸੀ ਮਿਸਾਲ ਤੁਹਾਨੂੰ ਦੇਵਾਂ। ਨਹੀਂ, ਮੈਨੂੰ ਵਲੈਤੀ ਚਾਹੀਦੀ ਹੈ ਨਾ, ਦੇਸੀ ਨਹੀਂ ਚਾਹੀਦੀ। ਮੈਂ ਸਿਰਫ ਇਹ ਗੱਲ ਕਰ ਰਿਹਾ ਕਿ ਜਦੋਂ ਅੱਲਾਹ ਤਾਲਾ ਕੋਲੋਂ ਅਸੀਂ ਦੁਆ ਕਰਨੇ ਆ ਤੇ ਅੱਲਾਹ ਜੀ ਤਾਲਾ ਭਾਈ। ਦਾ ਕਲਾਮ ਜਦੋਂ ਅੱਲਾਹ ਤਾਲਾ ਕਰਦਾ ਹੈ, ਤੇ ਜੀ ਉਹ ਜਿਹੜਾ ਕਲਾਮ ਹੈ ਬੰਦੇ ਤੱਕ ਉਹਦਾ ਜਵਾਬ ਦੁਆ ਅੱਲਾਹ ਤਾਲਾ ਦਾ ਕਰਦੇ ਆ। ਪਹੁੰਚਦਾ ਹੈ। ਉਹ ਬੰਦੇ ਦੀ ਕੋਈ ਮਿਸਾਲ ਦਿਓ ਹਾਂ, ਕਿਸ ਬੰਦੇ ਤੱਕ ਅੱਲਾਹ ਦਾ ਜਵਾਬ ਪਹੁੰਚਿਆ ਤੇ ਉਸ ਬੰਦੇ ਨੇ ਦੱਸਿਆ ਕਿ ਮੈਨੂੰ ਇਹ ਜਵਾਬ ਪਹੁੰਚਿਆ। ਮੇਰੇ ਨਾਲ ਅੱਲਾਹ ਬੋਲਦਾ, ਹੁਣ ਵੀ ਗੱਲ ਕਰਦਾ। ਮੈਂ ਰੱਬ ਕੋਲ ਅੱਛਾ, ਜੋ ਮੰਗਣਾ ਮੈਨੂੰ ਦਿੰਦਾ। ਤੇ ਤੁਹਾਨੂੰ ਅੱਲਾਹ ਦਾ ਜਵਾਬ ਪਹੁੰਚਦਾ? ਜੀ ਬਿਲਕੁਲ। ਮੈਂ ਅੱਛਾ, ਜਿਹੜੀ ਚੀਜ਼ ਅੱਲਾਹ ਨੂੰ ਮੰਗਣਾ, ਪੁੱਛ, ਅੱਲਾਹ ਤਾਲਾ ਨੂੰ ਪੁੱਛ ਕੇ ਦੱਸੋ ਹਾਂ ਕਿ ਮੈਨੂੰ ਹੁਣ ਭੁੱਖ ਲੱਗੀ ਹੈ ਤੇ ਮੈਂ ਕੀ ਖਾਵਾਂ? ਅੱਲਾਹ ਤਾਲਾ ਆਖਿਆ ਮੈਂ ਰਿਜ਼ਕ ਹਲਾਲ ਬਣਾਇਆ, ਜੋ ਨਹੀਂ ਮਰਜ਼ੀ ਨਹੀਂ, ਖਾ। ਪੁੱਛ ਕੇ ਦੱਸੋ, ਪੁੱਛ ਕੇ ਦੱਸੋ। ਪੁੱਛ ਕੇ ਦੱਸਾਂ? ਹਾਂਜੀ। ਸਪੈਸੀਫਿਕ ਸ਼ੈ ਕੋਈ ਦੱਸੋ ਪੁੱਛ ਕੇ ਕੀ ਖਾਣਾ ਹੈ। ਮਾਸ਼ਾਅੱਲਾ ਬੜੀ ਪਿਆਰੀ ਗੱਲ ਕੀਤੀ ਹੈ, ਪੁੱਛਣਾ ਚਾਹੀਦਾ। ਨਹੀਂ, ਪੁੱਛਣਾ। ਤੁਸੀਂ ਤੇ ਆਖਦੇ ਤੁਹਾਡੇ ਨਾਲ ਅੱਲਾਹ ਤੁਹਾਨੂੰ ਜਵਾਬ ਦਿੰਦਾ ਹੈ, ਤੇ ਇਹ ਜ਼ਰਾ ਜਵਾਬ ਲੈ ਕੇ ਦਿਓ ਹਾਂ ਮੈਨੂੰ ਹੁਣ ਭੁੱਖ ਲੱਗੀ ਤੇ ਮੈਂ ਕੀ ਖਾਣਾ? ਮੈਂ ਇੱਥੇ ਬੈਠਾ ਤੁਹਾਡਾ ਇੰਤਜ਼ਾਰ ਕਰ ਰਿਹਾ, ਤੇ ਮੈਨੂੰ ਜ਼ਰਾ ਜਵਾਬ ਲੈ ਕੇ ਦਿਓ ਹਾਂ, ਤੇ ਫਿਰ ਮੈਂ ਉਸ ਹਿਸਾਬ ਨਾਲ ਲੱਗੋ ਖਾਣਾ ਖਾਣ ਦਾ। ਹੁਣ ਉਹ ਅੱਲਾਹ ਤਾਲਾ ਦੇ ਜਵਾਬ ਦੇਣਗੇ, ਲੇਕਿਨ ਇਹ ਗੱਲ ਤੇ ਅਜੀਬ ਹੋ ਗਈ ਨਾ ਕਿ ਭੁੱਖ ਲੱਗੀ, ਅੱਲਾਹ ਕੋਲੋਂ ਪੁੱਛੋ ਕਿ ਮੈਂ ਕੀ ਖਾਵਾਂ। ਹਾਂ, ਮੈਂ ਇਹ ਤੁਹਾਡੇ ਕੋਲ ਸਵਾਲ ਪੁੱਛ ਰਿਹਾ ਨਾ, ਮੈਂ ਅੱਲਾਹ ਕੋਲ ਮੇਰੀ ਪੁੱਛ ਗੱਲ ਕੇ ਸੁਣੋ ਦੱਸੋ। ਨਾ। ਮੈਂ ਅੱਲਾਹ ਕੋਲ ਪੁੱਛਣਾ ਵਾ ਕਿ ਮੈਨੂੰ ਰਹਿਮਤ ਦੇ, ਮੂਸਾ ਸਾਹਿਬ ਮੈਂ ਸਿੰਪਲ ਜਿਹਾ ਜਿਹੜੀ ਗੱਲ ਜਵਾਬ ਦਿਓ ਨੇ। ਕੀਤੀ ਹੈ, ਮੈਨੂੰ ਹਦਾਇਤ ਦੇ, ਮੂਸਾ ਸਾਹਿਬ ਸਿੰਪਲ ਜਿਹਾ ਜਵਾਬ ਦਿਓ ਨੇ। ਤੁਸਾਂ ਹੁਣੇ ਜੀ ਚੀਮਾ ਭਾਈ। ਸਾਹਿਬ ਤੁਸੀਂ ਹੁਣੇ ਮੈਨੂੰ ਜਵਾਬ ਦਿੱਤਾ ਹੈ। ਤੁਸੀਂ ਆਖਿਆ ਕਿ ਬਿਲਕੁਲ ਅੱਲਾਹ ਮੇਰੇ ਨਾਲ ਗੱਲ ਕਰਦਾ ਹੈ ਤੇ ਅੱਲਾਹ ਦਾ ਜਵਾਬ ਵੀ ਮੇਰੇ ਤੱਕ ਪਹੁੰਚਦਾ ਹੈ, ਤੁਸੀਂ ਸੁਣਦੇ ਹੋ ਅੱਲਾਹ ਦਾ ਜਵਾਬ। ਜੀ ਇਹੀ ਭਾਈ ਗੱਲ ਤੁਸੀਂ ਕੀਤੀ ਨਾ ਤੁਸੀਂ? ਮੈਂ ਬਿਲਕੁਲ ਅੱਲਾਹ ਤਾਲਾ ਕੁਰਾਨ ਵਿੱਚ ਬੋਲਦਾ ਹਰ ਲਫ਼ਜ਼। ਮੈਂ
ਜਿਹੜੀ ਗੱਲ ਤੁਸੀਂ ਕੀਤੀ ਹੈ ਉਹਦੇ ਤੇ ਕਾਇਮ ਰਹਿਣਾ, ਉਹਦੇ ਤੇ ਕਾਇਮ ਰਹਿਣਾ ਜਿਹੜੀ ਗੱਲ ਕੀਤੀ ਜੀ। ਕਾਇਮ ਆ, ਮੈਂ ਹਰ ਚੀਜ਼ ਤੇ ਕਾਇਮ ਆ, ਕੋਈ ਸਭ ਤੁਸੀਂ ਟੈਨਸ਼ਨ ਕਿਉਂ ਲੈਂਦੇ, ਮੈਂ ਕਾਇਮ ਆ। ਕੀ ਤੁਸੀਂ ਮੈਨੂੰ ਆਖਿਆ ਕਿ ਕੁਰਾਨ ਮਜੀਦ ਅੱਲਾ ਦੀ ਕਿਤਾਬ ਨਹੀਂ ਜੀ? ਜਿਹੜੀ ਗੱਲ ਮੈਂ ਕੀਤੀ ਹੈ ਉਹ ਤੇ ਅੱਲਾ ਦਾ ਕਲਾਮ। ਮੇਰੀ ਗੱਲ ਸੁਣੋ ਨਾ, ਜਿਹੜੀ ਗੱਲ ਮੈਂ ਕੀਤੀ ਹੈ ਨਾ, ਜਿਹੜੀ ਗੱਲ ਮੈਂ ਕੀਤੀ ਹੈ ਨਾ, ਸੁਣੋ ਪਹਿਲੇ, ਜਿਹੜੀ ਗੱਲ ਮੈਂ ਕੀਤੀ ਉਹਦਾ ਜਵਾਬ ਮੈਂ ਦੇਣਾ। ਸੁਣਾਓ। ਮੇਰੀ ਗੱਲ ਤੇ ਸੁਣੋ। ਅੱਲਾਹ ਤਾਲਾ ਨੇ ਕੁਰਾਨ ਦੇ ਵਿੱਚ ਕੀ ਫਰਮਾਇਆ ਕਿ ਕਿਹੜਾ ਰਿਜ਼ਕ ਹਲਾਲ ਹੈ ਤੇ ਕਿਹੜਾ ਹਰਾਮ। ਗੱਲ ਪੂਰੀ ਹੋ ਗਈ ਹੈ? ਨਹੀਂ, ਹਾਲੇ ਤੇ ਪੂਰੀ ਹੋਈ ਨਹੀਂ ਭਾਈ। ਫੇਰ ਕਰੋ ਅੱਗੇ, ਕੰਪਲੀਟ ਕਰੋ ਗੱਲ। ਮੇਰੇ ਸਵਾਲ ਦਾ ਜਵਾਬ ਹੀ ਨਹੀਂ ਆਇਆ, ਤੁਸੀਂ ਤਾਂ ਮੈਨੂੰ ਉਰਲੀ ਪਰਲੀ ਫਰਜਾ ਰਹੇ ਹੋ, ਮੇਰੇ ਸਵਾਲ ਦਾ ਜਵਾਬ ਹੀ ਨਹੀਂ ਆਇਆ ਜੋ ਮੈਂ। ਅੱਛਾ ਦੇਖੋ, ਮੈਂ ਹੁਣ ਤੁਹਾਨੂੰ ਦੱਸਣਾ, ਮੈਂ ਤੁਹਾਨੂੰ ਜਵਾਬ ਦਿੱਤਾ ਹੈ। ਮੈਂ ਕਿਹਾ ਜੀ ਸਾਡੇ ਕੋਲ ਇੱਕ ਕਾਮਲ ਕਲਾਮ ਜਿਹੜਾ ਅੱਲਾ ਦਾ। ਇੱਕ ਮਿੰਟ, ਹੁਣ ਮੈਨੂੰ ਤੁਸੀਂ ਇਹ ਗੱਲ ਆਖੋ ਕਿ ਅੱਲਾ ਕੋਲ ਪੁੱਛ ਕੇ ਦੱਸ ਕਿ ਮੈਂ ਕੀ ਖਾਵਾਂ। ਅੱਲਾ ਤੁਹਾਡਾ ਕਲਾਮ ਕਰਦਾ ਹੈ? ਅੱਲਾਹ ਤਾਲਾ ਤੁਹਾਡਾ ਕਲਾਮ ਕਰਦਾ ਹੈ? ਕਲਾਮ ਮੇਰੇ ਨਾਲ ਨਹੀਂ ਕਰਦਾ ਨਾ, ਮੈਂ ਇਹਨਾਂ ਜੋਗਾ ਹੈਗਾ ਵਾ, ਲੇਕਿਨ ਅੱਲਾਹ ਤਾਲਾ ਮੈਨੂੰ ਜਵਾਬ ਦਿੰਦਾ। ਨਜਬ ਭਾਈ ਮੁੱਕਰ ਗਏ ਨੇ, ਨਜਬ ਭਾਈ ਇਹ ਤੇ ਮੁੱਕਰ ਗਏ ਨੇ। ਮੈਂ ਸਿੰਪਲ ਜਿਹਾ ਜਵਾਬ ਦਿਓ ਨੇ, ਉਹਨਾਂ ਨੂੰ ਕਹੋ ਮੂਸਾ ਸਾਹਿਬ, ਕਲੀਨਰ ਸਾਹਿਬ, ਉਹਨਾਂ ਨੂੰ ਕਹੋ ਕਿ ਮੈਂ ਦੇਖੋ ਜੀ ਅੱਲਾਹ ਤਾਲਾ ਕੋਲੋਂ ਕਿਉਂ ਪੁੱਛਣਾ ਜਦੋਂ ਨਹੀਂ ਉਹ ਤੇ ਮੁੱਕਰ ਗਏ ਨੇ। ਉਹਨਾਂ ਹਾਲੇ ਹੁਣੇ 2 ਮਿੰਟ ਪਹਿਲੇ ਮੈਨੂੰ ਇਹ ਦੱਸਿਆ ਕਿ ਅੱਲਾਹ ਤਾਲਾ ਮੇਰਾ ਕਲਾਮ ਕਰਦਾ ਹੈ। ਭਾਈ ਗੱਲ ਸੁਣੋ, ਮੈਂ ਤੁਹਾਡੇ ਕੋਲ ਇਹ ਪੁੱਛਿਆ, ਮੈਂ ਸਵਾਲ ਪਤਾ ਕੀ ਪੁੱਛਿਆ ਕਿ ਕੀ ਤੁਹਾਡਾ ਅੱਲਾਹ ਪਾਕ ਨਾਲ ਤਲਕ ਹੈ ਤੇ ਅੱਲਾਹ ਪਾਕ ਤੁਹਾਨੂੰ ਸੁਣਦਾ ਤੇ ਅੱਲਾਹ ਪਾਕ ਤੁਹਾਨੂੰ ਜਵਾਬ ਦਿੰਦਾ। ਮੈਂ ਤੁਹਾਡੇ ਕੋਲ ਇਹ ਪੁੱਛਿਆ, ਤੁਸੀਂ ਉਲਟਾ ਮੇਰਾ ਸਵਾਲ ਮੇਰੇ ਤੋਂ ਪੁੱਛ ਰਹੇ ਹੋ ਭਾਈ। ਤੁਸੀਂ ਜਵਾਬ ਕੀ ਦਿੱਤਾ ਹੈ? ਤੁਸੀਂ ਜਵਾਬ ਕੀ ਦਿੱਤਾ ਹੈ ਕਿ ਅੱਲਾਹ ਤੁਹਾਡੇ ਨਾਲ ਕਲਾਮ ਕਰਦਾ ਹੈ, ਤੁਹਾਨੂੰ ਜਵਾਬ ਹੀ ਦਿੰਦਾ ਹੈ। ਗੱਲ ਤੁਸੀਂ ਕੀਤੀ ਹੈ ਪਿਆਰੇ ਭਾਈ, ਮੈਂ ਤਾਂ ਸਵਾਲ ਕੀਤਾ ਤੁਹਾਡੇ ਤੋਂ। ਤੁਹਾਡੀ ਰਿਕਾਰਡਿੰਗ ਮੇਰੇ ਕੋਲ ਮਹਿਫੂਜ਼ ਹੋ ਗਈ ਹੈ। ਤੁਸੀਂ ਇੱਕ ਗੱਲ ਭਾਈ, ਮੇਰੇ ਕੋਲ ਵੀ ਰਿਕਾਰਡਿੰਗ ਹੀ ਚੱਲ ਰਹੀ ਹੈ ਭਾਈ, ਟੈਨਸ਼ਨ ਨਾ ਲਓ। ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਇਹ ਦਿੱਤਾ ਵੇ ਕਿ ਅੱਲਾਹ ਤੁਹਾਡੇ ਨਾਲ ਕਲਾਮ ਵੀ ਕਰਦਾ ਹੈ ਤੇ ਤੁਹਾਨੂੰ ਜਵਾਬ ਵੀ ਦਿੰਦਾ ਹੈ। ਤੁਸੀਂ ਆਖਿਆ ਮੈਨੂੰ ਸਿੰਪਲ ਜਿਹਾ ਜਵਾਬ ਦੇਣ ਦਿਓ, ਸਿੰਪਲ ਜਿਹਾ ਜਵਾਬ ਮੈਨੂੰ ਦੇਣ ਦਿਓ। ਆਪਣਾ ਕਲੀਨਰ ਸਾਹਿਬ, ਬੇਸ਼ੱਕ ਅੱਲਾ ਹਰ ਬੰਦੇ ਦੇ ਉੱਤੇ ਮਤਲਬ ਕਿ ਹਰ ਬੰਦੇ ਦੇ ਨਾਲ ਹਰ ਤਰੀਕੇ ਦੇ ਨਾਲ ਉਹ ਕਲਾਮ ਉਹਦਾ ਰਹਿੰਦਾ ਹੈ। ਅੱਲਾ ਦਾ ਤੇ ਇੱਕ ਇਨਸਾਨ ਦਾ ਰਿਸ਼ਤਾ ਲਾਜ਼ਮੀ ਰਹਿੰਦਾ ਹੈ, ਲੇਕਿਨ ਇਹ ਵੀ ਸਿੰਪਲ ਜਵਾਬ ਲਵੋ ਤੇ ਵੀ ਭਾਈ ਉਹ ਗੱਲ ਤਾਂ ਕਰਦੇ ਨੇ ਜਿਹੜੀ ਮੈਂ ਕੀਤੀ। ਅੱਛਾ ਮੇਰੀ ਗੱਲ ਸੁਣੋ, ਮੇਰੀ ਗੱਲ ਤੇ ਸੁਣੋ, ਮੇਰੀ ਗੱਲ ਤੇ ਮੁਕੰਮਲ ਹੋ ਲੈਣ ਦਿਓ। ਅਬਦੁੱਲਾ ਖਾਨ ਸਾਹਿਬ ਇੱਕ ਸੈਕਿੰਡ ਮਾਈਕ ਮੇਰਾ ਹੁਣ ਗੱਲ ਮੁਕੰਮਲ ਸੁਣ ਲਓ, ਠੀਕ ਹੈ? ਹੁਣ ਮੇਰੀ ਗੱਲ ਮੁਕੰਮਲ ਸੁਣ ਲਓ ਤੁਸੀਂ, ਮੇਰੀ ਗੱਲ ਮੁਕੰਮਲ ਹੋਣ ਦਿਓ। ਮੇਰੀ ਗੱਲ ਮੈਂ ਤੁਹਾਡੀ ਸੁਣੀ, ਮੇਰੀ ਗੱਲ ਮੁਕੰਮਲ ਹੋਣ ਸਾਲ ਦੀ ਗੱਲ ਸੁਣਾਂਗਾ ਭਾਈ। ਮੇਰਾ ਸਵਾਲ ਪਹਿਲਾਂ ਮੈਨੂੰ ਅੱਛਾ ਨਜਬ ਭਾਈ ਮੈਂ ਉਹਨਾਂ ਆਖਰੀ ਗੱਲ ਕਰਨ ਲੱਗਾ। ਕੀਤਾ ਪਿਆਰੇ ਭਾਈ, ਆਖਰੀ 1 ਮਿੰਟ ਸਬਰ ਕਰੋ, ਮੈਂ ਉਹਨਾਂ ਆਖਰੀ ਗੱਲ ਕਰਨ ਲੱਗਾ ਵਾਂ। ਹੁਣ ਸਿਰਫ ਮੈਨੂੰ ਤੁਸੀਂ ਇੰਨਾ ਜਵਾਬ ਦੇਣਾ ਹੈ ਕਿ ਇੱਕ ਬੰਦਾ ਜਿਹਦਾ ਇਹ ਦਾਅਵਾ ਹੈ ਕਿ ਮੇਰਾ ਤਲਕ ਬਿੱਲਾ ਅੱਲਾ ਦੇ ਨਾਲ ਮੇਰਾ ਤਲਕ ਹੈ, ਔਰ ਉਹ ਇਹ ਦਾਅਵਾ ਕਰਦਾ ਹੈ ਕਿ ਮੈਨੂੰ ਅੱਲਾ ਨੇ ਇਹ ਇਲਹਾਮ ਕੀਤਾ ਹੈ ਜਾਂ ਮੈਨੂੰ ਇਹ ਦੱਸਿਆ ਹੈ ਕਿ ਤੇਰਾ ਫਲਾਂ ਔਰਤ ਦੇ ਨਾਲ ਨਿਕਾਹ ਪੜਾ ਦਿੱਤਾ ਗਿਆ ਹੈ, ਲੇਕਿਨ ਉਹਦੇ ਮਰਦੇ ਦਮ ਤੱਕ ਉਸ ਔਰਤ ਦਾ ਉਹਦੇ ਨਾਲ ਨਿਕਾਹ ਨਹੀਂ ਹੁੰਦਾ। ਹਾਲਾਂਕਿ ਉਹ ਖਾਬਾਂ 'ਚ ਵੀ ਆਉਂਦੀ ਰਹਿੰਦੀ ਹੈ, ਹਾਦ 'ਚ ਵੀ ਆਉਂਦੀ ਹੈ ਕਿ ਉਹਨੂੰ ਨੰਗੀ ਵੇਖਦਾ ਹੈ, ਸਿਰ ਤੋਂ ਗੱਜੀ ਹੈ। ਪਿਆਰੇ ਭਾਈ ਸੁਣ ਲਓ ਹੁਣ, ਸੁਣ ਲਓ ਪਹਿਲੇ ਗੱਲ ਸੁਣ ਲੈ। ਇੱਕ ਬੰਦਾ ਹੈ, ਉਹਦਾ ਦਾਅਵਾ ਹੈ ਕਿ ਉਹਦਾ ਤਲਕ ਬਿੱਲਾ ਹੈ, ਮੇਰਾ ਤੁਸੀਂ ਸਵਾਲ ਤੇ ਉਹ ਇਹ ਦਾਅਵਾ ਕਰਦਾ ਹੈ ਕਿ ਉਹਨੂੰ ਅੱਲਾ ਨੇ ਦੱਸਿਆ ਹੈ ਕਿ ਫਲਾਂ ਔਰਤ ਨਾਲ ਤੇਰਾ ਨਿਕਾਹ ਪੜਾ ਦਿੱਤਾ ਗਿਆ ਹੈ, ਤੇ ਉਹ ਮਰਦੇ ਦਮ ਤੱਕ ਉਹਦੇ ਖ਼ਾਬ ਵੇਂਦਾ ਹੈ ਤੇ ਉਹਨੂੰ ਖ਼ਾਬ ਵਿੱਚ ਨੰਗਿਆ ਵੀ ਵੇਂਦਾ ਹੈ ਤੇ ਉਹਨੂੰ ਜੱਫੀ ਵੀ ਪਾਉਂਦਾ ਹੈ ਤੇ ਆਂਦਾ ਹੈ ਯਾ ਅੱਲਾ ਆ ਜਾਵੇ, ਲੇਕਿਨ ਉਹ ਮਤਲਬ ਮਰਦੇ ਦਮ ਤੱਕ ਉਹਦਾ ਨਿਕਾਹ ਉਸ ਔਰਤ ਨਾਲ ਨਹੀਂ ਹੁੰਦਾ। ਤੇ ਆਇਆ ਉਸ ਬੰਦੇ ਦਾ ਕੋਈ ਤਲਕ ਬਿੱਲਾ ਹੈ ਜਾਂ ਝੂਠ ਮਾਰਦਾ ਸੀ ਪਿਆ ਅੱਲਾ ਤੇ ਬੁਖਤਾਨ ਲਾ ਰਿਹਾ ਸੀ, ਇਫਤਰਾ ਕਰ ਰਿਹਾ ਸੀ? ਤੁਸੀਂ ਮੇਰਾ ਸਵਾਲ ਹੀ ਨਹੀਂ ਸਮਝੇ ਪਿਆਰੇ ਭਾਈ, ਇਹਦਾ ਜਵਾਬ ਦੇ ਦਿਓ ਜੀ ਪਲੀਜ਼। ਸਿੰਪਲ ਜੀ ਚੀਜ਼ ਮੇਰੀ ਤੁਸੀਂ ਸੁਣ ਲੈਂਦੇ ਨਾ, ਤੁਹਾਡਾ ਮੁਕੰਮਲ ਹੋ ਜਾਣਾ ਸੀ। ਪਿਆਰੇ ਭਾਈ ਮੈਂ ਮਾਦਰਤ ਚਾਹੁੰਦਾ, ਮੈਂ ਸਵਾਲ ਇਹ ਪੁੱਛਿਆ ਸੀ ਕਿ ਸਾਡਾ ਯਾਨੀ ਕਿ ਤੁਹਾਡਾ ਮੇਰਾ ਭਾਈ ਦਾ ਜਿਹੜੇ ਬੋਲ ਰਹੇ ਹਨ ਜਾਂ ਉਰਲੇ ਪੱਲੇ ਦਾ ਸਾਡਾ ਕਿੰਨਾ ਕੁ ਤਲਕ ਹੈ ਅੱਲਾ ਨਾਲ, ਅੱਛਾ ਕਿੰਨੇ ਕੁ ਖਾਲਸ ਆ ਅੱਲਾ ਨਾਲ? ਵੇਖੋ ਇਹ ਤੇ ਹੁਣ ਅੱਲਾ ਹੀ ਬਿਹਤਰ ਜਾਣਦਾ ਕਿ ਅਸੀਂ ਅੱਲਾ ਦੇ ਨਾਲ ਕਿੰਨੇ ਕੁ ਖਾਲਸ ਆ। ਉਹ ਜਿਹੜਾ ਫੈਸਲਾ ਹੋਏਗਾ ਕਿਆਮਤ ਵਾਲੇ ਦਿਨ ਹੋਏਗਾ, ਕਿ ਅਸੀਂ ਕੀ ਸਾਂ, ਠੀਕ ਹੈ?
ਉਸ ਤੋਂ ਪਹਿਲਾਂ ਹੁਣ ਮੇਰੀ ਗੱਲ ਮੁਕੰਮਲ ਹੋਣੀ ਜੀ ਇਹ ਗੱਲ ਮੈਂ ਤੁਹਾਨੂੰ ਨਾ ਇੱਕ ਚੀਜ਼ ਕਰਨ ਲੱਗਾ ਸਾਂ। ਕੁਰਾਨ ਕਰੀਮ ਦੀ ਸੂਰਾ ਨਿਸਾ ਆयत ਤੇ ਉਹਦੇ ਵਿੱਚ ਅੱलाह ताला वाज़ह फरमाता है कि हमने जो तुम पे नाज़िल किया, नबी अकरम सल्लल्लाहु अलैहि वसल्लम किया, हमने जो तुम पे नाज़िल किया और जो तुमसे पहले नाज़िल भी किया उस पर ईमान लाए। और इसके बाद जरा तुसी ये आखदे हो कि वही या कोई भी किसी किस्म दा मैं नहीं तागूत नहीं असल मतलब मरज़ई के अंदर ਮੈਨੂੰ ਗਲਤ ਪਾਸੇ ਤੁਸੀਂ ਮੈਨੂੰ ਗਲਤ ਪਾਸੇ ਲੈ मेरी गल सुन लो ना ਬਾਈ, ਗੱਲ ਸੁਣੋ ਕਿ ਇੱਕ ਨਾਰਮਲ ਬੰਦਾ ਇੱਕ ਸਿੱਧੀ ਤੇ ਸਾਫ਼ ਗੱਲ ਕਰੇ ਉਹ ਮਰਜ਼ਈ ਹੋ ਜਾਂਦਾ ਬਾਈ। ਨਹੀਂ ਮੇਰੀ ਗੱਲ ਸੁਣ ਲਵੋ ਨਾ, ਮੈਂ ਤੁਹਾਨੂੰ ਨਹੀਂ ਕਹਿ ਰਿਹਾ ਯਾਰ ਜਿਹੜਾ ਸਾਡੇ ਨਾਲ ਰਿਲੇਟ ਹੈ ਨਾ, ਜਿਹੜਾ ਸਾਡਾ ਰਿਲੇਟ ਮੈਂ ਬਾਈ ਯਾਰ ਇੱਕ ਮਿੰਟ ਮੇਰੀ ਗੱਲ ਅੱਛਾ ਬਈ ਨਸੂ ਬਾਸ ਕਿਹੜਾ ਮੌਕਾ ਛੇੜ ਕੇ ਬੈਠੇ ਹੋ ਉਸ ਵੇਲੇ ਦਾ ਆਦੇ ਨੇ ਜੀ ਤਲਕ ਬਿੱਲਾ। ਤੇ ਮੈਂ ਉਹੀ ਚੀਜ਼ ਉਹਨਾਂ ਨੂੰ ਸਮਝਾ ਰਿਹਾ ਸੀ ਕਿ ਅੱਲਾਹ ਤਾਲਾ ਵੀ ਵਹੀ ਕਰਦਾ ਔਰ ਸ਼ੈਤਾਨ ਵੀ ਵਹੀ ਕਰਦਾ। ਉਸ ਚੀਜ਼ ਦੇ ਉੱਤੇ ਆਣ ਲਗਾਦਾ ਤੇ ਉਹ ਮੇਰੀ ਗੱਲ ਨਹੀਂ ਸਿਰਫ ਪੂਰੀ ਸੁਣਦੇ। ਹੁਣ ਕਲੀਨਰ ਸਾਹਿਬ ਇੱਕ ਮਿੰਟ ਭਾਈ, ਤੁਸੀਂ ਗੱਲ ਕੀਤੀ ਹੈ ਕਿ ਅੱਲਾਹ ਤਾਲਾ ਵੀ ਵਹੀ ਕਰਦਾ ਤੇ ਸ਼ੈਤਾਨ ਵੀ ਵਹੀ ਕਰਦਾ। ਹਾਂਜੀ ਵਹੀ ਹੁੰਦੀ ਹੈ ਸ਼ੈਤਾਨ ਦੀ ਤਰਫੋਂ, ਔਰ ਉਹ ਸੂਰਾ ਸ਼ੁਰਾ ਵਿੱਚ ਅੱਲਾਹ ਤਾਲਾ ਨੇ ਦੱਸਿਆ ਵੀ ਇਹ ਕਿ ਕਿਹਨਾਂ ਨੂੰ ਸ਼ੈਤਾਨ ਕਰਦਾ। ਮਾਸ਼ਾਅੱਲਾ ਇਲਮ ਵਿੱਚ ਇਜ਼ਾਫਾ ਹੋਇਆ, ਸ਼ੈਤਾਨ ਵੀ ਵਹੀ ਕਰਦਾ। ਹਾਂਜੀ ਕਰਦਾ ਵੇਖਿਆ ਜੇ ਜਾ ਕੇ ਨਾ ਸੂਰਾ ਸ਼ੁਰਾ ਖੋਲ ਕੇ ਵੇਖਿਆ ਜੇ ਅੱਲਾਹ ਤਾਲਾ ਪੁੱਛਦਾ ਹੈ। ਇੱਥੇ ਥੱਲੇ ਟੈਗ ਕਰ ਦਿਓ ਨਾ ਸਾਰੇ ਵੇਖਣ ਬਾਈ। ਆਇਤ ਸਾਹਮਣੇ ਲਾ ਦਈਏ। ਹਾਂਜੀ ਭਾਈ, ਆਇਤ ਵਿਦ ਤਰਜਮਾ ਤਾਂ ਕਿ ਵੇਖਣਾ ਚਾਹੀਦਾ ਨਾ, ਕਿਉਂਕਿ ਮੈਨੂੰ ਸੁਣ ਕੇ ਬੜੀ ਹੈਰਾਨੀ ਹੋਈ ਹੈ। ਮੈਂ ਲਾ ਦੇਣੇ ਕੋਈ ਗੱਲ ਕਿ ਸ਼ੈਤਾਨ ਵੀ ਵਹੀ ਕਰਦਾ। ਹਾਂਜੀ ਹਾਂਜੀ ਹੁਣ ਤੁਹਾਡੇ ਸਾਹਮਣੇ ਆ ਮਿਰਜ਼ਾ ਕਾਦੀਆਨੀ ਤੇ ਬੜੀਆਂ ਸ਼ੈਤਾਨ ਨਵਈਆਂ ਕੀਤੀਆਂ ਸੀ। ਉਹ ਠਹਿਰ ਜੋ ਯਾਰ, ਲੰਮੀਆਂ ਕਰਨ ਦੀ ਕਿਹੜੀ ਲੋੜ ਖਾਮਖਾ ਜਿਹੜੀ ਹੁੰਦੀ ਨਾ ਕੋਈ ਪੋਜ਼ਿਟਿਵ। ਉਹ ਮੁੰਡਾ ਆਇਆ ਤੇ ਨਹੀਂ ਸਮੀਰ ਦੁਬਾਰਾ? ਨਹੀਂ ਅਜੇ ਤੱਕ ਤਾਂ ਨਹੀਂ ਜੀ ਆਏ। ਮੈਂ ਵੇਖ ਰਿਹਾ ਮਗਰ ਗਿਆ। ਧਿਆਨ ਉੱਧਰ ਰੱਖੋ ਤੁਸੀਂ, ਛੱਡੋ ਫਜ਼ੂਲ ਗੱਲਾਂ। ਮੇਰੇ ਕੋਲ ਇੱਕੋ ਹੀ ਫੋਨ ਜੇ, ਮੈਂ ਦੂਸਰੇ ਤੇ ਖੋਲਣ ਦੀ ਕੋਸ਼ਿਸ਼ ਕੀਤੀ ਹੈ ਲੈਪਟਾਪ ਤੇ। ਇਸ ਬੇਬਸੀ पे कौन ना मर जाए या खुदा। ਮਲਕ ਇਮਰਾਨ ਹੀ ਹੈ ਜੇ ਮਗਰ ਜਾਏ। ਮਲਕ ਇਮਰਾਨ ਤੇ ਸਵਾਰੀ ਚੁੱਕੀ ਹੈ ਵੀ ਸਾਡਾ ਟੈਕਸੀ ਗਰੁੱਪ ਟੈਕਸੀ ਮੇਰੇ ਭਾਈ ਸਵਾਰੀ ਕੋਈ ਨਹੀਂ ਚੁੱਕੀ। ਮੈਂ ਚਲੋ ਠੀਕ ਹੈ ਜਾਂਦਾ ਹਾਂ ਉਹਦੇ ਪਿੱਛੇ। ਵੇਖ ਤੇ ਜੋ ਕਹਿੰਦਾ ਮੈਂ ਚੱਲਾਂ ਪੁੱਛਣ ਉਹਨੂੰ ਆਜ਼ਮ ਸੈਫੀ ਨੂੰ। ਓਕੇ ਆਈ ਐਮ ਗੋ ਯੂ ਕੈਨ ਗੋ। ਤੁਹਾਡੇ ਸਾਹਮਣੇ ਸੂਰਾ ਸ਼ੁਰਾ ਖੋਲ ਕੇ ਲਾ ਦੇਣਾ ਜੀ। ਅਸਲ 'ਚ ਨਾ ਅਸੀਂ ਸਾਰੇ ਕੰਮੀ ਲੱਗੇ ਆ, ਤੇ ਜਦੋਂ ਬੰਦਾ ਕੰਮ ਲੱਗਿਆ ਹੁੰਦਾ ਤੇ ਫਿਰ ਨਾਲ ਨਾਲ ਅੱਛੀ ਗੱਲ ਹੈ ਬਾਈ, ਲੇਕਿਨ ਪਿਆਰੀ ਗੱਲ ਸ਼ੇਅਰ ਵੀ ਕਰਨੀ ਚਾਹੀਦੀ। ਵੇਖੋ ਨਾ, ਮੈਨੂੰ ਅੱਜ ਪਤਾ ਲੱਗਾ ਬਿਲਕੁਲ ਜ਼ਰੂਰ ਕਰਾਂਗੇ ਕਿ ਸ਼ੈਤਾਨ ਵੀ ਵਹੀ ਕਰਦਾ। ਹਾਂਜੀ ਕਰਦਾ ਜੀ। ਔਰ ਬੜਾ ਮੁਸ਼ਕਲ ਹੋ ਗਿਆ ਕੰਮ ਤੇ ਹੈ ਜੀ। ਕੁਝ ਨਹੀਂ ਮੈਂ ਕਿਹਾ ਮੁਸ਼ਕਲ ਹੋ ਗਿਆ ਕੰਮ ਥੋੜਾ ਜਿਹਾ। ਕਿਸ ਤਰ੍ਹਾਂ ਤੁਸੀਂ ਲਾ ਰਹੇ ਹੋ? ਮੈਂ ਤੁਸੀਂ ਲਾਓ ਤੇ ਸਹੀ, ਪੜ੍ਹ ਕੇ ਫਿਰ ਤੁਹਾਨੂੰ ਦੱਸਣਾ ਕਿ ਮੁਸ਼ਕਲ ਹੋਇਆ। ਅੱਛਾ ਯਾਨੀ ਕਿ ਉਹਦੀ ਤਫਹੀਮ ਤੁਸੀਂ ਪੇਸ਼ ਕਰੋਗੇ? ਨਹੀਂ ਭਾਈ, ਅੱਲਾ ਮਾਫ ਕਰੇ, ਕਿੰਜ ਦੀ ਗੱਲ ਕਰਦੇ ਜੀ। ਠੀਕ ਹੋ ਗਿਆ, ਬਹੁਤ ਸ਼ੁਕਰੀਆ। ਦਿਲ ਦੀ ਗੱਲ। ਅੱਛਾ ਅਮਰ ਭਾਈ, ਮੈਂ ਜਰਾ ਇਹਨਾਂ ਜਿਹੜੇ ਨਵੇਂ ਦੋਸਤ ਆਏ ਨੇ ਉਹਨਾਂ ਨਾਲ ਜਰਾ ਕਰ ਲਵਾਂ। ਪੁੱਛ ਲਓ ਹਾਂਜੀ ਤੁਸੀਂ ਆਇਤ ਲਾ। ਦੁਕਾਨ ਖੋਲੀ, ਕਲਾਇੰਟ ਆਪਣੇ ਵੇਖ ਲਓ। जी दुकान खोली। हाँ जी अस्सलाम वालेकुम जी। अब्दुल हालिक चाची साहब खोलो माइक। अब्दुल हालिक चाची साहब जी। चोई साहब तुसी माइक खोलो सर अगर मौजूद होते। अस्सलाम वालेकुम अस्सलाम। अल्हम्दुलिल्लाह जी बिल्कुल ठीक ठाक। आप सुनाएं ठीक है? अल्हम्दुलिल्लाह सर। जी सर। चोई साहब आपका नाम और कहाँ पे मौजूद है? सर अल्हम्दुलिल्लाह मैं मुस्लिम हूँ, मैं अपलोड्स देखता रहता हूँ। मैंने इन्हें फॉलो भी किया हुआ है, आमिर नज़ीर भाई को, आमिर हक को, जैतून को मैं सुनता रहता हूँ। तो यहाँ भी बस मैं सुन रहा था, काफ़ी देर से आपने रिक्वेस्ट डाली तो मैं आ गया। रिक्वेस्ट आज हम ना एक वो जैसे होता है ना सेगमेंट टाइप, वो शुरू किया। रैंडम लोगों को उठा रहे हैं और उनसे गुफ्तगू करने की कोशिश कर रहे हैं और उनसे पूछना चाहते हैं कि उनका क्या नॉलेज है। कुछ तो हमें तंबीह कर रहे हैं और कुछ अच्छी अच्छी बातें करके जा रहे हैं। बहुत शुक्रिया आपका आने का। जी सर, जज़ाकल्लाह सर, थैंक यू। अब्दुल हालिक चाची साहब आप मौजूद हैं? आप माइक खोल लें सर। मैंने आपका माइक म्यूट किया था। ओ भाईजान अस्सलाम वालेकुम जी। वालेकुम सलाम जी। की हाल है जी? ठीक हो जी? अल्लाह पाक दे शान ने करम ने अल्हम्दुलिल्लाह। सर मैं गलती ਨਾਲ ज्वाइन कर लिया,
ਮੈਂ ਤੁਹਾਡੀ ਗੱਲ ਸੁਣਨਾ ਪਿਆ ਭਾਈ ਅੰਬਰ ਸਾਹਿਬ ਜੀ 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 ਉਹ ਗਲਤੀ ਨਾਲ ਮੇਰੇ ਹੱਥ ਲੱਗ ਗਿਆ ਓਏ ਹੋਏ ਮਾਫੀ ਮੰਗੋ ਇੱਥੇ ਲਓ ਜੀ ਸਾਰਿਆਂ ਕੋਲ ਮਾਫੀ ਨਾ ਭਾਈ ਅੰਬਰ ਸਾਹਿਬ ਗਲਤੀ ਨਾਲ ਹੱਥ ਲੱਗ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਰ ਮੈਂ ਸੁਣਨਾ ਪਿਆ ਅਲਹਮਦੁਲਿਲਾ ਬੈਠ ਕੇ ਹੈ ਕਈਆਂ ਨੂੰ ਮੈਂ ਕਿਹਾ ਗਲਤੀ ਲੱਗਦੀ ਬੰਦੇ ਉੱਤੇ ਚੜ ਆਉਂਦੇ ਨੇ ਬਾਅਦ ਚ ਪਤਾ ਲੱਗਦਾ ਹੈ मैं मादर चाहता हूँ जो नीचे बैठे हैं ਮੈਨੂੰ ਥੱਲੇ ਲਾ ਦੋ ਭਾਈ इतना जी है हाँ हाँ दफा हो जाओ ਉਹ ਮੇਰੀ ਵੀ ਤਸਵੀਰ ਲਾਤੀ ਸੂ ਲਓ ਜੀ ਸ਼ਹੀਦਾਂ ਦੇ ਨਾਂ ਆ ਗਿਆ ਸਾਡਾ ਵੀ वो कहते हैं आप उनके पेशाब के बराबर भी नहीं हैं सुने बड़े साहब क्या कहते हैं उनके अंदर इखलाक है उनके अंदर इंसान ਇਹ ਚਾਹਦੇ ਨੇ ਕਿ ਅਸੀਂ ਮਿਰਜ਼ੇ ਨੂੰ ਤਗੜੀ ਰੱਖੀਏ ना ਮਿਰਜ਼ਾ ਕਾਦੀਆਨੀ ਨੂੰ ਤਗੜੀ ਰੱਖੀਏ ये उन्हीं का असर है ਅੱਛਾ ਸਮੀਰ ਸਾਹਿਬ ਆਏ ਨੇ ਆਪਣਾ ਮਾਈਕ ਮਿਊਟ ਕਰੋ ਜਰਾ ਸਮੀਰ ਸਾਹਿਬ ਨੂੰ ਮੈਂ ਕਾਲ ਪਾ ਰਿਹਾ ਸਮੀਰ ਸਾਹਿਬ ਆ ਗਏ ਮਾਈਕ ਮਿਊਟ ਕਰੋ ਸਮੀਰ ਸਾਹਿਬ ਆ ਗਏ ਨੇ ਵਾਪਸ ਤੇ ਸੂਰਾ ਸ਼ੁਰਾ ਦੀ ਆਇਤ ਨੰਬਰ ਇਹਨਾਂ ਨੂੰ ਦੱਸ ਦਿਓ ਤੁਸੀਂ ਸਕਰੀਨਰ ਸਾਹਿਬ ਆਓ ਜੀ ਕਰ ਲਵੋ ਇੱਕ ਮਿੰਟ ਜੀ ਮੈਂ ਤੇ ਵੇਟ ਕਰ ਰਿਹਾ ਭਾਈ ਉਹਨਾਂ ਆਇਤ ਲਾਣੀ ਸੀ ਤਾਂ ਮੈਂ ਉਹਦਾ ਵੇਟ ਕਰ ਰਿਹਾ ਇੱਕ ਮਿੰਟ ਹੋਲਡ ਰੱਖੋ ਮੈਨੂੰ ਸਮਝ ਨਹੀਂ ਆਈ ਐ ਮੈਂ ਕੀ ਕਰਾਂ ਭਾਈ जी भाई मैं आ गया जरा माइक म्यूट कर जवाब ले मैं कर लेना भाई जी आमिर साहब एक सेकंड होल्ड रखें आपका क्या नाम है समीर साहब एक सेकंड मुझे ये आयत निकालने 121 नंबर आयत है एक सेकंड होल्ड रखें हाँ जी आपके पास कुरान पाक है या यहाँ पर स्क्रीन पे लगाना पड़ेगा भाई आप स्क्रीन पे लगा दें सबका भला होगा भाई माशाल्लाह इतनी बात शेयर कर रहे हैं जी प्यारे मेहरबानी हाँ जी मैं आयत पढ़ देता हूँ फिर मैं स्क्रीन पे भी लगा देता व इन्न शयातीन लयूहूना इला औलियाइहिम लियुजादिलूकुम व इन अतातुमुहुम इन्नकुम लमुशरिकून जो शयातीन है ना वो वही करते हैं अपने औलिया की तरफ ये भी आपको नई बात है उनके भी वली हैं शैतानों के भी वली होते हैं वली का माने दोस्त होता है ना भाई अल्लाह की वही और शैतान की वही ये बात मैं देखना चाह रहा था आप सामने लगा देना जैसे ये आपने स्क्रीन पे लगाया हुआ है ये नज़ीर आमिर भाई ने तो मैं पढ़ के फिर उसको अच्छी तरह देखता हूँ समझता हूँ कितनी मेरी सोच है या समझ है ठीक बात है एक सेकंड दे देना यार ਅੱਜ ਤੇ ਸਾਡਾ ਵੀ ਸ਼ਹੀਦਾਂ 'ਚ ਨਾਂ ਆ ਗਿਆ ਇਹ ਕਿੱਥੇ ਚੱਲਣ ਲੱਗੇ ਕੌਣ ਚਲਾਉਣ ਲੱਗੇ ਜ਼ਾਇਦ ਮਿਲ ਚਲਾਉਣ ਲੱਗੇ ਹਾਂਜੀ ਜ਼ਾਇਦ ਮਿਲ ਚਲਾ ਰਿਹਾ ਇਹ ਕਿੱਥੇ ਚੱਲਿਆ ਦੌਰ ਕਿਹੜੀ ਜਗ੍ਹਾ ਤੇ ਚੱਲ ਗਿਆ ਉਹ ਅਲੀ ਜਵੇਰੀ ਦੀ ਜਿਹੜੀ ਆਈਡੀ ਉਹਨੇ ਲਾਈ ਹੈ ਜੀ ਉਹ ਆਇਤ ਲੱਗ ਗਈ ਹੈ ਜੀ लो जी देख लो जी सूरा इनाम दी 121 नंबर आज से ਇਹਦਾ ਸਕਰੀਨਸ਼ਾਟ ਲੈ ਲਓ ਜੀ 121 ਨੰਬਰ ਹੈ ਇਹਨੂੰ ਪੜ੍ਹ ਲਓ ਤਸੱਲੀ ਕਰ ਲਓ ਤੇ ਇਸੇ ਤਰ੍ਹਾਂ ਗੱਲ ਕਰ ਲਈ ਸਮੀਰ ਸਾਹਿਬ ਨਾਲ ਜੀ ਸਮੀਰ भाई आमिर साहब देखिए बात क्या कि मैंने तो उनसे सवाल की कि ये जो मिर्ज़ा साहब ने पेशन गोई की है कि मेरी शादी में दो औरतें आएंगे एक कुंवारी होगा और एक हाँ तो उन्होंने कहा कि ये देखो पेशन गोई की कुछ शराइत होती है जैसे कि देखिए अच्छा उन्होंने कहा कि पेशगोइयों की शरायतें होती है अच्छा क्या शरायत होती है पेशगोई जैसे कि यूनुस अलैहिस्सलाम ने जब पेशन गोई की कि मेरे होगा तो फिर यहाँ पर भी कुछ इस तरह की बात है फिर मैंने नहीं माना मैंने कहा नहीं इस तरह की बात तो यहाँ पर क्या दलील बनती है आपकी तो फिर उन्होंने मुझे एक जवाब दे दी कि
نزول المسیح کتاب ہے، جلد 18 صفحہ 146 میں اس پیشن گوئی کی جواب لکھی گئی ہے۔ کیا جواب لکھی ہے؟ پڑھ دیں۔ وہ تو آپ کے پاس ہوگا، نکال کے سامنے رکھ کے پڑھ لیجیے۔ اچھا کیا بتایا ہے؟ جلد 18 صفحہ کتنا ہے؟ نزول المسیح جلد 18 صفحہ 146 146 کہہ رہے ہیں۔ اچھا بھائی پیارے بھائی، یہاں پہ کدھر لکھا ہوا ہے کہ شیطان بھی وہی کرتا ہے؟ لیوہون کا کیا مطلب ہوتا ہے؟ بھائی آپ ترجمہ کا پڑھیں نا، عربی تو مجھے آتی نہیں ہے بھائی، میری زبان جو ہے میں اردو پڑھوں گا یا پنجابی پڑھوں گا، اس میں دیکھ رہا ہوں کہ کہیں یہ چیز نہیں نظر آ رہی کہ شیطان بھی وہی کرتا ہے۔ اچھا یوہون کا مطلب ہوتا ہے کہ وہ وہی کرتا ہے۔ تو پھر یہ ترجمہ یہاں پہ غلط ہے۔ ہاں ترجمے میں کیا لکھا ہوا ہے؟ دل میں ڈالتا ہے۔ ہاں جی، وسوسہ دل میں ڈالتا وسوسہ اور وہی بھائی، وہی اور وسوسے میں بڑا فرق ہے۔ آپ نے ایسے کیسے یہ بات کر دی قرآن کے خلاف؟ لا حول ولا چلیں آپ قوت کو الا باللہ۔ لا حول ولا قوت الا باللہ پڑھ کے تو آپ ایسا کریں، ہمارے ساتھ اختلاف کرنا ہے تو بات ختم کرنی ہے کہ ہماری مطلب کٹ لگانے میں گالیاں دینی ہیں؟ میں گالی میں نے آپ میری جان میں آپ کو گالی پوچھ رہا ہوں بھائی، پوچھ رہا آپ ہوں اتنی پیاری آپ نے قرآن کی آیت لگائی ہوئی ہیں اوپر، اور میں آپ کو گالی دوں تو ویسے میں پوچھ رہا ہوں کہ اگر بھائی لیوہون کا مطلب میں نے اگر میں آپ کو گالی دوں بھائی، میں نے تو ایک سوال پوچھا کہ یہاں پہ کدھر لکھا ہوا ہے؟ اچھا ایک منٹ ہولڈ رکھیں، کتنا نمبر بتایا سمیر بھائی؟ 146 146۔ اچھا تو کیا اس میں لکھا ہوا ہے؟ وہ بھائی یہ نزول المسیح جلد 18 صفحہ 146 بھائی صفحہ 146 پر تو عربی عبارات لکھی ہوئی ہیں اور نیچے اس کا فارسی میں ترجمہ لکھا ہوا ہے۔ تو پتہ نہیں میرے کو بھائی، انہوں نے تو یہی جواب دے دی کہ اس کا جواب اسی صفحے میں لکھا ہے، تو پتہ نہیں کیا لکھا ہے اس میں نے تو اس صفحے میں پورے صفحے میں میں نے دیکھ لیا ہے، وہ 7-8 لائنوں کا ہی صفحہ ہے، اس میں تو یہ ذکر نہیں ہے اسمیر بھائی، کہتے ہیں میں لگا دیتا ہوں آپ کے صفحے، کسی بیوہ کا ذکر یہاں پہ نہیں ہے، کسی سیب کا لفظ ہی نہیں ہے سیب کا، اس میں بکر ہوتی ہے کواری، سیب ہوتی ہے بیوہ، سیب لفظ ہی 18ویں جلد کے 146 صفحہ پر نہیں ہے۔ اگر آپ کو انہوں نے لیکن انہوں نے کہا کہ یہ پیشن گوئی محمدی بیگم کے بارے میں اگر ہے تو محمدی بیگم کا تو ہم بات ہی نہیں کر رہے او بھائی، ہم محمدی بیگم کی نہیں بات کر رہے، ہم ایک بیوہ کی بات کر رہے ہیں۔ انہوں نے کہا ہے بکرم و سیبن، اس میں انہوں نے نام پہلا اللہ تعالیٰ نال تے خالص ہو جو، باقی بات گلاں پھر کرے آ کلینر صاحب 2 منٹ چپ کر دو یار، میرا پچھلے صوفے میں تھلے لاتا 10 منٹ ذرا تھلے رہو ضروری گل کرنی ہے کہ پرابلم ہے تانوں تے تسی دھکے نال گل کرنی ہے۔ اچھا بھائی اکلاؤڈ سرفر بھائی، آپ نے بات کرنی ہے کوئی؟ بس میں ایک بات بولوں گا، عمر بھائی میں وہاں سن رہا تھا سمیر جب ان سے بات کر رہا تھا، تو حسب معمول انہوں نے تمام باتوں کو لے گئے محمد صلی اللہ علیہ وسلم کی طرف کہ بتاؤ کیسے رو کس طرح کے کنگن والی پیشنگوئی پوری ہوئی کوئی نہیں اس طرح، تو معاذ اللہ وہ محمد صلی اللہ علیہ وسلم کے اوپر بھی یہ الزام لگانے لگ گئے۔ پھر کہنے لگے کہ نوح علیہ السلام بھی تو ان کے اہل میں سے نہیں تھے، تو وہ انہوں نے ان کی پیشنگوئی پوری نہیں ہوئی۔ سوال یہ بنتا ہے جو میں یہ کہہ رہا تھا کہ مرزا صاحب نے خود یہ کہا ہے کہ میرے صدق و کذب کو جانچنے کے لیے میری پیشن گوئیوں دیکھو نا، قرآن کی تو بات ہی نہیں کر رہے وہ۔ کیا محمد صلی اللہ علیہ وسلم نوح علیہ السلام میں کسی اور نبی نے یہ بات کہی تھی؟ مرزا صاحب تو اپنے معیار ہی اس کے اوپر دے رہے نا، تو سمیر کو انہوں نے چونا لا کے واپس بھیج دیا، بس یہ ہوا اور کچھ نہیں۔ باقی آپ جاری رکھیں انشاءاللہ۔ ٹھیک ہے، آپ کا بہت بہت شکریہ۔ آپ بات کرنا چاہیں تو اور بھی کر سکتے ہیں۔ ہم نے سمیر بھائی کے سامنے پہلے یہ صفحہ لگایا تھا، یہ والا، اس میں مرزا صاحب نے لکھا ہوا ہے کہ جو شخص اپنے دعوے میں جھوٹا ہوتا ہے نا، اس کی پیشگوئی نہیں پوری ہوتی۔ یہ ہم نے سمیر بھائی سے منوا لیا۔ اب یہ سمیر بھائی یہ اگر خبر لے کر آئے ہیں کہ سارے نبیوں کی پیشگوئیں جھوٹی نکلی ہیں، معاذ اللہ معاذ اللہ۔ نہیں، اس میں شرائط ہوتی ہے نا، وہ کہہ رہے تھے کہ اس میں شرط ہوتا ہے کہ وہ پھر وہ شرط جب تکمیل ہوتا ہے تو پھر وہ اگر شرط ہو، ٹھیک ہے، اگر کوئی شرط ہو، پیشگوئی کے اندر شرط موجود ہو تو پھر تو وہ مشروط پیشگوئی ہوتی ہے نا۔ یہ جو پیشگوئی ہم نے آپ کے سامنے رکھی ہے یہ تو مشروط نہیں ہے۔ میں آپ کے سامنے لگا دیتا ہوں دوبارہ ان کا صفحہ، اس میں کوئی شرط تو موجود ہی نہیں ہے۔ یہ دیکھیں اس میں کہاں ہے شرط؟ بھائی میں نے ان سے کہا کہ یہ ادھر شرط کی بات ہے ہی نہیں، تو انہوں نے کہا کہ
ये लोग इस पेशन गोई को मोहम्मदी बेगम के साथ मिलाते हैं, तो मोहम्मदी हम बेगम नहीं ने तो मिलाते किसी के साथ, हो भाई, हम किसी के साथ नहीं मिलाते। और हम भाई तो कहते हैं उन्होंने यही, देखो भाई क्या बात क्या, उन्होंने कहा कि ये नुज़ुलुल मसीह जिल्द 18 सफ़ा 146 में इसका जवाब लिखा कुछ हुआ भी है। नहीं, मेरे सामने वो सफा खुला, उसमें जिक्र ही नहीं है इसको, झूठ बोला उसने, झूठ बोले? झूठ बोले। क्या लिखा है उस सफ़े में? लो मैं पढ़ देता हूँ। मैं ड्राइव करते हुए यार सफा पढ़ाना है, गाड़ी लगवानी, टक्कर करवानी नहीं है उसमें कुछ भी। आमलहुम बिरहमतिन मिन्हु यादी हमायतुन व अय्यदहुम बिरूहि मिन्हु पानिया व वहब लहुम नफूसा मुतमइन्ना। कहाँ है इसमें उसका जिक्र? लफ्ज़ ही सही नहीं है पूरे पता सफे में। नहीं, उन्होंने तो यही जवाब दे दी बस। अच्छा उनको छोड़ें। आप ये पूछें कि किसी बेवा से उनका निकाह हुआ कि नहीं। अगर नहीं हुआ ना तो नहीं आपकी हुआ। नजर में पेशगोई झूठी निकली कि नहीं निकली? जब तक मैं ये नुज़ुलुल मसीह जिल्द 18 हाँ सफ़ा खोलें, 146 देख लें, नहीं पढ़ता मैं कहता, तब हाँ मैं क्या वो अरबी भाई, में इबारत है और उसका फारसी में तर्जमा है। अभी मैं ड्राइव कर रहा हूँ, उसका उर्दू तर्जमा कहीं से निकाल के जब मैं फारिग होता हूँ तो मैं आपको वो भी पढ़ा देता हूँ। उसमें जिक्र ही नहीं है भाई, इस पेशगोई का जिक्र ही नहीं ठीक है। है वो पढ़ लेते, साथ साथ पढ़ लेते हाँ उसमें। हाँ, ओके, ये खाम खा उन्होंने। अच्छा नहीं वो उसके जरूर, जो हाँ समीर कि भाई, जरूर जो उसमें कुछ पिछले होगा नबियों की, होगा ना, वरना ये लोग तो नहीं बोलते ना, जरूर कुछ ना कुछ तो होगा उस आप सफ़े उन में। पे एतबार करते हैं, हम पे एतबार नहीं करते, कोई बात नहीं है, ओ जरूर भाई कुछ होगा। मैं तो ठीक देखो, है समीर भाई, बात ये है अस्सलाम वालेकुम। पिछले नबियों की आमिर जो भाई उसने सफ़ा बात की है वो बताइए, क्यों की है? सफ़ा है नज़ुल मसीह का सफ़ा 146 बताइए। नुज़ुलुल मसीह 18वीं जिल्द का 146 सफ़ा। एक मिनट निकल आया है जी। अमलाहुम बेरामत मिनहु अयादी हमायत व अयदहुम बेरूह मिनहु बे आयात वहब लहुम नफूसा मुतमइन्ना व अनज़ला अलैहिम सकीनतुन दाइमा सुम्मा अरादा अन युरीहुम नमूज़ज मालिक यौमिद्दीन फवाहब लहुम ला मुल्क वल खिलाफत वल हक़ अदाइहिम बिल हालिकीन व अहलकल काफिरीन व अज़हजहिम इज़हाजम सुम्मा अरी नमूज़ज अल नशूर फ़अख़रज मिनल कबूर इख़राजम फदखलू फ़ी दीनिल्लाहि अफ़वाजा फ़बदरु अलैहि फ़रादा व अज़वाजम फ़रा असहाब अमवातम यल्फूना हयाता वाराओ बादल महल माम तज्जाजम व सम्मी ज़ालिका ज़माना यौमिद्दीन लान अल हक़ हस फ़ीह व दाखला फ़ी दीन अफ़वाज मिनल काफ़िरीन सुम्मा इरादो अन युरी नमूज़ज हाज़ल सफ़ात फ़ी आखरीन मिन उम्मते। तो इसमें तो कोई भी ऐसी बात नहीं है जो नहीं उर्दू पढ़ो ना, आमिर उसका भाई जो तर्जुमा बात क्या कर होता रहे है? हैं। अच्छा ऐसा करें, इनको उर्दू तलाश कर दें यार, मदद करें। वो लाहौरियों ने किया होगा इसका तर्जमा, अगर इसकी वेबसाइट पे नहीं है ना उर्दू तर्जमे का जी मैं इसका तर्जमा भी कर देता हूँ। ये नज़ुल मसीह नहीं है, ये एजाज़ मसीह किताब का नाम है। तो एजाज़ मसीह का तर्जमा उर्दू में है। अच्छा तो आमिर वो भाई मैं अभी मादरत छुपा जनाब, लेते हैं। ਆਬਦ ਭਾਈ ਥੱਲੇ नुज़ुल ਤਾਲ मसीह ਕਾਦਰ का ਸਾਹਿਬ ਨੂੰ ਮੈਂ ਕਾਲ ਪਾਈਏ, ਉਹ ਕਹਿ ਰਹੇ ਨੇ ਇਹ ਪੇਸ਼ੈਂਟ ਕੋਈ ਨੁਸਰਤ ਜਾਨ ਸਾਹਿਬ ਵਾਸਤੇ ਸੀ। हाँ जी जी कहा था ना, क्या वो बेवा होके निकाह हेलो में आई थी कर नुसरत लो जहां उनको बेगम आइए साहिबा? नहीं वो तो नहीं, उन्होंने तो कहा कि वो मोहम्मदी उत्ते बेगम बुलाना ने जरा कहा ताउल कादर साहब उत्ते तशरीफ लिया के कहना अपने मुंह गल कह दियो, साडे कान तरस गए ने गल सुनन वास्ते। ਉਹਨਾਂ ਨੂੰ ਮੈਂ ਕਾਲ ਪਾਈ ਆ ਜਾਂਦੇ ਨੇ आ रहे ਜੇ ਅਗਰ ਉਹਨਾਂ ਨੂੰ ਮੌਕਾ ਲਗਾ ਤੇ। नुसरत जहां बेगम साहिबा और हुरमत बीबी साहिबा दोनों कवारी थी जब उनके निकाह में आई थी, इनमें से बेवा कोई भी नहीं था। अच्छा ये मैंने तर्जमा भी इसका निकाल लिया है। मैं तर्जमा भी इनको पढ़ के सुना देता हूँ जी पूरा, भाई ताकि इनकी तसल्ली हो। नुज़ुल मसीह और नज़ुल जिल्द मसीह 18। नहीं है जो सफ़ा आप बता रहे हो, वो इजाज़ मसीह है, नज़ुल मसीह नहीं है। उन्होंने ओ आपको ट्रक उसने की तो पट्टी कहा के पीछे मुझे कि लगाया है। नुज़ुल मसीह है, नुज़ुल मसीह हाँ तो जिल्द उसने 18। कह दिया, आप दोबारा किताब खोल पूछें। के देखो ना,
आप किताब खोल के देखो, उसमें ओ जाज़े आबद मसीह भाई लिखा ना हुआ है गुस्सा या करो, नज़ूल मसीह ना लिखा हुआ गुस्सा करो, ना गुस्सा करो, ना गुस्सा करो, कोई टेंशन नहीं। आप समीर साहब इसको वेरीफाई करके आ जाए, उनको कहें कि कौन सा सफ़ा बताया। इसमें तो असल में इजाजुल मसीह, नज़ूलुल मसीह दोनों किताबें 18वीं जिल्द में हैं। हाँ, सफ़ा 146, सफ़ा 146 हाँ, खुद का लेकिन 146 पे मसला ये है कि 146 पे ना किताब वो वाली नहीं है जो आप कह रहे हैं। वहां पर नज़ूलुल मसीह तो 381 सफ़े से शुरू होती है, ये तो 146 पे तो इजाज़े मसीह है, क्या नाम है इसका, एजाज़े मसीह है। नहीं, मैं इनको पेजेस भी बता देता हूँ। 1 मिनट समीर साहब रुकिए ज़रा, मैं आपको पेजेस भी बता देता हूँ कि कौन सी किताब कहाँ से शुरू हो रही है। अच्छा, पहली किताब है इजाज़े मसीह, ये एक नंबर से लेके 1 सफ़े से लेके 204 सफ़े तक जाती है, 204 सफ़े तक इजाज़े मसीह। एक गलती का अज़ाला 205 से शुरू होके 216 तक, दाफ़िउल बलाद 217 से शुरू होके 244 तक, अल हुदा 245 से लेके 376 तक, नज़ूल मसीह 377 से शुरू होके 620 सफ़े तक जाती है। तो आप उनसे ये पूछ के आए कि वो किताब कौन सी है पहले। हाँ, 146 पेज पे तो पहली किताब है इजाजुल मसीह, उसमें तो नहीं है ये बात लिखी, उनसे पूछ लें। हो सकता है आपको सुनते हुए गलती लगी, रिकॉर्डिंग करके ले आए समीर भाई। ठीक है, ठीक है। मैं बिजी हो गया था, तो हमारे भाई में कुछ चाहिए था, कोई रिकॉर्डिंग। जी, आज के लिए तो इतना ही काफ़ी है। फिर कभी आप आमिर साहब एक दिन हमारी ब्रॉड पे आके उधर आके इस मौजू के पर गुफ्तगू कर लेते हैं। ठीक है। नहीं, अताल कादर साहब आ गए, अमर भाई अताल कादर साहब आ गए हैं, सो प्लीज वेट अ मोमेंट प्लीज। हाँ जी, मैं ज़रा क्विक कॉन्सेप्ट दे दूँ। ये पेशगोई हज़रत अम्मा जान रज़ियल्लाहु अन्हा के बारे में थी और उनकी लंबी ज़िंदगी के बारे में थी कि वो उनसे हज़रत मसीह अलैहिस्सलाम का निकाह हुआ जब वो बिकर आ गया, और फिर वो हज़रत मसीह अलैहिस्सलाम के बाद वो बेवा सब क्या बोला आपने? चलो अच्छा हुआ उनकी जमात से एक बंदा आया ना, अभी ये जवाब देंगे। वो कंवारी थी जब वो उनके साथ हज़रत मसीह अलैहिस्सलाम का निकाह हुआ और वो, हाँ वो तो कंवारी थी ना, वो तो कंवारी थी। मिर्जा साहब ने कहा है कि मेरा 2 औरतों से निकाह होगा, अल्लाह ताला ये चाहता है। ये देखें, ये पढ़े जरा सफा वो 201 जो 83 का इज्तिहाद था। पेशगोई के अल्फाज जो थे वो अभी आपने ऊपर देख लिए हैं, क्या थे पेशगोई के अल्फाज, और मैं वो पेशगोई के जो अल्फाज है जो अल्लाह ताला का इल्हाम था वो बता रहा हूँ। यानी उन्होंने गलत किया है। हाँ, इज्तिहाद था उनका, गलत किया मानी। तो इसी गलती पर वो फौत हो गए या कभी जिंदगी में इस्लाह की है इसकी? हज़रत मसीह अलैहिस्सलाम को इल्हाम हुआ था कि ये औरत तेरे लिए काफी है। मैंने ये पूछा है कि इस गलती की कभी उन्होंने अपनी जिंदगी में इस्लाह की है या इसी गलती पर फौत हो गई, इतना सा सवाल है। मैं आपको बताया कि हज़रत अल्लाह ताला ने हज़रत मसीह अलैहिस्सलाम को इल्हाम किया था कि ये औरत तेरे लिए काफी है। ताल कदीर साहब, ये जो मानी गलत लिखा उन्होंने तरियाकुल, ओ भाई साहब मैं सवाल ही कुछ और कर रहा हूँ। मैं ये पूछ रहा हूँ कि ये जो आपके सामने सफा लगा हुआ है, इसमें आप बता रहे हैं कि उन्होंने गलती की है मानी बयान करने में, बिक्रों व सैयब उनका मानी बयान करने में तफहीम उनको गलत हुई है, यही कह रहे हैं ना? मेरा सवाल ये है कि कभी इसकी इस्लाह हुई है फिर या नहीं? कभी उन्होंने कहा कि मुझे गलती लगी? मैं बता रहा हूँ, अल्लाह ताला ने इल्हाम करके बता दिया कि ये औरत तेरे लिए काफी है। ओ नहीं भाई नहीं, ठीक है ना? वो और बात है। लंबी बहस का टाइम नहीं है। नहीं, हम भी बहस में, हम तो सिर्फ इतना पूछ रहे हैं कि ये आप कह रहे हैं कि मिर्जा साहब को गलती लगी है, उन्होंने कभी कहा है मुझे गलती लगी है? मैंने आपको बता दिया कि अल्लाह ताला ने इल्हाम करके बताया। अल्लाह ताला के जिम्मे आप पहले मिर्जा साहब पर इल्जाम लगा। आप अल्लाह ताला के जिम्मे था ना, अल्लाह ताला ने उनकी, अल्लाह ताला ने, पहली तो बात ये ताल कदीर साहब, अल्लाह ताला ने तो कहा ही नहीं। मैं कहता हूँ कि मिर्जा साहब ने कभी ये बात कही है जो आप कह रहे हैं? अस्सलाम वालेकुम। चलो वो आपकी मर्जी है, मर्जी में भाई, लंबी बात आपकी मर्जी है, लेकिन हमारा सवाल सिर्फ इतना ही है कि जो बात आप कर रहे हैं
کہ مرزا صاحب کو یہ سمجھنے میں غلطی لگی. کبھی مرزا صاحب نے کہا ہے مجھے سمجھنے میں غلطی لگی ہے؟ آپ بعد میں جو مرضی جب پیش گوئی جھوٹی نکل آئے تو جو مرضی اس پہ، میں نے تو آپ کو پہلے کہا تھا سمیر صاحب کہ جب پیش گوئی جھوٹی نکل آتی ہے یہ مانتے نہیں ہیں، یہ اس پر پنچر لگاتے ہیں. کبھی مرزا قادیانی نے یہ بات کہی ہے کہ میرے سے یہ غلطی ہو گئی، مجھے معنی سمجھ نہیں آئے تھے؟ ہاں کئی باتوں میں اس نے اپنی غلطیاں مانی ہیں کہ مجھ سے اجتہادی غلطی اس میں ہو گئی، اس میں یہ اس نے کبھی بھی نہیں کہا کہ مجھے غلطی لگی. یہ جھوٹ بول رہے ہیں. یہ اپنے پاس سے جب پیش گوئی جھوٹی ثابت ہو گئی اب یہ چاہتے ہیں کہ کسی طرح اس پر کپڑا ڈال دیا جائے، تو کہتے ہیں ان کو غلطی لگ گئی. بھائی اس نے تو کبھی نہیں کہا مجھے غلطی لگی ہے. عجیب بات ہے یار. بلکہ اس نے اتنی تحدی کی ہے، اس نے کہا ہے کہ شیخ بٹالوی اپنے دوسرے وقت میں اس پیش گوئی کو پورا ہوتا ہوا دیکھ لے گا. جب بیوہ سے نکاح ہوگا وہ اپنی آنکھوں سے دیکھ لے گا کہ یہ ہے بیوہ. اس نے کب کہا کہ مجھے غلطی لگی ہے؟ اگر یہ چیز مان لی جائے تو پھر مرزا صاحب کا یہ جو الہام ہے جلد 8 صفحہ نمبر 272 کے اوپر 172 کے اوپر ان اللہ لا یترکنی خطان طرفۃ عین، تو اس کو کس طرف لے کے جائیں گے کہ خدا مجھے ایک لمحے کے لیے غلطی پہ نہیں رکھتا؟ خطا تو وہ مان ہی نہیں رہا. خطا اگر مانے گا، میں تو یہی پوچھنا چاہ رہا تھا کہ پہلے یہ تو مانے کہ مرزا قادیانی اس خطا پر فوت ہوا ہے اور یہ خطا ہی اس کے ذہن میں، مطلب اس کو صحیح پتہ ہی نہیں لگا، مر گیا. اگر یہ کہے گا تو پھر اس کے سامنے یہ بات رکھیں گے. وہ تو مان ہی نہیں رہا، وہ اپنے بارے میں کہہ رہا ہے. ایک بات بطور اجتہاد آج کوئی قادیانی کہے ہم اس کی مانیں گے یا اس کے سربراہ کی مانیں گے؟ اس کو غلطی لگی ہے یہ کہتا نہیں، اس کو غلطی لگی ہے، حالانکہ وہ اگر غلطی نہیں مانتا تو ہو سکتا ہے اس کو غلطی لگ رہی ہو، تعال قدیر کو غلطی لگ رہی ہو. ہم کس کی غلطی مانیں؟ کس کی غلطی ہے کہ اس کی غلطی ہے؟ میں کہتا ہوں اس کی غلطی ہے، تعال قدیر کی غلطی ہے. اس طرح کی بات ہی کوئی نہیں وہاں پر لکھی ہوئی. اچھا یہ پتا کیا معنی بیان کر رہا تھا سمیر صاحب؟ آپ کو اگر نہیں سمجھ آئی تو میں آپ کو سمجھاتا ہوں وہ کیا کہنا چاہ رہا ہے. وہ کہتا ہے کہ وہ کہنا یہ چاہ رہا ہے کہ نصرت جہاں بیگم سے نکاح ہوا تو وہ کنواری تھی. جب مرزا صاحب 26 مئی 1908 کو مر گئے تو وہ بیوہ ہو گئی. سمجھ آئی یہ بات؟ اور مرزا قادیانی کہتا ہے کہ 2 عورتیں میرے نکاح میں آنی ہیں، ایک بیوہ ایک کنواری. یہ کہتا ہے ایک ہی عورت ہے، وہ پہلے کنواری آئی تھی پھر بیوہ ہوگی تو چلو جی کام چل گیا. ایسے ہو سکتا ہے؟ اچھا عامر بھائی، یہ نصرت جہاں سے نکاح کس سال میں ہوا تھا ان کا، مرزا صاحب کا؟ 84 میں نکاح ہوا تھا. تو یہ مجموعہ اشتہارات صفحہ 140 جلد اول، اس میں مرزا صاحب جو ہے، ایک منٹ سمیر صاحب ایک منٹ ذرا. سمیر صاحب یہ مرزا صاحب نے مجموعہ اشتہارات میں 20 فروری 1886 کا اشتہار ہے، اس میں لکھا ہوا ہے کہ بعض بابرکت عورتیں تیرے نکاح میں آئیں گی. تو نصرت جہاں تو اس میں سے نکل گئی، اس سے تو نکاح ان کا ہو گیا ہے 84 میں، اور یہ 86 میں مرزا صاحب اشتہار دے رہے ہیں. جی وہ تو الگ پیش گوئی، ابھی تو ہم نے دوسری پیش کرنی ہے. اس کی ایک بھی پیش گوئی صحیح نہیں ثابت ہوئی سمیر صاحب. نہیں پہلے ایک ہی پر کام کرتے ہیں، پہلے ایک ہی پر کام کرتے ہیں پھر دوسری. میں بھی یہی چاہتا ہوں کہ ایک ایک کر کے چیک کریں، ایک ایک کر کے چیک. تو اس نے جو یہ جو اجتہادی غلطی ان کو عطا القادر صاحب کو پتہ چلی ہے، تو مرزا صاحب کے جو جانشین ہیں خلیفہ جو ہیں، خلیفہ صاحب کو کیوں نہیں پتہ چلا کہ یہ اجتہادی غلطی؟ انہوں نے تو بڑے شد و مد کے ساتھ اس کو بیان کیا، انہوں نے کہا کہ جی یہ پوری ہو گئی ہے، یہ اجتہادی غلطی قرار دے رہے ہیں. اس کا مطلب ہے مرزا طاہر صاحب نے جھوٹ بولا ہے، انہوں نے ان کے ساتھ جو ان کو کہا کہ یہ پیش گوئی تو پوری ہو گئی. عامر نذیر بھائی میں آپ کی توجہ ایک اور طرف دلانا چاہتا ہوں. مرزا غلام قادیانی تو کہتا ہے کہ اسی طرح مجھے وہ کلام دیا گیا جو سب پر غالب ہے. ایسا کلام جو سب پر غالب ہونا تھا وہ مرزا صاحب کو ہی سمجھ میں نہیں آیا. اچھا چلو ٹھیک ہے، اللہ غلط ترجمے کرتے رہے. سمیر صاحب اپنی بات سمیر صاحب آج اس کو اچھی طرح سمجھ لیں کہ یہ بیوہ جو ہے وہ کبھی بھی ان کے نکاح میں نہیں ہے. کل آپ آئیں گے تو آپ کو دوسری پیش گوئی میں ایک ایک کر کے آپ کے سامنے اس کی 20 پیش گوئی رکھ، سب کی سب جھوٹی ثابت ہو. سب کے اوپر یہی پنچر ہے، کہیں گے ان کو اجتہادی غلطی لگ گئی تھی،
उनसे खता हो गई थी, उनको मानी समझ नहीं है, यही कहते रहते सारे दिन, सारी झूठी निकली उसकी पेशगोई। तो वो खुद कहता है कि जो दावे में झूठा होता है उसकी पेशगोई कभी सच्ची साबित नहीं होती। ये है हमारा मौक़िफ़। उसका दावा झूठा था, आपसे हमने सिर्फ यही कहलवाना है कि वो एक झूठा मुद्दई था। मैंने आपसे आते ये पूछा था कि वो झूठा है मुद्दई या आपकी नज़र में सच्चा है। आपने कहा मुझे नहीं पता। मैंने कहा मैं तहकीक करवा देता हूँ, आप रिसर्च करवा देते एक एक करके, असूल उसका, सबूत हमारा। कल आप जब टाइम निकाल कर आएंगे तो आपको दूसरी पेश पे यही 20 फरवरी 1886 वाली रख देंगे कि उसमें उसने कहा है कि कई औरतों से निकाह होगा, कोई भी नहीं हुआ, किसी एक औरत से भी उसके बाद नहीं हुआ। वो सारी जिंदगी निकाह के ख्वाब देखता रहा, कई औरतों से होगा, बेवा से होगा, कोई कुंवारी से होगा, फलानी से होगा, लेकिन किसी से भी नहीं हुआ बेचारे का। वही जो पहले दो आ गई, पहली एक से हुआ तो उससे वैसे ही कता तल्लुक कर लिया। दूसरा जब 10,000 रुपया लोगों ने दे दिया किताबों के नाम पर, इसने ब्याह खड़का लिए, कुंवारी लड़की ले आया 18 साल की, शादी के काबिल भी नहीं था, लेकिन बहरहाल इसके बाद भी ये कहता रहा मेरा और ब्याह होगा। और ठीक है जमीर भाई, आपने और जो गुफ्तगू आप जिस तरह आपने तहकीक करनी है तहकीक करवा दीजिए, हम आपकी 1 बाय 1 सारी तहकीक करवा देंगे। वो तो ये भी कह रहा था कि मोहम्मदी बेगम ने फिर तौबा की और उनकी फैमिली जो है वो अहमदी हो गए, फिर वो उसके निकाह में नहीं आया। इसलिए मोहम्मदी बेगम की तौबा दिखा दे उसको, को मुंह मांगा इनाम मैं तुझे दूंगा, मोहम्मदी बेगम की तौबा दिखा दे। कोई खत उसका, कोई फोन उसका, कोई पैगाम उसका, कभी भी नहीं उसने तौबा की। झूठ बोलते हैं, तौबा की उसने मोहम्मदी बेगम। अच्छा हाँ, ये तौबा की होगी कि या अल्लाह मैं तेरी पनाह चाहती हूँ इस मरदूद से, इसके बिस्तर में जा नहीं सकती। इसका कोट जो है काला कोट इसने पहना होता है, रोटी खा के, घी वाली रोटी खा के उससे हाथ साफ करता है, जराबें कई दिन बदलता नहीं है, गर्मियों में वो ओवरकोट पहना होता है, तो इससे बदबू आती है। तो या अल्लाह मैं अल्लाह की पनाह चाहती हूँ, मैं तौबा करती हूँ, मैं इसके निकाह में ना हूँ। ये उसने तौबा की होगी। और 100 बार आमिर भाई टट्टी की बू तेनू वास्ता ही रब दा रोटी भी खान दिया कर। पता नहीं जाने। चलो ठीक है, मैं चलता हूँ, अल्लाह हाफिज। अल्लाह बेशक जानता है, लेकिन तहकीक हम करवा दें। आपकी उम्र कितनी है समीर साहब? समीर साहब आप अपनी उम्र बता सकते हैं कितनी है? उसका देखो समीर साहब आप? मैं तो लगभग 35-40 का हूँ। 35-40। ठीक है, नहीं आवाज से लग रहा है कि आप यंग हैं बिल्कुल, तो इसलिए मैंने पूछा कि बात समझ लेते हैं आपका जो लेवल है वो कितना होगा। मैंने इसलिए ठीक हो जी ठीक है। अस्सलाम वालेकुम जिब्रान साहब 2 मिनट बंदा सबर कर लेंदा। चलो वालेकुम सलाम। मैंने सबर क्या करना है, मैंने आपके ब्रॉड से कुछ सीखना है नहीं, मैं तो ऐसे आया हूँ क्योंकि सीखने के लिए जो है ना कुरान और सुन्नत है बस। आप लोगों से तो कुरान आता है आपको? आप लोगों को अल्हम्दुलिल्लाह कुरान आता है? कुरान के बिलबोते पे तो मैं आपके साथ बात कर रहा हूँ। कुरान के बिलबोते पे तो मैं आपसे बात कर रहा हूँ। आपको कुरान आता है? आप कह रहे हैं कुरान और सुन्नत सीखने के लिए कुरान और सुन्नत है। कुरान आता है आपको? मैंने जवाब दे दिया है। अगर आपको मैंने जवाब दे दिया, अगर आपको समझ नहीं आ रही है तो दोबारा बोलने की जरूरत मुझे नहीं है। दोबारा जवाब दे दें। नहीं समझ आई क्योंकि आवाज नहीं आई। समझ आ गई? नहीं समझ आई। चलो अल्लाह आपको कभी भी समझ, अल्लाह करे कि आपको समझ आता भी ना हो। आप इस तरह करें, इस्लामाबाद आ जाए, आपको समझा देंगे। जी जिब्रान साहब कुरान पाक में कुल कितनी आयत है पूरे कुरान पाक में? जिब्रान साहब कुरान पाक में कितनी आयत है?
हजारों वो लेट जिब्रान नहीं, खान है। कोई हिंसा आबिद बताए भाई, ना, हजारों आबिद तो जी। भाई सॉरी आबिद भाई सॉरी मैं अभी आपकी आवाज़ मुझे आ गई। माशाल्लाह आप तो बहुत बेहतरीन मुबल्लिग इस्लाम हैं, ठीक है, आपसे तो कोई बात ही नहीं है, ठीक है। मैं आपके सामने जो है ना जिब्रान भाई, ये आमन नजीर मेरे साहब साथ कर जो ले, है, मैं कौन सा मुबल्लिग मेरी इस्लाम बात मेरे साथ कर सुनिए लो। जिब्रान साहब, ये आमन नजीर साहब हम इनके सिखाए हुए हैं, इनसे हमने सीखा है। ओ अमित अगर भाई आप थोड़ा मेरी जा इतनी खड़ा इज्जत कर रहे हैं थोड़ा तो जा खड़ा कराओ प्लीज, थोड़ा जा खड़ा कराओ। क्लोज डायरेक्टली आबिद दसो। भाई मैं ये समझ गया था कि ये फिरका वरस्त बरेलियों की ब्रॉड है, तो तभी मैंने फौरन जवाब जो है ना, मैं इसको बिल्कुल मुखालिफत से में चलता हूँ। आप तो मेरे लिए मोहतरम है, आपसे बहुत बहुत कुछ सीखा है, आपसे तो बात जी जो है ना बहुत नहीं बहुत हो सकती। शुक्रिया सर, बहुत बहुत शुक्रिया, थैंक यू सर। आपसे तो ब्रॉड मैं पे बहुत जाएं, सीखा हूँ, आप तो मेरे उस्ताद है जी। आप ब्रॉड पे जाएं तो आपको जो लगे आप उसके मुताबिक ही बिहेव करना शुरू कर देते, पूछते नहीं है कि ये कौन है, किसकी ब्रॉड है। बरेलियों के बारे में क्या शक पड़ा है आपको यार आई कि एम सो सॉरी यार, मुझे गलती हो गई मुझसे, मैं अपनी बात को वापस ले लेता हूँ और मैं माजरत ख्वाह हूँ, शर्मिंदा हूँ। आमन नजीर भाई ये कादियानी कहना चाहता था, वहाँ पे बरेलवी कह गए, तो क्योंकि हमने वो रूहानी खजाइन का आपने ये पेज लगाया हुआ है, तो इस वजह से ये गलतफहमी हुई भाई को भी और हमें भी होगी बिल्कुल साहब। सर। तो जी इसके लिए माजरत खां हैं आमन नजीर भाई, शुक्रिया। चलो कोई बात नहीं, मैंने कहा पता नहीं बरेलवियों से भी नाराज है। नहीं, अमर भाई मैं ये आबिद साहब की जब ना आवाज जिब्रान दिखती है साहब तो ना, मैंने समझा। जिब्रान साहब जाते हैं और जाके मर्दइयों से मुकालमा करते हैं और ये बहुत अच्छा मुकालमा करते हैं, मैंने इनको सुना है। और मैं वो ना माँ काना मोहम्मद इन अबा अहदिन, वो वाली आयत में जिब्रान साहब आपसे सुनना चाहता हूँ, आपने 2-3 दफ़ा वहाँ पढ़ी, तो वो ज़रा सुना देंगे। हाँ, मैंने इसके सामने ये आयत रखी थी, तो मैंने इसको कहा कि भाई आप इसी को फोकस करें, इसी को समझे, इसी के ऊपर अमल करें। और ख़त्म का लफ्ज़ जो है ना, अरबी अदब के हवाले से भी इसका तर्जुमा हो चुका है। बाकी जो है ना, आप आप तो आयत गैर सुना मुस्लिम दें, है। आयत सुना दें। मकान मोहम्मद अबा अहदुकुम रिजालुन वलाकिल्ला रसूलुल्लाह व खातमुन नबिय्यीन। ये वो भाई अल्फाज जो है साहब ना ये इस शायद तरह नहीं आए, मुझे आगे इस से तरह नहीं अल्लाह आए, अकबर हाँ अल्लाह ठीक है, इस तरह आयत नहीं है। हाँ जिस तरह नहीं हो आती तो आप कह वही दें मैं मुझे कह नहीं रहा हूँ ना। आती। बात गलत सुन तो ले, हाँ नहीं मुझे आप आती कहेंगे है मुझे बिल्कुल। जुबानी याद नहीं है। बात अगर सुन कहेंगे ले। नहीं आती तो कह दें जुबानी नहीं याद मुझे। माकाना मोहम्मद अबा अहद मिन रिजालिकुम वलाकिन रसूलुल्लाह व खातमुन नबीयीन। तो सारे शुरू तो गलत पढ़ी। बिल्कुल सर, बिल्कुल सही कहा आपने। तो मैं यही बात कर रहा था उसके साथ, तो मैंने उसको कहा कि इस्लाह भाई करवाने दो ना कुरान मना और हदीस जिमरान की आमर भाई ਇਹ ਚੀਜ਼ ਜਿਹੜੀ ਇਹਨਾਂ ਬਿਆਨ ਕੀਤੀ ਹੈ, ਇਹਨਾਂ ਦੀ ਥੋੜੀ ਜਿਹੀ ਸਲਾਹ ਕਰਾ ਦਿਓ ਕਿ ਅਗਰ ਆਇਤ ਨਹੀਂ ਪੜ੍ਹਨੀ ਆਉਂਦੀ ਤਾਂ ਤਰਜਮਾ ਬਿਆਨ ਕਰ ਦਿਓ। मैं कुछ इसी वजह तो आयत मैं कभी भी जो ना बयान नहीं तर्जमा, अगर कुरान की आयत पढ़नी नहीं आती तो मजहबी गुफ्तगू करने की क्या जरूरत है? पहले कुरान पढ़ना सीखें नहीं, फिर मैं तो बातें करें करूँगा, ना। मैं तो सीख रहा हूँ, इसी तरह मैं सीख रहा हूँ, मुझे तो हाँ तरीका वो आता है ठीक है, सीखने लेकिन का, यही आप तरीका है। किसी की इस्लाह करनी है या अपनी इस्लाह करनी है तो भाई पहली बात तो ये है ना कि कुरान पढ़ना आना चाहिए। क्यों नहीं आना चाहिए? ये तो कोई नहीं कुरान पढ़ना नहीं पढ़ना आता, आना तर्जुमा पढ़ चाहिए। दिया। उस वक़्त मेरे पास कुरान मजीद था, अभी नहीं है। जब नहीं है तो मैंने आपके अल्फाज के साथ जो है ना, कोई नफी तो नहीं जिब्रान की। भाई आपने वहाँ पे भी ऐसे पढ़ी थी, तो इस वजह से मैंने आपको कहा कि ये आयत पढ़े, आपने वहाँ अच्छी पर बात ऐसे है, आपने मुझे इस्लाह फरमाई है और जी इस्लाह करना चाहिए और इस्लाह एक दूसरे की होनी चाहिए। बहुत सी ऐसी चीज़ें हैं जिस पे जो है ना मैं आपके साथ इत्तेफाक नहीं करूँगा, आप मेरे साथ इत्तेफाक नहीं करेंगे। बारकेफ आपने मुझे समझा दिया, तो इसके लिए मैं अल्लाह से आपके लिए अजर का तलबगार हूँ। बहरहाल हमारी भी ये दरख्वास्त है कि अगर आपको कोई इस बिल्कुल तरह सर, की आपकी दरख्वास्त एक्सेप्टेबल है।
I accept آپ your ان کی نا request. جبران صاحب ایک No منٹ problem. بات ان کی مکمل ہونے دیں. آپ بات سن لیں پھر آپ جواب دیں پلیز. دین اسلام کی تو بنیاد قرآن کریم ہے نا. تو اگر آپ کی بنیاد ہی صحیح نہیں ہے، یعنی بنیاد جو ہے اس کو ہی آپ پکڑ نہیں سکتے، قرآن کریم کی آیت سیدھے طریقے سے پڑھ نہیں سکتے. میں نہیں کہتا کہ بغیر عراب کے پڑھیں، بھائی ہم اجمی ہیں، چلیں عراب سے پڑھ لیں، لیکن عراب سے بھی اگر پڑھنی نہیں آتی، اوپر سے دیکھ کر بھی پڑھنی نہیں آتی، چند آیات بھی زبانی نہیں یاد، تو پھر مذہبی گفتگو سننی چاہیے، کرنی نہیں چاہیے. سننے میں بھی بندے کے علم میں اضافہ ہوتا ہے، لیکن کریں گے تو غلط کریں گے، یعنی آیت پڑھیں گے تو غلط پڑھیں گے. اس کی بجائے بہتر ہے کہ آپ سن کر اپنے علم میں اضافہ کریں اور اس کو یاد کریں، اس کو ذہن میں بٹھائیں، کیا بات سنی ہے، قرآن کریم میں کیا لکھا ہوا ہے، اس کے آیت کا ترجمہ کیا ہے، تفسیر کیا ہے، حدیث کیا ہے. تو یہ ساری باتیں سن کے بھی بندے کے علم میں اضافہ ہو جاتا ہے. کوئی ضروری نہیں ہوتا کہ بندہ خود سمجھانا شروع کر دے، کیونکہ جب آپ ایک چیز کو نہیں جانتے، آپ اس کے سمجھانے کی کوشش کرتے ہیں. آپ یا میں، ہم اپنے لیے بھی سبکی کا باعث ہماری بات بنتی ہے، اور دوسرے کے لیے بھی، مطلب اپنے بھائیوں کے لیے بھی. وہ بھی کہتے ہیں کہ یار اس بندے نے ہمیں شرمندہ کروایا، ہمارا بھائی تھا وہاں گیا، اس کو سیدھی آیت نہیں پڑھنی آتی. تو غلط پڑھنا وہ بہت زیادہ برا امپریشن دیتا ہے. وہ آپ کے لیے بھی تکلیف کا باعث ہوگا یا نہیں ہوگا، لیکن دوسروں کا، آپ کے بھائیوں کے لیے تکلیف کا باعث ہوگا. وہ کہیں گے یار یہ نہ ہی جاتا اوپر تو نہ ہی بات کرتا تو اچھا. تو اس لیے یہ جو بنیادی چیز ہے نا قرآن کریم کا چلے ناظرہ گئے نا، یہ بات ہے نجب باز صاحب. یہ بھی عامر ایک بھائی، اصلاحی ما پہلو ہے. کان محمد ابا احد من رجالکم ولکن رسول اللہ و خاتم النبی. ٹھیک ہے ٹھیک ہے ٹھیک ہے ٹھیک ہے، انہیں ہے نا. ٹھیک ہے ٹھیک ہے. میں کہہ رہا اگے بھی ایک بندہ دو آئے نے تو دوویں سانوں تبلیغ کرن لگے سن. جہے نے نا مسلمان، انہاں تو کوشش کرو کہ اپنے آپ کو پیچھے ہی رکھو. انہاں تسی کوئی بھی گل آکھو گے نا، مرزائی پھر بھی لسے نے، یعنی انہاں نو دبکا مارو نا تو انہاں دی شلوار گلی ہو جاندی. یہ گوکڑی کھواڑی آرامدے نے، یہ تمہیں متاں دیندے نے. تے میاں صاحب ایویں تے نہیں آکھیا متاں والے مینوں متاں دیندے، انہاں متاں والے میری مت ماری. یہ مت مار لین گے تہاڈی. انہاں نو بالکل 1 میٹر دے فاصلے تے رکھ کے انہاں نال گل کرو، کرنی گل کرو. صحیح گل کردا کوئی بندہ تے اسی دا احترام کرنے ہیں، ਉਹਦੀ عزت کرنے ہیں، ਉਹਨੂੰ ਮੁਹੱਬਤ ਦੀ ਨਿਗਾਹ ਨਾਲ ਦੇਖਦੇ. ਜਿਹੜਾ ਸਾਡੀ ਇਸਲਾਹ ਕਰਨ ਤੁਰਿਆ, ਆਪ ਕੁਰਾਨ ਦੀ ਆਇਤ ਵੀ ਨਹੀਂ ਪੜ੍ਹਨੀ ਆਉਂਦੀ, ਉਹਨੂੰ ਚੁੱਕ ਕੇ ਪਰਾਂ ਕਰੋ, ਉਹਨੂੰ ਆਖੋ ਜਾਓ ਜਾ ਕੇ ਕਿਸੇ ਹੋਰ ਬਰਾੜ ਤੋਂ ਜਾ ਕੇ, ਸਾਡੇ ਕੋਲ ਇੰਨੀ એનર્ਜੀ ਨਹੀਂ ਹੈ. ਇਹ ਦੇਖ ਨਹੀਂ ਰਹੇ ਕੀ ਹੋ ਰਿਹਾ. ਐਜ਼ਾਇਦ ਜਮੀਲ ਨੇ ਅੱਗੇ ਆ ਕੇ ਜਿਹੜੀ ਚਲਾਈ ਏ, ਦੇਖ ਨਹੀਂ ਰਹੇ ਕੀ ਕਰ ਰਹੇ ਨੇ ਮੁਸਲਮਾਨ. ਇਹ ਵੀ ਖੁਦ ਨੂੰ ਮੁਸਲਮਾਨ ਕਹਿੰਦੇ ਨੇ. ਆਮਿਰ ਭਾਈ ਰਾਤੀ ਉਹ ਜਿਹੜਾ ਬਾਂਦਰ ਦਾ ਬੱਚਾ ਉਹ ਉੱਥੇ ਮਿਰਜ਼ਾਈਆਂ ਦੇ ਕੋਲ ਬਹਿ ਕੇ ਉਹ ਮਲਕਾ ਨਾ ਸੁਣਿਆ, ਹਮ ਡਿਸਕਸ ਨਾ ਕਰੀ, ਉਹਨੂੰ ਡਿਸਕਸ ਬੈਕ ਐਂਡ ਤੇ ਕਰਾ. ਸੁਣ ਤੇ ਲੈ, ਹੁਣ ਕਰਨ ਤੇ ਦੇ ਯਾਰ, ਮੂੰਹ ਚ ਆ ਗਏ ਹੁਣ ਕਰਨ ਦੇ, ਕੱਢਣ ਦੇ. ਕਰ ਦੇ. ਆਮਿਰ ਭਾਈ ਉਹ ਰਾਤੀ ਤੁਹਾਡੇ ਖਿਲਾਫ ਉਹ ਬਕਵਾਸ ਕਰ ਰਿਹਾ ਈ, ਯਾਨੀ ਕਿ ਤੁਹਾਡੇ ਉਹ ਜਿਹੜਾ ਪਲੀਤ ਜਾਨਵਰ ਹੈ ਉਸ ਤੋਂ ਇਲਾਵਾ ਉਸ ਦੇ ਮੂੰਹ ਦੇ ਵਿੱਚ ਹੋਰ ਕੋਈ ਗੱਲ ਨਹੀਂ, ਤੁਹਾਡੇ ਨਾਂ ਦੇ ਨਾਲ ਉਹਦਾ ਇਹ ਕੋਈ ਮਸਲਾ ਨਹੀਂ. ਮੈਂ ਪਿਆ ਕਹਿਣਾ, ਜਦੋਂ ਬੰਦਾ ਇੱਥੇ ਜੇ ਪਹੁੰਚ ਜਾਂਦਾ ਹੈ ਤੇ ਬੰਦਾ ਸੋਚਦਾ ਹੈ ਨਾ ਕਿ ਅੱਛਾ ਹੁੰਦਾ ਇਸ ਬੰਦੇ ਨਾਲ ਪਹਿਲੇ ਦਿਨ ਸਲਾਮ ਹੀ ਨਾ ਲੈਂਦੇ, ਪਹਿਲੇ ਦਿਨ ਆਉਂਦੇ ਨੇ ਤੇ ਆ ਕੇ ਬਰਾੜ ਤੇ ਬੜੇ ਤੁਹਾਨੂੰ اپریشیٹ کریں گے, آپ بہت اچھا کام کر رہے ہیں, آپ کی باتیں سن کر بہت متاثر ہوئے ہیں. پہلے دن وہی گلاں ہوندیاں نے, ہفتے بعد تہانوں ڈکٹیٹ کرنا شروع کر دیندے نے, تے تیجے ہفتے جا کے تے مرزائیاں نال رل کے تہاڈی ماں بھینے پہ کر دیندے. اس لیے انہاں تو 1 میٹر دے فاصلے تے رکھو, انہاں نوں ایڈیاں جفیاں نہ پاؤ. وہ مسلمان ساڈے واسطے محبت اور احترام دے لائق نے, جڑے دین دا کام کرنا چاہندے نے, یا انہاں دی نیت اچھی ہے, یا انہاں دے خیالات اور نظریات صاف نے, پاک نے. جنہاں دے پلے نہیں تھیلا تے کردی میلا وہ جی میرے اتنے اینے فالوور سن تے میرے اینی میری منتا سی, میرے نال دا چودھری کوئی نہیں, میرے نال ایتھے اگے ایک آیا سی تو کہندا سی مینوں اینے سال ہو گئے نے, میں اس ویلے گڈی واشنگٹن لائی سی تے میں سنیا وہ پہ کہندا سی مینوں تے اینے سال ہو گئے نے ایتھے ٹک ٹاک دے تے, پتہ نہیں 6 سال ہو پہ دسدا سی, تے میں تے 2-2.5 سال ایتھے ٹک ٹاک تے آیا ہوئے نے. 6 سال ہو گئے مئی 2023 ਚ ਅਸੀਂ ਇੱਥੇ ਆਏ ਹਾਂ. ਹਾਂਜੀ, ਤੇ ਉਸ 2.5 ਸਾਲ ਸਾਨੂੰ ਹੋ ਗਏ ਨੇ. ਮੈਂ ਤੇ ਉਹ ਬੰਦੇ ਦੀ ਆਵਾਜ਼ ਪਹਿਲੀ ਵਾਰੀ ਸੁਣੀ.
ਕਹਿੰਦੇ ਮੈਨੂੰ 6 ਸਾਲ ਹੋਏ ਨੇ। ਤੁਸੀਂ ਮਈ 'ਚ ਆਏ ਹੋ ਤੇ ਮੈਂ ਤੁਹਾਨੂੰ ਮਿਲਿਆ ਅਗਸਤ 18 ਨੂੰ ਮਲਕ ਤਲਤ ਦੀ ਬਰਾਤ। ਉਹਨਾਂ ਨੂੰ 6 ਸਾਲ ਹੋ ਗਏ ਨੇ ਟਿਕਟੋਕ ਤੇ ਆਇਆ ਨਾ, ਤੇ ਟਿਕਟੋਕ ਨੂੰ ਆਇਆ ਨੂੰ ਵੀ 4 ਸਾਲ ਹੋ ਗਏ ਨੇ। ਬਹੁਤ ਅੱਲਾ ਇਹ ਟਿਕਟਾਕ ਨੂੰ ਜੰਮਿਆ 4 ਸਾਲ, ਉਹਨੂੰ 6 ਸਾਲ ਹੋ ਗਏ। ਅੱਛਾ ਆਮਰ ਭਾਈ, ਮੈਂ ਤੁਹਾਨੂੰ ਨਾ ਕੁਝ ਸਕਰੀਨਸ਼ਾਟ ਸੈਂਡ ਕੀਤੇ ਨੇ, ਜਰਾ ਪੜ੍ਹ ਕੇ ਤੇ ਉੱਥੇ ਜਵਾਬ ਦੇਣਾ, ਇੱਥੇ ਨਾ ਡਿਸਕਸ ਕਰਿਓ। ਮੈਂ ਡਰਾਈਵ ਕਰ ਰਿਹਾ, ਫਿਰ ਦੇਖਣਾ ਮੈਂ। ਹਾਂਜੀ ਉਹ ਬੜਾ ਇੰਪੋਰਟੈਂਟ ਹੈ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਚਲੋ ਇੱਕ ਭਾਈ ਦੀ ਬਾਬਰ ਭਾਈ ਆਏ ਨੇ, ਬਾਬਰ ਭਾਈ ਦੀ ਗੱਲ ਸੁਣੋ। ਚੁੱਪ ਕਰ ਪੁੱਤਰਾ ਨੇ ਭੇਤ ਖੋਲੀ ਦੇ, ਲੀਡਰ ਨਹੀਂ ਇੱਥੇ ਹੱਕਦਾਰ ਗੋਲੀ ਦੇ। ਜਿਨ੍ਹਾਂ ਦੇ ਜਵਾਕਾਂ ਦੇ ਨਾ ਜੌਨ ਤੇ ਸਟੀਵ ਆ, ਰਾਖੇ ਬਣੇ ਫਿਰਦੇ ਆ ਮਾਂ ਬੋਲੀ। ਇੱਥੇ ਰਾਖੇ ਬਣੇ ਨੇ ਦੀਨ ਦੇ, ਕੌਮ ਦੇ, ਹਾਂਜੀ ਹਿਊਮਨ ਰਾਈਟਸ ਦੇ, ਉਹ ਰਾਖੇ ਬਣੇ ਨੇ। ਆਪਣੇ ਉਹਨਾਂ ਦੇ ਹਾਲਾਤ ਇੰਨੇ ਦਗਰਗੂ ਨੇ, ਆਊਜ਼ ਬਿल्ला पढ़ने का दिल करता है। जी बाबर भाई करो। आमिर भाई एक मिनट लाइव जी अज लग पे जड़ी राती चल रही है तारीफ कर लेने हैं साडी बंदा करो सानू असि ਤੁਹਾਡੀ ਵੀ ਕਰ ਲੈਂਦੇ ਆ ਕਰਾਂ ਕਿਤੇ ਬਾਹਰ। ਮੈਂ ਕਹਿੰਦਾ ਨਾ ਸਵੇਰੇ ਜਨਾਜ਼ਾ ਵੇਖਣਾ ਕਿਵੇਂ ਨਿਕਲਦਾ। ਅਗਾ ਚਲੋ ਗੱਲ ਕਰੋ। ਉਹਦਾ ਜਨਾਜ਼ਾ ਤੇ ਪਹਿਲਾਂ ਮੈਂ ਆਪਣੇ ਬੰਦੇ ਦਾ ਗੱਡੀ 'ਚ ਦਿਖਾਣਾ नहीं करना इस बंदे की कोई हालत नहीं। अच्छा जो तुम कहने ना, मैं अगले दिन भी गल कही सी मिस्टर भाई कि उन्हें तो अपना म्यार बिलावट करना नहीं, उन्हें कद दे गिले सानू जो है ना उन्होंने म्यार से आने वास्ते सानू झुकना पैना। यह फर्क होगा तो साडा ਜਿਹੜਾ ਤੁਸੀਂ ਇਹ ਕਹਿੰਦੇ ਨਾ ਕਿ ਨਹੀਂ ਉਹਨੂੰ ਜਿਹੜਾ ਦਿੰਦੇ ਨਾ ਐਕਟਿਵ ਸਪੇਸ, ਉਹ ਤਾਂ ਤੇ ਭੁੱਲ ਜਾਂਦਾ। ਜਿਸ ਨੇ ਉਹਨੂੰ ਪਤਾ ਹੋਵੇ ਨਾ ਕਿ ਮੇਰੀ ਗੱਲ ਤੇ ਅਗਲੇ ਕੱਟ ਕੇ ਪਾ ਲੈਂਦੇ ਨੇ, ਉਹਦੀ ਗੱਲ ਸੋਚ ਸਮਝ ਕੇ ਕਰੇਗਾ। ਹੋ ਜਾਂਦਾ ਬਾਕੀ ਜਿਹੜੀ ਤੁਸੀਂ ਕਹਿੰਦੇ ਨਾ ਉਹ ਗਾੜੀ ਦਾ ਕੀ ਕਰਦਾ ਤਾਂ ਮੇਰੀ ਗਾੜੀ ਤਾਂ ਕਿੱਥੇ ਹੈ ਨਾ, ਮੈਨੂੰ ਇਸ ਚੀਜ਼ ਦਾ ਬੜਾ ਸਮਝ ਆਇਆ। ਮੈਂ ਚਾਹਨਾ ਉਸ ਬੰਦੇ ਦੀ ਖਿੱਚਾ ਤੋਂ जुटी अगले जुटी तैयार हो गई ਉਹਦੇ ਵਾਸਤੇ ਫਿਰ ਨਹੀਂ ਭਾਈ ਕਿਹੜਾ ਲੱਗਿਆ ਸੀ ਤੇ ਇਹ ਸੀ ਰਮੋਸੀ ਮੋਦੀ ਹੈ ਸ਼ੌਕੀ ਔਰਤ ਦਾ ਬੱਚਾ ਅਦੀ ਗੱਲ ਜਿਹੜੀ ਹੁੰਦੀਆਂ ਨੇ ਨਾ ਕਿ ਦੀ ਪਾਲੇ ਦੀ ਅੱਧੀ ਰਾਸਤੇ ਐਸ ਦੀ ਸ਼ੌਕ ਕਰੀ ਜਿਹੜੀ ਦੇ ਪਿਓ ਜੋ ਆਸੇ रात ला के बैठे हैं जिसमें सच्ची है ना एक्स भाई ਤੁਹਾਨੂੰ ਜ਼ਰੂਰਤ ਹੈ ਦੀ ਮੁਦਾਰਾਬਾਜ਼ੀ ਨਜ਼ਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਤੁਸੀਂ ਸੱਚੇ ਹੁੰਦੇ ਜੇ ਤੁਸੀਂ ਝੂਠ ਬੋਲਦੇ ਹੋ ਤੁਹਾਨੂੰ ਨਜ਼ਰ ਦਾ ਵੀ ਧਾਰਨਾ ਆਤਾ ਦਾ ਬਗੈਰ ਦੀ ਕਰਨੀ ਪੈਂਦੀ ਮਾਂ ਭੈਣ ਨਹੀਂ ਸੀ ਹੈ ਸਾਹਮਣੇ ਦੇ ਲੋਕਾਂ ਇਹ ਆਪਣੀ ਮਾਂ ਭੈਣ ਨਹੀਂ ਸਕੇਗਾ। बच्चा कि जाने बहुत रेल जी है वो सुखी निकल गई सुखी है बड़ा अच्छा किया और सारे कर नहीं पाते पूरा प्रोग्राम वही दिल 12 सफर 231 आई आज भी कितनी है उन्होंने इस बगैर तो बच्चे ने यह समझना कि ना गल होगी जे एक बंदा बगैर होवे बगैर कहना उस समय को खा है गाल होवे जे चीज ਤੁਹਾਡੀ ਨਾ ਪਾਈ ਜਾਂਦੀ ਹੋਵੇ ਤਾਂ ਤੁਹਾਨੂੰ ਉਹ ਕਹੀ ਜਾਵੇ ਤੇ ਜਿਹੜੀ ਚੀਜ਼ ਤੁਹਾਡੇ ਚ ਪਾਈ ਜਾਂਦੀ ਹੈ ਨਾ ਉਹਨੂੰ ਗਾਲ ਨਹੀਂ ਕਿਹਾ ਜਾਂਦਾ, ਉਹਨੂੰ ਹਕੀਕਤ ਕਿਹਾ ਜਾਂਦਾ। ਕੁਰਾਨ ਚ ਵੀ ਕਿਸੇ ਨੂੰ ਜ਼ਨੀਨ ਕਿਹਾ ਗਿਆ, ਉਹ ਕੌਣ ਕਿਸੇ ਨੂੰ ਤੁਸੀਂ ਜ਼ਨੀਨ ਗਾਲ ਹੈ ਲੇਕਿਨ ਉਹ ਜ਼ਨੀਨ ਸੀ बच्चों का कभी इलाज बना इनमें जो आपस आज सुबह भोग रहे सन बैठे ਬਾਬਰ ਭਾਈ ਜਦੋਂ ਤੁਸੀਂ ਕੋਈ ਵੀ ਰਿਕਾਰਡਿੰਗ ਸੁਣਾਉਂਦੇ ਹੋ ਨਾ ਤੁਹਾਡੇ ਮੋਬਾਈਲ ਵਿੱਚ ਕੋਈ ਐਸਾ ਮਸਲਾ ਹੈ ਕਿ ਗੂੰਜ ਕਾਫੀ ਆਉਂਦੀ ਨਾ, ਸਮਝ ਨਹੀਂ ਜ਼ਿਆਦਾ ਆ ਰਹੀ ਸੀ। ਖੁਲਾਸਾ ਸੁਣਾ ਦਿਓ ਆਪਣੇ ਲਫ਼ਜ਼ਾਂ 'ਚ।
ਉਹ ਮੀਆਂ ਫਿਗਰ 49 ਨੇ ਜੋ ਰਾਤੀ ਕੀਤਾ ਨਾ ਤੇ ਕਰਕੇ ਤੇ ਭੱਜ ਗਿਆ, ਉਹਦੇ ਬਾਰੇ ਗੱਲ ਕਰਦਾ ਪਿਆ ਸੀ। ਤੇ ਉਹ ਨਾਸਰ ਬੱਟ ਸਿਰਫ ਉਹਨੂੰ ਅਮਨ ਨਜ਼ੀਰ ਨੂੰ ਚੈਨ ਲੈਣ ਦਿੰਦਾ, ਉਹ ਹਰ ਵੇਲੇ ਅਮਨ ਨਜ਼ੀਰ ਦੀ ਗਾਲਾਂ ਕਰਦਾ ਰਹਿੰਦਾ, ਹੋਰ ਕੋਈ ਗੱਲ ਨਹੀਂ। ਕੱਢਣੀਆਂ ਚਾਹੀਦੀਆਂ ਗਾਲਾਂ ਉਹਨਾਂ ਨੂੰ, ਕਿਉਂ ਨਾ ਕੱਢਣ ਗਾਲਾਂ, ਜਿੱਥੋਂ ਟਕਾਈ ਹੁੰਦੀ ਹੈ ਵੇ ਉਹਨੂੰ ਗਾਲਾਂ ਹੀ ਕੱਢਣੀਆਂ, ਕੀ ਕਰਨਾ। ਐਸੇ ਵੀ ਧਿਆਨ ਨੇ ਨਾ ਜਿਹੜੇ ਖੁਦ ਨੂੰ ਅਜ਼ੀਮ ਮੁਜਾਹਿਦ ਖਤਮੇ ਨਬੂਵਤ ਕਹਿੰਦੇ ਨੇ, ਤੇ ਉਹਨਾਂ ਦਾ ਕਿਰੇ ਕਿਸੇ ਕਿਤਾਬ 'ਚ ਨਾ ਹੀ ਨਹੀਂ ਆਉਂਦਾ, ਕਿਰੇ ਕੋਈ ਗਾਲ ਉਹਨਾਂ ਨੂੰ ਕੱਢਦਾ ਹੀ ਨਹੀਂ। ਬਲਕਿ ਕੁਝ ਐਸੇ ਵੀ ਹੈ ਨੇ ਜਿਨ੍ਹਾਂ ਨੂੰ ਬੜੇ ਆਂਦੇ ਨੇ ਤੁਹਾਡੇ 'ਚੋਂ ਹੈ ਹੀ ਕਾਬਲ ਹੈ ਲੋਕ ਨੇ, ਜਿਨ੍ਹਾਂ ਨੂੰ ਬੜੇ ਪਿਆਰ ਨਾਲ ਤੇ ਮੁਹੱਬਤ ਦੀ ਨਿਗਾਹ ਨਾਲ, ਰਿਸਪੈਕਟ ਦੀ ਨਿਗਾਹ ਨਾਲ ਦੇਖਦੇ ਨੇ। ਅੱਜ ਇੱਕ ਵੀਡੀਓ ਮੈਂ ਸਵੇਰੇ ਵੇਖੀ, ਉਹ ਕਹਿੰਦਾ ਸੀ ਕਿ ਇਹਨਾਂ ਨੂੰ ਅਸੀਂ ਹਮੇਸ਼ਾ ਹੀ ਰਿਸਪੈਕਟ ਦਿੱਤੀ ਹੈ, ਇਹ ਹੈ ਨਹੀਂ ਤੁਹਾਡੇ 'ਚੋਂ ਕਾਬਲੇ ਤਰਾਮ ਇਹ ਨੇ, ਕਿਉਂਕਿ ਉਹ ਸਾਡੀ ਮਾਂ ਭੈਣ ਇੱਕ ਕਰਦੇ ਨੇ ਮੁਸਲਮਾਨ, ਉਹ ਐਸੇ ਮੁਸਲमान ਨੇ। आमिर भाई एक सिफारिश करनी है, वाटर ने रिश्ता देवन दी हाँ जड़ा ना कर दी है, ते हुण वो तुहानू जो कुछ भी आखे ना तुसा उसनू कोई जवाब नहीं देना। ते उस थल्ले तुसीं ना टैक्स मैसेजां विच ਜਿਹੜੇ ਥੱਲੇ ਟੈਕਸ ਮੈਸੇਜ ਨੇ ਉਹਨਾਂ 'ਚ ਆਪਣਾ ਰਿਸ਼ਤਾ ਲੈ ਦੇ ਲਓ, ਕਰ ਕੁਰ ਲਓ ਜਿਹੜੀ ਕਰਨੀ ਗੱਲ। नहीं उन्होंने बिल्कुल उन्होंने हाँ जड़ा ना कर दी थी टैक्स मैसेज, हाँ उन्होंने ਨਿਕਾਹ ਵੀ ਅਸੀਂ ਪੜਾ ਦਿਓ। ਨਿਕਾਹ ਫਿਰ ਤੁਸੀਂ ਇਨਸ਼ਾਅੱਲਾ ਤਾਲਾ ਇਹਦੀ ਪੂਰੀ ਫੈਮਿਲੀ ਨੂੰ ਜਿਹੜਾ ਨਾ ਮੁਸਲਮਾਨ ਕਰਕੇ ਤੇ ਨਿਕਾਹ ਆਮਿਰ ਭਾਈ ਤੁਸੀਂ ਇਨਸ਼ਾਅੱਲਾ ਤਾਲਾ ਪੜਾਉਣਾ ਹੈ। ਤੇ ਮੇਰਾ ਜਿਹੜਾ ਪਹਿਲੇ ਜਿਹੜਾ ਹੋਇਆ ਨਾ ਬੱਚਾ, ਉਹਨੂੰ ਮੈਂ ਜਿਹੜੀ ਨਾ ਗੁੜਤੀ ਤੁਹਾਡੀ ਜਿਹੜੀ ਹੈ ਨਾ ਪਵਾਣੀ ਤੇ ਆਪਣਾ ਵਾਟਰ ਸਾਹਿਬ ਰਾ ਨਾਨੂ ਬਣਵਾ ਸੀ, ਇਹ ਫਿਰ ਮੇਰੇ ਬੱਚੇ ਨੂੰ ਸਕੂਲ ਛੋੜਾ ਸੀ। ਇਹ ਤੇ ਗੱਲ ਬੱਚੇ ਵੀ ਹੁਣ ਤੇ ਟੁਰ ਗਈ। ਆਮਰ ਭਾਈ ਇੱਕ ਨਾ ਮੈਂ ਸੁਣਦਾ ਸੀ ਮੈਂ ਗੱਲ ਕਿ ਖਾਮੋਸ਼ੀ ਬੜੀ ਵੱਡੀ ਸਜ਼ਾ ਹੁੰਦੀ ਹੈ। ਖਾਮੋਸ਼ੀ ਜਿਹੜੀ ਹੈ ਨਾ ਬਹੁਤ ਵੱਡੀ ਸਜ਼ਾ ਹੁੰਦੀ। ਤੇ ਅੱਗੇ ਮਲਕ ਸਾਹਿਬ ਤੁਸੀਂ ਵੀ ਜ਼ਿਕਰ ਕਰ ਰਹੇ ਸੋ ਤੇ ਹੋਰ ਵੀ ਭਾਈ ਜ਼ਿਕਰ ਕਰ ਰਹੇ ਸਨ, ਉਹਨੂੰ ਡਿਸਕਸ ਜਿੰਨਾ ਕਰੋਗੇ ਨਾ ਉਹ ਓਨਾ ਹੀ ਚਾਂਬਲ ਕੇ ਆਏਗਾ। ਉਹਨੂੰ ਜਦੋਂ ਤੁਸੀਂ ਉਹਨੂੰ ਮਤਲਬ ਇਗਨੋਰ ਕਰੋਗੇ ਨਾ ਉਹ ਆਪਣੀ ਸਜ਼ਾ 'ਚ ਆਪ ਹੀ ਮਰੇਗਾ, ਕੁੜ ਕੇ ਮਰੇਗਾ। ਸੋ ਪਲੀਜ਼ ਮੇਰਾ ਨਹੀਂ ਖਿਆਲ ਕਿ ਉਹਨੂੰ ਡਿਸਕਸ ਕੀਤਾ ਜਾਏ। ਸੋ ਕਾਈਂਡਲੀ ਮਾਰਨ ਲੱਗਿਆ। ਸਿਰਫ ਮਸਲਾ ਇਹ ਵੇ ਕਿ ਜਿਹੜਾ ਗੰਦ ਆਲੇ ਦੁਆਲੇ ਲੋਕੀ ਵੇਖਦੇ ਨੇ, ਜਿਹੜਾ ਪੈਰਾਂ ਥੱਲੇ ਗੰਦ ਆਉਂਦਾ ਹੈ ਨਾ, ਲਾ ਮਹੱਲਾ ਬੰਦਾ ਮਜਬੂਰ ਹੋ ਜਾਂਦਾ ਨਾ ਉਹਨੂੰ ਕਹਿਣ ਤੇ ਵੀ ਯਾਰ ਇਹ ਪੈਰਾਂ ਥੱਲੇ ਸਾਡੇ ਗੰਦ ਪਿਆ ਆਉਂਦਾ, ਗੰਦ ਬੰਦਾ ਨਹੀਂ ਇੰਨਾ ਕੁ ਗੰਦ ਇਸ ਤੇਰੇ ਖਿਲਾਫ ਹੁੰਦਾ। आमिर भाई जेडे लोग बराडां दे उत्ते तुहाडा हुण अज मैं डिठा कि मुसलमानां ने तुहाडी फोटो लाई हुई है, उन्हां नूं फहम दा शौक है। हुण मैं सारे जो सादा जिहा बंदा, यानी कि तुहानूं आप नूं पता है मैं बहुत सादा, असीं ते कढ़ाई वाले आ ना, तू ते बहुत सादा है। मैनूं पता लग गया है कि आमिर नज़ीर भाई जैसा कोई भी काम नहीं कर रहा जड़ा ना तुसां कोल खत्म नबूवत दा, सारिਆਂ ਨੂੰ ਪਤਾ ਹੈ। सिर्फ वो अपना फैम ਲੈਣ ਵਾਸਤੇ ਮਿਹਰਬਾਨੀ ਕਰਕੇ ਨਾ ਮਿਹਰਬਾਨੀ ਕਰੀ ਆਮਰ ਭਾਈ ਦੀ ਜੇ ਤਾਰੀਫ ਕਰਨੀ ਹੈ ਤੇ ਨਾਲ ਜਾ ਭਾਈ ਦੀ ਲਾਜ਼ਮੀ ਕਰੇ। ਤੇ ਉਹ ਕੋਈ ਨਹੀਂ ਤੇ ਬਰੇਲਵੀ ਕੋਈ ਨਹੀਂ, ਤੂੰ ਖਿੱਚੀ ਪੱਟੀ ਜਾ। ਇਹ ਸਾਡੇ ਤੁਸੀਂ ਅੱਖੀ ਦਿਖਾ ਰਹੇ ਹੋ। ਮੈਂ ਕਹਿ ਰਿਹਾ ਜਿੰਨਾ ਪਿਆਰ ਮੈਂ ਆਮਿਰ ਭਾਈ ਨਾਲ ਕਰਦਾ ਉਤਨਾ ਹੀ ਜ਼ਿਆਦਾ ਰਸੂਲ ਨਾਲ ਕਰਦਾ। ਸਾਡੇ ਜਿਹੜਾ ਤੁਸੀਂ ਕਹੋ ਸੁਪਰ ਸਟਾਰ ਹੋ ਤੇ ਸਾਨੂੰ ਤੁਹਾਡੇ ਨਾਲ ਪਿਆਰ ਹੈ। ਕਿਉਂ ਕਿ ਅਸਾਂ ਅਲਹਮਦੁਲਿਲਾ ਸਾਡੇ ਦਿਲ ਦੇ ਵਿੱਚ ਕਦੂਰਤ ਕੋਈ ਨਹੀਂ ਹੈ ਨਾ ਸਾਨੂੰ ਕੋਈ। ਮੈਨੂੰ ਮੁੰਡਾ ਗਿਆ ਤੇ ਜੇ ਸੁਪਰ ਸਟਾਰ ਨੇ ਤੇ ਅੱਛਾ ਤੇ ਗੱਲ ਇੰਜੇ ਸਾਡੇ ਨਾ ਕੋਈ ਸਨ ਫੈਮਿਲੀ ਦੀ ਜਿਹੜਾ ਨਾ ਕੋਈ ਜ਼ਰੂਰਤ ਹੈ। ਅਸਾਂ ਤੁਹਾਡੀ ਸਪੋਰਟ ਚਾਹੁੰਦੇ ਹਾਂ ਔਰ ਅਲਹਮਦੁਲਿਲਾ ਅੱਲਾਹ ਤਾਲਾ ਤਾ ਜ਼ਿੰਦਗੀ ਜਿਹੜਾ ਨਾ ਸਾਨੂੰ ਤੁਹਾਡੇ ਨਾਲ ਹੀ ਰੱਖੇ। ਤੁਹਾਡੀ ਸਪੋਰਟ ਵਾਸਤੇ ਆਨੇ ਆ, ਤੁਹਾਡੇ ਨਾਲ ਆਨੇ ਆ। ਨਾ ਸਾਡੇ ਕੋਲ ਕੋਈ ਇਲਮ ਹੈ ਨਾ ਕੁਝ। उम्मीद है कि इंशाल्लाह अल्लाह ताला मेहरबानी करेगा ते ता देर ये सफर जब तक जिंदगी ये चलता रहेगा। ਉਹਦੀ ਵਜ੍ਹਾ ਹੈ ਕਿ ਜਿਹੜਾ ਬੰਦੇ ਦੇ ਦਿਲ ਵਿੱਚ ਆਪਣੀ ਕੋਈ
ਖੁੱਟਰ ਨਹੀਂ ਨਾ ਹੁੰਦਾ, ਉਹਨੂੰ ਉਹਦਾ ਅੰਦਰ ਧੋਤਿਆ ਧਾਤਿਆ ਉਹ ਨਜ਼ਰ ਹੀ ਆ ਜਾਂਦਾ ਹੈ। ਮੈਂ 2-3 ਵਾਰੀ ਮਲਕ ਇਮਰਾਨ ਨੂੰ 2-3 ਵਾਰੀ ਝਿੜਕਿਆ ਵੀ, ਇਹ ਜਾਇਜ਼ ਨਜਾਇਜ਼ ਲਫ਼ਜ਼ ਵੀ ਬੋਲੇ ਨੇ, ਇਹਨੇ ਨਹੀਂ ਬੁਰਾ ਮਨਾਇਆ। ਹੋਰ ਵੀ 2-3 ਸਾਥੀ ਐਸੇ ਹਨ ਨੇ ਜਿਨ੍ਹਾਂ ਮੈਨੂੰ ਆਪਣਾ ਵੱਡਾ ਭਰਾ ਸਮਝਿਆ, ਔਰ ਉਹਨਾਂ ਦੇ ਐਟੀਟਿਊਡ ਤੋਂ ਮੈਨੂੰ ਨਜ਼ਰ ਆਇਆ ਕਿ ਉਹਨਾਂ ਮੇਰਾ ਇਤਰਾਮ ਕੀਤਾ, ਮੈਂ ਉਹਨਾਂ ਨਾਲ ਸਖਤੀ ਕੀਤੀ, ਉਹਨਾਂ ਮੇਰਾ ਇਤਰਾਮ ਕੀਤਾ। ਇਹੋ ਜਿਹੇ ਬੰਦਿਆਂ ਨਾਲ ਕੰਮ ਚੱਲ ਜਾਂਦਾ ਹੈ। ਜਿਹੜੇ ਆਪਣੇ ਆਪ ਨੂੰ ਸਮਝਣ ਨਾ, ਉਹ ਸਾਡੀ ਤੇ ਉੱਥੇ ਲੱਖਾਂ ਦੀ ਫਾਲੋਇੰਗ, ਅਸੀਂ ਇਹਨੂੰ ਕੀ ਸਕਦੇ। ਉਹਨਾਂ ਨੇ ਭਾਈ ਸਾਡਾ ਟਾਈਮ ਨਹੀਂ, ਸ਼ਾਮ ਵੀ ਨਹੀਂ ਪੈਣ ਦਿੰਦੇ ਸੀ। ਮੇਰੀ ਮਾਂ ਦਾ ਬੱਚਾ ਜਿਹੜਾ ਇਹ ਮਲਕ ਇਮਰਾਨ ਆ, ਬੜਾ ਕੰਜਰੀ ਮਾਂ ਦਾ ਬੱਚਾ, ਤੂੰ ਇਹਨੂੰ ਕਿਉਂ ਸਮਝਾ? ਉਹ ਕੱਢ ਤੇ ਲੈਂਦੇ ਉਹਨੂੰ ਗਾਲਾਂ 2-4 ਗਾਲਾਂ ਤਾਂ ਕੱਢ ਰਹੇ ਤੇ ਆਮਿਰ ਭਾਈ ਤੁਸੀਂ ਸਾਡੇ ਹੀਰੋ, ਆ ਜਾਓ ਕਾਲ ਤੇ ਆ ਜਾਓ। ਅੱਛਾ ਨਹੀਂ ਆਮਿਰ ਭਾਈ, ਇੱਕ ਚੀਜ਼ ਚਲੋ ਜੇ ਗੱਲ ਚਿਕੜੀ ਪਈ ਹੈ ਨਾ, ਤੇ ਮੈਂ ਤੁਹਾਨੂੰ ਵੱਡਾ ਭਰਾ ਔਰ ਸਭ ਤੋਂ ਵੱਧ ਕੇ ਮੈਂ ਤੁਹਾਨੂੰ ਇੱਕ ਉਸਤਾਦ ਦੀ ਹੈਸੀਅਤ ਤੇ ਮੰਨਿਆ, ਔਰ ਇਨਸ਼ਾਅੱਲਾ ਤੁਸੀਂ ਕਦੀ ਵੀ ਨਹੀਂ ਵੇਖੋਗੇ ਕਿ ਨਜਫ ਅਬਾਸ ਤੁਹਾਡੇ ਅੱਗੇ, ਯਾਨੀ ਕਿ ਇੱਕ ਜਿਹੜੀ ਕੁਰਾਨ ਹਦੀਸ ਦੇ ਮੁਤਾਬਕ ਜੇ ਗੱਲ ਗਲਤ ਹੋਈ ਉੱਥੇ ਤੇ ਮੈਂ ਲਾਜ਼ਮੀ ਬੋਲਾਂਗਾ। ਅਗਰ ਜੇ ਦੁਨਿਆਵੀ ਲਿਹਾਜ਼ ਵਿੱਚ ਕੋਈ ਗੱਲ ਹੋਈ ਜੇ ਮੈਂ ਬੋਲ ਗਿਆ ਤੇ ਤੁਹਾਡੀ ਜੁੱਤੀ ਮੇਰਾ ਸਿਰ, ਤੁਸੀਂ ਬੇਸ਼ੱਕ ਮਾਰ ਸਕਦੇ, ਤੁਸੀਂ ਆ ਸਕਦੇ। ਪਤਾ ਗੱਲ ਕੀ ਹੁੰਦੀ, ਜਿਹੜੇ ਵੱਡੇ ਭਰਾ ਹੁੰਦੇ ਨੇ ਜਾਂ ਬਾਪ ਹੁੰਦੇ ਨੇ ਨਾ, ਉਹ ਵੀ ਬੰਦਾ ਹੀ ਹੁੰਦੇ ਨੇ, ਉਹਨਾਂ ਕੋਲ ਵੀ ਗਲਤੀ ਹੋ ਜਾਂਦੀ ਹੈ। ਨਹੀਂ ਕਿ ਬਈ ਉਹ ਗਲਤੀ ਨਹੀਂ ਕਰਦੇ, ਲੇਕਿਨ ਜਿਹੜਾ ਬੰਦਾ ਉਹਦੀ ਗਲਤੀ ਦੇ ਉੱਤੇ ਸਬਰ ਕਰ ਸਕਦਾ ਨਾ ਕਿ ਚੱਲ ਯਾਰ ਵੱਡਾ ਭਰਾ ਜੀ ਉਹਨੇ ਆਖ ਛੜਿਆ ਲਫ਼ਜ਼ ਤਾਂ ਕਿ ਅੱਲਾ ਉਹਨੂੰ ਫੜ ਲਾਂਦਾ ਐਸੀ ਗਾਲੀ ਨੂੰ। ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਅਕਲੇ ਕੋਲ ਅਸੀਂ ਜਿਹੜੀ ਗੱਲ ਕਹਿ ਦੇਣਾ ਜਾਂ ਮੈਂ ਜਿਹੜੀ ਗੱਲ ਕਹਿ ਦੇਣਾ ਉਹ ਫਾਈਨਲ ਅਥਾਰਟੀ। ਮੈਂ ਵੀ ਗਲਤੀਆਂ ਕਈ ਕੀਤੀਆਂ ਨੇ, ਇੱਥੇ ਤੁਹਾਡੇ ਸਾਹਮਣੇ ਕੀਤੀਆਂ, ਜਜ਼ਬਾਤ 'ਚ ਆ ਕੇ ਕਿਸੇ ਬੰਦੇ ਨੂੰ ਜਾਇਜ਼ ਨਜਾਇਜ਼ ਲਫ਼ਜ਼ ਬੋਲਦਾ ਹੈ। ਪਰਸੋਂ ਚੌਥ ਦੀ ਗੱਲ ਹੈ, ਅਬੂ ਬਕਰ ਭਾਈ ਨੇ ਕੋਈ ਆ ਕੇ ਸੁਣਾਈ ਗੱਲ, ਮੈਂ ਆਉਲ ਫੋਲ ਬੋਲ ਗਿਆ, ਉਹਦਾ ਜਨਾਬ ਉਹਨੇ ਵਾਹ ਬਣਾਇਆ ਗੱਲ ਦਾ, ਉਸਨੇ ਕਹਾ ਬੈਨ ਪੇਸ਼ ਕਰ ਦੀ। ਮੈਂ ਕਿਹਾ ਜੀ ਤੇ ਮੈਂ ਕਹੀ ਨਹੀਂ ਜਿੰਜ ਤੂੰ ਮਿਰਚ ਮਸਾਲਾ ਲਾਉਣ ਲੱਗੇ ਝੂਠੇ ਆਦਮੀ। ਤੇ ਇੰਝ ਹੋ ਜਾਂਦਾ ਹੈ ਜਜ਼ਬਾਤ ਵਿੱਚ, ਕੋਈ ਬੰਦਾ ਗੱਲ ਸੁਣਦਾ ਹੈ ਉਹਦੇ 'ਚ ਗਲਤ ਲਫ਼ਜ਼ ਅਸੀਂ ਵੀ ਬੋਲ ਸਕਦੇ ਹਾਂ, ਅਸੀਂ ਕੋਈ ਅਕਲੇ ਕੁੱਲ ਜਾਂ ਇਲਮੇ ਕੁੱਲ ਨਹੀਂ ਆ। ਜੇ ਤੁਸੀਂ ਸਬਰ ਕਰੋਗੇ, ਬਰਦਾਸ਼ਤ ਕਰੋਗੇ, ਤੇ ਅਸੀਂ ਵੀ ਤੁਹਾਡੀਆਂ ਗੱਲਾਂ ਬਰਦਾਸ਼ਤ ਕਰਾਂਗੇ ਕਿ ਅਸੀਂ ਚਲੋ ਨਿੱਕੇ ਭਰਾ ਨੇ। ਮੈਨੂੰ ਵੀ ਪਤਾ ਕਈ ਵਾਰੀ ਇਮਰਾਨ ਕਰਨ ਲੱਗਿਆ ਹੁੰਦਾ ਜਾਂ ਅਲੀ ਕਰਨ ਲੱਗਿਆ ਹੁੰਦਾ, ਅਲੀ ਇੰਨੀ ਫਾਉਲ ਕਰਦਾ ਹੈ ਤੇ ਮੈਂ ਚੁੱਪ ਕਰ ਜਾਂਦਾ, ਉਹ ਮਿੰਟ ਵੀ ਕਰਦਾ ਰਹਿੰਦਾ ਸੀ। ਹੁਣ ਪਿੱਛੇ ਵੀ ਮੈਂ ਉਹਨੂੰ ਦਬਕਾ ਮਾਰਿਆ ਤੇ ਹੁਣ ਮਹੀਨਾ ਡੇਢ ਹੋਇਆ, ਵੇਖ ਲਓ ਉਹਨੇ ਉਹ ਬਰਾੜ ਨਹੀਂ ਲੱਗਣ ਦਿੱਤੀ। ਮੈਂ ਉਹਨੂੰ ਆਖਿਆ 1 ਮਹੀਨਾ ਮੈਨੂੰ ਸਬੂਤ ਦੇ ਕਿ ਤੇਰੀ ਬਰਾੜ ਦੇ ਉੱਤੇ ਕੋਈ ਮੁਸਲਮਾਨ ਮੈਨੂੰ ਲੜਦਾ ਨਾ ਨਜ਼ਰ ਆ। ਮੈਨੂੰ ਕੋਈ ਨਹੀਂ ਦਿਲਚਸਪੀ ਨਾ ਸੱਚਾ ਕਿਹੜਾ ਝੂਠਾ ਕਿਹੜਾ, ਤੂੰ ਜਿਹੜੀ ਫਿਲਮ ਲਾਈ ਹੈ ਨਾ ਮੈਨੂੰ ਤੇਰੇ ਤੋਂ ਨਫ਼ਰਤ ਹੋ ਗਈ। ਉਹਨੇ ਮੇਰੇ ਨਾਲ ਵਾਅਦਾ ਕੀਤਾ, ਮੈਂ ਵੇਖਣ ਲੱਗੇ 2-3 ਹਫ਼ਤੇ ਹੋ ਗਏ ਨੇ ਇਸ ਗੱਲ ਨੂੰ, 3 ਹਫ਼ਤੇ ਤਕਰੀਬਨ ਜ਼ਰੂਰ ਹੋ ਗਏ ਨੇ। ਉਸ ਤੋਂ ਬਾਅਦ ਉਹਦੀ ਬਰਾੜ ਦੇ ਉੱਤੇ ਮੁਸਲਮਾਨਾਂ ਨੂੰ ਮੈਂ ਲੜਦਿਆਂ ਨਹੀਂ ਵੇਖਿਆ। ਸਹੀ ਮੈਂ ਕਹਿ ਰਿਹਾ ਅਬੂ ਬਕਰ ਭਾਈ ਕੀ ਗਲਤ ਕਹਿ ਰਿਹਾ? बिल्कुल सही फरमा रहे हो। बेसिकली लड़ाई की गल कर, लड़ाए ना, अगर ਉਹਦੇ ਕੋਲ ਕੋਈ ਆ ਕੇ ਐਸਾ ਬੰਦਾ ਬਹਿ ਜਾਂਦਾ ਹੈ, ਪਹਿਲੀ ਤਾਂ ਗੱਲ ਇਸ ਮਨਾ ਕੀਤਾ ਕਿ ਨਾ ਤਰ੍ਹਾਂ ਬੰਦਿਆਂ ਦਾ ਪੋਸਟਰ ਲਾ ਛੜਿਆ, ਇਹਨਾਂ ਬੰਦਿਆਂ ਨੂੰ ਪਿੱਛੇ ਹਟੋ। ਤੇ ਜੇ ਫਰਜ਼ ਕਰੋ ਆ ਗਿਆ ਕੋਈ ਉੱਥੇ ਬਹਿ ਕੇ ਉਹਨੇ ਲੜਾਏ ਤੇ ਨਹੀਂ, ਮੇਰੇ ਖਿਆਲ 'ਚ 3 ਹਫ਼ਤੇ ਤੋਂ ਮੈਂ ਵੇਖ ਰਿਹਾ ਵਾਂ। ਚਲੋ ਸਪਰੇ ਦੀਆਂ ਗਾਲਾਂ ਦੇ ਘਿਓ ਦੀਆਂ ਨਾਲ, ਸਪਰੇ ਨੂੰ ਕਿਹੜੀ ਕੋਝ ਮਾਤੇ ਉਹਦੀ ਗਾਲ ਦੀ ਕੋਈ ਅਹਿਮੀਅਤ ਹੈ? ਉਹ ਜਿਹੜੇ ਲੜਾਉਂਦਾ ਸੀ ਨਾ ਇਹਨਾਂ ਨੂੰ, ਸ਼ਾਰਪ ਸ਼ੂਟਰ ਨੂੰ ਕਦੇ ਕਿਸੇ ਨਾਲ ਲੜਾਉਣਾ ਸ਼ੁਰੂ ਕੀਤੇ ਆ, ਕਦੇ ਉਹਨੂੰ ਉਹਦੇ ਨਾਲ ਲੜਾਉਣਾ। ਇਹ ਆਪੂ ਜਾਕੋ ਮੈਨੂੰ ਇੱਕ ਦਿਨ ਬੜਾ ਗੁੱਸਾ ਲੱਗਾ, ਮੈਂ ਫੋਨ ਤੇ ਬੜੀ ਸਖਤੀ ਕੀਤੀ ਤੇ ਮੈਨੂੰ ਆਂਦਾ ਨਹੀਂ ਮੈਂ ਅੱਜ ਤੋਂ ਬਾਅਦ ਨਹੀਂ ਹੋਣ ਲਗਾ ਨਾ। ਮੈਂ ਕਿਹਾ ਮੈਂ ਵੇਖ ਲੈਣਾ 1 ਮਹੀਨਾ, ਮੈਨੂੰ ਮੈਂ ਤੈਨੂੰ ਵੇਖਾਂਗਾ, ਜੇ ਤੂੰ ਬਾਜ਼ ਆ ਗਿਆ ਤੇ ਫਿਰ ਮੈਂ ਤੇਰੇ ਨਾਲ ਅੱਗੇ ਵਾਲਾ ਰਵੱਈਆ ਅਖਤਿਆਰ ਕਰ ਲਾਂਗਾ, ਤੈਨੂੰ ਮੈਂ ਗੱਲਾਂ ਤੇਰੀਆਂ ਢਿੱਡ 'ਚ ਪਾ ਲਾਂਗਾ, ਲੇਕਿਨ ਆਪਣੀ ਸਲਾਹ ਕਰੋ। ਇਹ ਕਿਹੜਾ ਕੰਮ ਹੈ ਮੁਸਲਮਾਨਾਂ ਨਾਲ ਲੜਾਉਣਾ ਆਪਸ ਵਿੱਚ, ਲੋਕਾਂ ਮਤੇ ਗੈਰ ਮੁਸਲਮਾਨ ਮਤੇ ਤੁਸੀਂ ਫਿਲਮਾਂ ਬਣਵਾਉਣੀਆਂ ਤੇ ਤਮਾਸ਼ੇ ਲਵਾਉਣੇ ਨੇ। ਆਮਿਰ ਭਾਈ ਸੌਰੀ ਤੁਹਾਡੀ ਗੱਲ ਕੱਟ ਰਿਹਾ, ਅਗਲੇ ਦਿਨ ਸ਼ਾਇਦ ਭੱਟੀ ਦੀ ਬਰਾਤ ਤੇ ਭੈਣ ਭਰਾ ਬੈਠੇ ਹਨ ਜਿਹੜੇ ਦੋਨੋਂ ਉੱਥੇ, ਉਹਨਾਂ ਮਿਰਜ਼ਾਈਆਂ ਨੇ ਤੌਬਾ ਇਹਨਾਂ ਦੇ ਕੋਲ ਕਰਾਈ ਹੈ ਕਿ ਤੁਸੀਂ, ਬਲਕਿ ਮਿਰਜ਼ਾਈਆਂ ਨੇ ਨਹੀਂ, ਇਸ ਖੁਦ ਜਿਹੜਾ ਹੈ ਤੁਸੀਂ ਆਖੋ 60 ਸਾਲਾ, ਇਸਨੇ ਤੌਬਾ ਕਰਵਾਈ ਹੈ ਆਪਣੀ ਭੈਣ ਕੋਲੋਂ ਕਿ ਅੱਜ ਤੋਂ ਬਾਅਦ ਉਹ ਕੋਈ ਮਿਰਜ਼ੇ ਦਾ ਨਾਂ ਜਿਹੜਾ ਹੈ ਨਾ ਉਹ ਵੀ ਗਲਤ ਨਾ ਲੈ ਸੀ, ਔਰ ਉਹਨੂੰ ਕੋਈ ਬੁਰਾ ਭਲਾ ਨਾ ਜਿਹੜਾ ਨਾ ਕਹਿ ਸੀ।
ਇਹ ਉੱਥੇ ਫਿਰ ਵਾਅਦਾ ਕਰਕੇ ਆਈ ਹੈ ਇਸ ਦੀ ਭੈਣ ਕਿ ਮੈਂ ਮਿਰਜ਼ੇ ਦੇ ਖਿਲਾਫ ਕੋਈ ਐਸੀ ਗੱਲ ਨਹੀਂ ਕਰਨੀ। ਔਰ ਉਹ ਕਿਉਂਕਿ ਉਹ ਕਹਿ ਰਿਹਾ ਕੁਝ ਲੋਕ ਮੈਨੂੰ ਪਤਾ ਨਹੀਂ ਕਿਸੇ ਵੀਡੀਓ ਟੋਰੀ ਹੈ ਯਾਰ ਡੋਂਟ ਡਿਸਕਸ ਯਾਰ ਪਲੀਜ਼। ਨਾਸਰ ਬੱਟ ਦੀ ਵੀਡੀਓ ਟੋਰੀ ਹੈ ਤੇ ਉਹ ਪਿਆ ਕਹਿੰਦਾ ਸੀ ਇਹਦੇ ਤੇ ਤਬਾਰ ਨਾ ਕਰਿਓ, ਇਹਦੇ ਤੇ ਤਬਾਰ ਨਾ ਕਰਿਓ। ਮਸੀਹ ਮੌਦ ਨੂੰ ਗਾਲਾਂ ਪੈਣ ਲੱਗੀਆਂ ਸੀ, ਇੱਕ ਵਾਰੀ ਨਹੀਂ ਉਹਨੇ ਠੱਗੇ ਓ ਵਾਹ ਪ੍ਰਾਂਤ ਭਾਈ ਆਏ ਨੇ ਕੋਈ ਲੈ ਕੇ ਖਬਰ ਇਹਨਾਂ ਕੋਲ ਕਦੇ ਕਦੇ ਆਉਂਦੀ ਕੋਈ ਗੱਲ ਹੁੰਦੀ ਹੈ। ਨਹੀਂ ਅਮਰ ਭਾਈ ਫਿਲਹਾਲ ਕੋਈ ਨਹੀਂ, ਇਹ ਉਹਨੇ ਬਰਾਡ ਜੁਆਇਨ ਕੀਤੀ ਹੈ। ਚਲੋ ਮੁਬਾਰਕ ਹੋਵੇ, ਸ਼ੁਕਰ ਹੈ ਬੰਦਾ ਪਹਿਲੀ ਵਾਰੀ ਆਇਆ ਬਗੈਰ ਕਿਸੇ ਖਬਰ ਤੋਂ, ਬਗੈਰ ਕਿਸੇ ਗੱਲ ਤੋਂ। ਵਾਕਈ ਨਹੀਂ ਤਾਂ ਹਮੇਸ਼ਾ ਹੀ ਕੋਈ ਨਾ ਕੋਈ ਗੱਲ ਹੀ ਹੁੰਦੀ। ਨਹੀਂ ਅਮਰ ਭਾਈ ਇੱਕ ਛੋਟੀ ਜਿਹੀ ਰਜਬ ਭਾਈ ਲਈ ਦੇਖਿਆ ਰਜਬ ਭਾਈ ਜਦੋਂ ਗੱਲ ਚੱਲਦੀ ਹੁੰਦੀ ਹੈ ਨਾ ਤੇ ਵਿੱਚ ਬੰਦੇ ਜਿਹੜੇ ਖੋਲ ਲੈਂਦੇ ਨਾ ਫਟਾਫਟ ਮਾਈਕ, ਬਜਾਏ ਐਸੇ ਕਿ ਤੁਸੀਂ ਬੋਲ ਕੇ ਉਹਨਾਂ ਨੂੰ ਕਹੋ ਕਿ ਭਾਈ ਮਿਊਟ ਕਰ ਲੈ, ਗੱਲ ਪੂਰੀ ਹੋਣ ਦੇ, ਮਿਊਟ ਕਰ ਦਿਓ, ਉਹ ਸੌਖਾ ਹੱਲ ਆ। ਉਹ ਯਾਰ ਉਹ ਫਿਰ ਮਿਊਟ ਖੋਲ ਲੈਂਦੇ ਨੇ, ਬਾਅਦ ਚ ਲੜਾਈ ਬਣ ਜਾਂਦੀ। ਤਾਂ ਤੁਸੀਂ ਚਲੋ ਇਹੋ ਹੀ ਤੇ ਚੀਜ਼ਾਂ ਨੂੰ ਵੈਲਿਊਏਟ ਕਰੀਦਾ, ਜਿਹੜਾ ਆਪਣਾ ਹੈ ਉਹਨੂੰ ਤੇ ਨਹੀਂ ਨਾ ਕਰੀਦਾ, ਜਿਹੜਾ ਬਗਾਨਾ ਹੈ ਉਹਨੂੰ ਮਿਊਟ ਕਰੋ, ਜੇ ਮਿਊਟ ਕੋਲੋਂ ਥੱਲੇ ਸੁੱਟੋ। ਲੇਕਿਨ ਆਪਣੇ ਤੇ ਨਹੀਂ ਨਾ ਅਮਲ ਕਰੀਦਾ। ਜਿਹੜੇ ਆਪਣੇ ਭਰਾ ਨੇ, ਜਿਹੜੇ ਹਰ ਵੇਲੇ ਨਾਲ ਚੱਲਣ ਵਾਲੇ ਸਾਥੀ ਨੇ, ਉਹਨਾਂ ਨੂੰ ਤੇ ਤਰਲਾ ਹੀ ਕੀਤਾ ਜਾ ਸਕਦਾ ਨੇ, ਯਾਰ ਗੱਲ ਇਹਨੂੰ ਕਰ ਲੈਣ ਦਿਓ, ਫਲਾਣਿਆਂ ਉਹਨੂੰ ਬੋਲ ਲੈਣ ਦਿਓ। ਲੇਕਿਨ ਜਿਹੜਾ ਬਗਾਨਾ ਹੈ ਉਹ ਕਰੇ ਤੇ ਉਹਨੂੰ ਚੁੱਪ ਕਰਕੇ ਕੜਿਚ ਕਰੋ। ਓਕੇ ਹੋ ਗਿਆ ਜੀ। ਮੈਂ ਆਪਣੇ ਪੱਲੇ ਬੰਨ ਲਈ ਨਸੀਹਤ ਤੁਹਾਡੀ ਇਮਰਾਨ ਭਾਈ। ਹੋਰ ਕੋਈ ਹੁਕਮ? ਅੱਛਾ ਆਮਿਰ ਭਾਈ, ਉਹ ਹੋਰ ਵੀ ਕੁਝ ਆਪਣੇ ਭਰਾ ਨੇ ਮੁਸਲਮਾਨ, ਤੇ ਉਹ ਵੀ ਅਲਹਮਦੁਲਿਲਾ ਮਤਲਬ ਉਹ ਤੁਹਾਡੇ ਵੀਰ ਨੇ, ਤੁਹਾਡੇ ਨਾਲ ਮੁਹੱਬਤ ਕਰਦੇ ਨੇ। ਅਗਰ ਕਿਸੇ ਵਜ੍ਹਾ ਤੋਂ ਕੋਈ ਇਖਤਲਾਫ ਉਹਨਾਂ ਨੇ ਰੱਖਿਆ ਹੈ ਤੇ ਉਹਨਾਂ ਦਾ ਵੀ ਦਿਲ ਸਾਫ਼ ਹੈ, ਬਲਕਿ ਈਵਨ ਉਹਨਾਂ ਨੇ ਕਿਹਾ ਵੀ ਹੈ ਕਿ ਆਮਿਰ ਭਾਈ ਦੇ ਨਾਲ ਮਤਲਬ ਅਸੀਂ ਸਾਡੇ ਮੁਹੱਬਤ ਪਿਆਰ ਦਾ ਰਿਸ਼ਤਾ ਉਹੀ ਹੈ, ਤੇ ਆਮਿਰ ਭਾਈ ਨਾਲ ਵੀ ਗੁਜ਼ਾਰਿਸ਼ ਹੈ ਕਿ ਤੁਸੀਂ ਵੀ ਆਪਣਾ ਜਿਹੜਾ ਨਾ ਉਹ ਸਾਡੇ ਵੱਲੋਂ ਦਿਲ ਸਾਫ਼ ਰੱਖੋ, ਤੇ ਇਨਸ਼ਾਅੱਲਾ ਨਾ ਉਹਨਾਂ ਵੱਲੋਂ ਕੋਈ ਗੱਲ ਹੋਏਗੀ ਅੱਜ ਤੋਂ ਬਾਅਦ। ਹੁਣ ਤੁਸੀਂ ਕਿਹੜੇ ਸਟੇਸ਼ਨ ਤੋਂ ਬੋਲ ਰਹੇ ਹੋ, ਕਿਹੜੇ ਮੈਂ ਤੁਹਾਨੂੰ ਸਕਰੀਨਸ਼ਾਟ ਕਰ ਲੈਣਾ, ਤੁਹਾਡੇ ਤੱਕ ਪਹੁੰਚ ਗਏ ਨੇ, ਸਕਰੀਨਸ਼ਾਟ ਪਹੁੰਚ ਗਏ ਨੇ, ਮੈਂ ਭੇਜੇ ਨੇ ਯੂਸੀ ਭਾਈ। ਚਲੋ ਮੇਰਾ ਕਿਸੇ ਦੇ ਬਾਰੇ ਵੀ ਐ ਨਹੀਂ ਦਿਲ, ਮੈਨੂੰ ਜ਼ਿਆਦਾ ਤਕਲੀਫ ਹੈ ਨਾ ਲੋਕਾਂ ਨੇ ਵੱਲਾ ਪਿਛਲੇ ਚੰਦ ਇੱਕ ਮਹੀਨਿਆਂ ਚ ਇੰਨੀ ਹੋਈ ਹੈ ਕਿ ਯਾਰ ਇਹਨਾਂ ਨੇ ਕੁੱਤਖਾਨਾ ਪਾਇਆ, ਬਦਨਾਮ ਕਰਨਾ ਸਾਨੂੰ ਸ਼ੁਰੂ ਕੀਤੇ। ਅੱਛਾ ਆਪਸ ਵੀ ਲੜਦੇ ਨੇ ਤੇ ਨਾਲ ਸਾਨੂੰ ਵੀ ਗਾਲਾਂ ਕੱਢਦੇ ਨੇ, ਆਪਸ ਵੀ ਨਹੀਂ ਇਹਨਾਂ ਦੀ ਕਿਸੇ ਨਾਲ ਮਤਲਬ ਹੈ, ਇਹ ਉਹਦੇ ਨਾਲ ਲੜਨ ਲੱਗਿਆ, ਉਹ ਇਹਦੇ ਨਾਲ ਲੜਨ ਲੱਗਿਆ, ਤੇ ਨਾਲ ਸਾਨੂੰ ਵੀ ਗਾਲਾਂ ਕੱਢੀ ਜਾਂਦੇ ਨੇ। ਨਹੀਂ ਇਹ ਜਿਹੜਾ ਤੁਹਾਡਾ ਪੋਜ਼ਿਟਿਵ ਵੇ ਚ ਜਿਹੜਾ ਮੈਸੇਜ ਗਿਆ ਸੀ ਨਾ ਅਮਰ ਭਾਈ, ਕਿ ਤੇ ਨਾਜ਼ਲਾ ਉਹਨਾਂ ਵਾਸਤੇ, ਉਹ ਜਿਹੜੇ ਬਹਿਰੇ ਮਾਉਨਾ ਵਾਲੇ ਜਿਨ੍ਹਾਂ ਨੇ ਸਾਹਬਾ ਨੂੰ ਕਤਲ ਕੀਤਾ ਸੀ। ਫਿਰ ਵੀ ਇਹ ਤੇ ਤੋਬਾ ਦੇ ਰਸਤੇ ਖੁੱਲੇ ਹੁੰਦੇ ਨੇ ਨਾ। ਅਗਰ ਕੋਈ ਇਸਲਾਹ ਕਰ ਲਵੇ ਜਾਂ ਕਿਸੇ ਨੂੰ ਰਿਅਲਾਈਜ਼ ਹੋ ਜਾਏ ਤੇ ਦਰਗੁਜ਼ਰ ਮੇਰੇ ਖਿਆਲ ਹੈ ਅਮਰ ਭਾਈ ਨੇ ਉਹਨੇ ਆਪੇ ਵੀ ਕਿਹਾ ਕਿ ਉਹ ਚੈਨਲ ਇੱਕੋ ਹੀ ਉਹੀ ਚੈਨਲ ਚੱਲਦਾ ਪਿਆ ਨਾ, ਉਹੀ ਚੈਨਲ ਹੈ। ਅਸੀਂ ਆਪਣੀ ਗੱਲ ਕਰਨੇ ਪਏ ਹਾਂ, ਬਾਕੀਆਂ ਨੂੰ ਛੱਡੋ। ਚਲੋ ਲੈ ਉਹ ਮੈਂ ਜਿਹੜੀ ਸੁਣੀ ਹੈ ਨਾ, ਉਹ ਤੇ ਧਮਕੀਆਂ ਮੈਂ ਤੇ ਕਿਸੇ ਬੰਦੇ ਦੀਆਂ ਸੁਣੀਆਂ ਨੇ, ਉਹ ਪਤਾ ਨਹੀਂ ਪੁਲਿਸ ਨੂੰ ਵੀ ਪਤਾ ਨਹੀਂ ਰਿਪੋਰਟ ਕਰਨਾ ਕਿ ਇੰਟਰਨੈਸ਼ਨਲ ਜਿਹੜੀ ਕੋਰਟ ਜਿਹੜੀ ਇੰਟਰਨੈਸ਼ਨਲ ਕੋਰਟ ਉਹਨੂੰ ਅਪਲਾਈ ਕਰਨ ਲੱਗਾ ਸੀ ਕਿ ਇੱਕ ਮੁਸਲਮਾਨ ਦੂਜੇ ਮੁਸਲਮਾਨ ਦੇ ਬਾਰੇ, ਜਾਂ ਉਹ ਜਿਹੜੀ ਨਹੀਂ ਹੁੰਦੀ ਪੁਲਿਸ, ਉਹ ਕੀ ਉਹਨੂੰ ਕਹਿੰਦੇ ਤੁਸੀਂ, ਰੈੱਡ ਵਾਰੰਟ ਜਿਹੜੇ ਜਾਰੀ ਹੁੰਦੇ ਨੇ, ਇੰਟਰਪੋਲ ਨੂੰ ਮਰਵਾ ਲਿਓ। ਆਉਜ਼ ਬਿੱਲਾਹ ਮਿਨਸ਼ ਸ਼ੈਤਾਨ। ਠੀਕ ਠਾਕ ਤੋਂ ਉੱਠ ਕੇ ਤੇ ਇੰਟਰਪੋਲ ਤੱਕ ਜਾਂਦੇ ਨੇ ਪਏ, ਤੇ ਬੈਨ ਅਲ-ਅਕਵਾਮੀ ਅਦਾਲਤ ਤੱਕ ਜਾਂਦੇ ਨੇ ਪਏ।
ਅੱਛਾ ਅਮਰ ਭਾਈ ਆਮਿਰ ਭਾਈ, ਉਹ ਸ਼ਬੀਰ ਗੱਲਾਂ ਹੀ ਲੋਕਾਂ ਨੇ ਯਾਦ ਕੀਤੀਆਂ ਹੁੰਦੀਆਂ ਬਹਿ ਕੇ ਨਾ, ਉਹ ਮੈਂ ਫਲਾਣੀ ਜਗੀਰ ਦਾ ਜਗੀਰਦਾਰ ਹਾਂ, ਉਹ ਮੈਂ ਹੇਠਲੀ ਉਤੋਂ ਥੱਲੇ ਕਰ ਦਿਆਂਗਾ, ਮੈਂ ਇਹ ਕਰ ਦਿਆਂ, ਉਹ ਸਾਰੀਆਂ ਗੱਲਾਂ ਯਾਦ ਕੀਤੀਆਂ ਕਿਉਂਕਿ ਇਹ ਪੁਰਾਣੇ ਦੌਰ ਦੇ ਲੋਕ ਜਿਹਨੇ ਇਹਨਾਂ ਨੇ ਸੁਲਤਾਨ ਰਈ ਦੀਆਂ ਫਿਲਮਾਂ ਬਹੁਤ ਜ਼ਿਆਦਾ ਵੇਖੀਆਂ ਨੇ, ਉਹ ਡਾਇਲੌਗ ਉਹਨਾਂ ਨੂੰ ਯਾਦ ਨੇ, ਤੇ ਉਹ ਡਾਇਲੌਗ ਜਿਹੜੇ ਨਾ ਉਹ ਫਿਰ ਉਹ ਕਿਤੇ ਨਾ ਕਿਤੇ ਤੇ ਇਹਨਾਂ ਨੇ ਆਪਣਾ ਉਹ ਸੁਣਾਣੇ ਨੇ ਨਾ, ਇੱਥੇ ਆ ਕੇ ਸੁਣਾ ਦੋ। ਸੁਲਤਾਨ ਆਈ ਤੇ ਡਾਇਲੌਗ ਟਿਕ ਟਾਕ ਤਾਂ ਵਰਤੇ ਨਹੀਂ ਜਾ ਕੇ ਇੱਥੇ ਨੇ ਜ਼ਬਾਨੀ ਯਾਦ ਹੋਏ ਨੇ ਅਗਲਿਆਂ ਨੂੰ, ਹੋਰ ਤਾਂ ਕੋਈ ਸ਼ੈ ਨਹੀਂ ਯਾਦ ਹੋਈ, ਇਹ ਜ਼ਬਾਨੀ ਯਾਦ ਨੇ, ਤੇ ਉਹ ਫਿਰ ਆ ਕੇ ਇੱਥੇ ਸੁਣਾਉਂਦੇ ਨੇ। ਐਵੇਂ ਬੰਦਾ ਕਿੱਲਣ ਦੀ ਲੋੜ ਕੀ ਹੈ ਬਈ, ਤੁਸੀਂ ਉੱਥੇ ਬਹਿ ਕੇ ਕਿੱਲਣ ਲੱਗੋ, ਉਹ ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ, ਉਹ ਮੈਂ ਇਹ ਤੇ ਮੈਂ ਉਹ। ਲੈ ਗੱਲ ਇਹ ਵੇ ਜਿੰਨਾ ਸਹੀਆਂ ਕਰਨਾ ਹੁੰਦਾ ਨਾ ਕੰਮ ਪਾ ਕੇ, ਫਿਰ ਬਾਅਦ ਚ ਦੱਸਦੇ ਨੇ ਕਿ ਇਹ ਜਿਹੜਾ ਕੰਮ ਪਿਆ ਨਾ ਮੈਂ ਪਾਇਆ। ਐਵੇਂ ਇੱਥੇ ਕਿੱਲਣ ਦੀ ਜ਼ਰੂਰਤ ਕੀ ਹੈ? ਕਿਸੇ ਨੂੰ ਕੀ ਭਾਰ ਪੈਂਦਾ, ਕਿਸੇ ਨੂੰ ਕੀ ਫਰਕ ਪੈਂਦਾ, ਸ਼ੇਰ ਨੂੰ ਸਵਾ ਸ਼ੇਰ ਇੱਥੇ। ਤੁਸੀਂ ਪਾਕਿਸਤਾਨੀ ਅਗਰ ਆਪਣੇ ਆਪ ਨੂੰ ਕਹਾਉਂਦੇ ਹੋ ਤੇ ਦੂਸਰੇ ਕਿਹੜੇ ਲੰਡੀ ਕੋਤਲ ਤੋਂ ਉੱਠ ਕੇ ਆਏ ਨੇ, ਉਹਨਾਂ ਨੂੰ ਨਹੀਂ ਕੋਈ ਗੱਲ ਕਰਨੀ ਆਉਂਦੀ। ਤੇ ਇੱਥੇ ਜਿਹੜੇ ਡਾਇਲੌਗ ਨੇ ਨਾ ਨਜੋ ਬਾਈ, ਇਹ ਤਾਂ ਸਾਰੇ ਐਵੇਂ ਜੇ ਉਹ ਡਾਇਲੌਗ ਮਾਰਦਾ ਵੀ ਉਹੀ ਹੈ ਜਿਹੜਾ ਲੱਲੀ ਨਾਂਗਾ ਹੋਵੇ ਨਾ, ਹਮੇਸ਼ਾ ਯਾਦ ਰੱਖਣਾ। ਇਹ ਤੁਹਾਨੂੰ ਬੜੇ ਇੱਥੇ ਲੱਲੀ ਨਾਂਗੇ ਲੱਭਣਗੇ, ਉਹਨਾਂ ਦੇ ਡਾਇਲੌਗ ਹੈ। ਮਿਰਜ਼ਈਆਂ ਦੇ ਸੁਣਦੇ ਨਹੀਂ ਤੁਸੀਂ? ਇਹ ਜਿੰਨੇ ਮਿਰਜ਼ਈ ਨੇ ਇਹ ਸਾਰੇ ਲੱਲੀ ਨਾਂਗੇ ਨੇ, ਐਵੇਂ ਸਾਰੇ ਮਤਲਬ ਸੜਕ ਛਾਪ ਵਿਚਾਰੇ, ਡੰਕੀਆਂ ਮਾਰ, ਕੋਈ ਕਿਸੇ ਕੋ ਪੈਸੇ ਖੋ, ਕੋਈ ਕਿਸੇ ਨੂੰ ਕੁਛ ਕਰ ਕਰਾ ਕਰੂ ਕੇ ਆਪਣੇ ਪਿਓ ਨੂੰ ਕਤਲ ਕਰਕੇ ਮਾਂ ਕਿਸੇ ਔਰਤ ਨਾਲ ਨੱਸ ਗਈ ਤੇ ਇੱਥੇ ਆ ਕੇ ਸਾਲਮ ਪਾਰ ਦਿੱਤਾ, ਬਾਅਦ ਚੋਂ ਕਿਹਾ ਜੀ ਕਿ ਮੈਂ ਫਲਾਣੇ ਬਸਰੇ ਦਾ ਪੁੱਤਰ ਹਾਂ, ਤੇ ਇੱਥੇ ਆ ਕੇ ਬੜੇ ਲੱਲੀ ਲਾਂਗੇ ਬਣੇ ਨੇ। ਤੇ ਇਹਨਾਂ ਨੂੰ ਤੁਸੀਂ ਛੱਡੋ, ਤੜੀਆਂ ਤੁੜੀਆਂ ਕਿਸੇ ਦੀਆਂ ਕੋਈ ਨਹੀਂ ਇੱਥੇ ਸੁਣਦਾ। ਤੇ ਜਿਹੜਾ ਕੰਮ ਹੈ ਅਲਹਮਦੁਲਿਲਾ ਸਾਡਾ, ਉਹ ਕੰਮ ਬੋਲਦਾ ਬੰਦੇ ਦਾ ਕੰਮ ਬੋਲਦਾ ਹੈ। ਥਾਂ ਥਾਂ ਤੇ ਗਾਲਾਂ ਪਈਆਂ ਪੈਂਦੀਆਂ ਨਾ, ਉਹ ਕਹਿੰਦਾ ਨਹੀਂ ਕਿ ਪਤਾ ਲੱਗਦਾ ਪਿਆ ਕਿ ਥਾਣੇਦਾਰ ਕੋਈ ਆ ਗਿਆ। ਤੇ ਇਸ ਵਾਸਤੇ ਤੇ ਤਮਗੇ ਨੇ ਬਕੋਲ ਅੰਬਰ ਭਾਈ ਦੇ, ਜਿਹੜਾ ਬੰਦਾ ਤੁਹਾਨੂੰ ਗਾਲ ਕੱਢਦਾ ਹੋਵੇ ਸਮਝੋ ਤੁਸੀਂ ਸਹੀ ਰਸਤੇ ਤੇ ਜਾ ਰਹੇ ਹੋ, ਤੁਸੀਂ ਬਿਹਤਰੀਨ ਰਸਤੇ ਤੇ ਜਾ ਰਹੇ ਹੋ। ਫਿਕਰ ਉਦੋਂ ਹੋਣੀ ਹੈ ਜਦੋਂ ਤੁਹਾਨੂੰ ਕਹਿਣ ਕਿ नहीं आप तो हमारे भाई हैं, हमें आपसे तो कोई इख्तलाफ नहीं है, आप तो बहुत अच्छे हैं, क्योंकि मुसलमान भी आपके साथ बहुत बुरा करते हैं, देखें आप हमारे पास बैठे हैं। उत्थे बह के किल के ਜਿਹੜਾ ਬੰਦਾ ਕਵੇ ਨਾ ਉਹ ਮੈਂ ਫਲਾਣੀ ਜਗੀਰ ਦਾ ਜਗੀਰਦਾਰ ਹਾਂ, ਉਹ ਮੈਂ ਸਲਤਨਤ ਲਿਖ ਦਿਆਂਗਾ ਮੈਂ ਫਲਾਣੇ ਬੰਦੇ ਨੂੰ, ਤੇ ਉਹ ਸਮਝੋ ਉਹਦੇ ਵਿੱਚ ਕੋਈ ਵੈਲ ਹੈ ਆਵੇ। ਤੇ ਜਿਹੜਾ ਉੱਥੋਂ ਮਾਂ ਭੈਣ ਦੀਆਂ ਗਾਲਾਂ ਖਾ ਕੇ ਤੇ ਫੌਰਨ ਬਗੈਰ ਗੱਲ ਕੀਤੇ ਮਿਊਟ ਹੋ ਕੇ ਆ ਜਾਵੇ ਨਾ, ਤੇ ਉਹਨੂੰ ਕੋਲ ਵੀ ਇਹ ਇਨਸਾਨ ਦਾ ਬੱਚਾ ਹੈ, ਇਹ ਸਿੱਧੀ ਰਾਹ ਤੇ, ਇਹ ਸਿੱਧੀ ਰਾਹ ਤੇ ਚੱਲਦਾ ਪਿਆ। ਬਸ ਫਿਰ ਤੁਸੀਂ ਸਿੱਧੀ ਰਾਹ ਫੜ ਲਿੱਤੀ ਹੈ ਨਾ। तुसा आमिर नज़ीर दी बरात ते बहना है ना, ते तुहान मिर्ज़ाई दी गल करनी है ते मुसलमानां ही करनी है। मैं हिक्को वेंदा वंजा ना इस बरात दे थल्ले के ना जेड़ा है ना बट सारे तो शुरू होवे सन, सारे गालियां कट से। ਉਹ ਹੁਣ ਵਾਰੀ ਸਾਰੇ ਦੱਸੀ ਜੋ ਨਾ ਆਪਣਾ ਕਿ ਮੈਂ ਜਦੋਂ ਜਾਣਾ ਵਾ ਨਾ ਤੇ ਮੈਨੂੰ ਗਾਲਾਂ ਪੈਂਦੀਆਂ ਨੇ, ਫਿਰ ਦੂਸਰਾ ਬੰਦਾ ਮਾਈਕ ਵੱਟ ਕੇ ਨਹੀਂ ਜਦੋਂ ਮੈਂ ਜਾਣਾ ਵਾ ਨਾ ਉਦੋਂ ਮੈਂ ਬਲਾਕ ਹੁੰਨਾ ਵਾ। ਇਹ ਵੀ ਗੱਲਾਂ ਨਹੀਂ ਕਰਨ ਵਾਲੀਆਂ ਕਿ ਵੀ ਮੈਂ ਜਦੋਂ ਜਾਣਾ ਵਾ ਨਾ ਉਦੋਂ ਬਹੁਤ ਜ਼ਿਆਦਾ ਕੰਮ ਪੈਂਦਾ, ਮੇਰੇ ਨਾਲ ਇੰਝ ਹੁੰਦਾ, ਮੇਰੇ ਨਾਲ ਉਂਝ ਹੁੰਦਾ, ਸਾਰੇ ਇੱਕ ਤੋਂ ਇੱਕ ਵੱਧ ਨੇ ਸਾਰੇ। ਮੈਂ ਕਹਿੰਦਾ ਗੱਲ ਭਾਵੇਂ ਉਂਝ ਹੋਵੇ ਭਾਵੇਂ ਇੰਝ ਹੋਵੇ, ਹਾਂ ਨਹੀਂ ਕੋਈ ਮੈਸੇਜ ਲਿਖੋ, ਸਿਰਫ ਉਹ ਤੁਹਾਡੀ ਆਈਡੀ ਵੇਖ ਲਵੇਂ ਤੇ ਫਿਰ ਸ਼ਨਾਖਤ ਉਹਨਾਂ ਨੂੰ ਹੈ ਨਾ, ਸ਼ਨਾਖਤ ਉਹਨਾਂ ਨੂੰ ਹੈ ਨਾ, ਮਲਕ ਕੁਰਾਨ ਦੀ, ਨਜਫ ਦੀ, ਮਲਕ ਕੈਸੇ ਸਾਰੇ ਸ਼ਨਾਖਤ ਉਹਨਾਂ ਨੂੰ। ਡੀਸੀ ਮੈਂ ਕੱਲ ਗਿਆ ਸਾਂ, ਡੀਸੀ ਉੱਥੇ ਲਿੰਕਨ ਮੈਮੋਰੀਅਲ ਉੱਤੇ ਵੱਡੇ ਉਹਨਾਂ ਨੇ ਇਸ਼ਤਿਹਾਰ ਮਿਰਜ਼ਈਆਂ ਨੂੰ ਲਵਾਏ ਸੀ ਮਲਿਕ ਇਮਰਾਨ ਦੇ ਖਿਲਾਫ। ਮਲਿਕ ਇਮਰਾਨ ਦੀ ਕੀ ਬਾਤ ਹੈ? ਨਹੀਂ ਅਸਲ ਚੀਜ਼ ਹੈ, ਅਸਲ ਤੁਸੀਂ ਇਹਨਾਂ ਨੂੰ ਇਹ ਦੱਸੋ ਕਿ ਜੇ ਤੇ ਵੇਖ ਕੇ ਗਾਲਾਂ ਕੱਢਣ ਨਾ ਤੇ ਇਹਦਾ ਮਤਲਬ ਤੁਹਾਨੂੰ ਉਹ ਪਛਾਣਦੇ ਨੇ, ਜਾਣਦੇ ਨੇ, ਤੇ ਜੇ ਬਗੈਰ ਵੇਖਿਓ ਗਾਲ ਕੱਢਣ ਤੇ ਸਮਝੋ ਤੁਹਾਡਾ ਕੰਮ ਬੋਲ, ਫਿਰ ਸਮਝੋ ਸਹੀ ਕੰਮ ਬੋਲ। ਜੇ ਕੱਲਿਆਂ ਬਹਿ ਕੇ ਸਮਾਨ ਨਾਲ ਮੂੰਹ ਕਰਕੇ ਨਾ, ਸਮਾਨ ਨਾਲ ਮੂੰਹ ਕਰਕੇ ਬਦਦੁਆਵਾਂ ਦੇਣ ਆਪਣੀਆਂ ਬਰਾਡਾਂ ਤੇ ਕੱਲਿਆਂ ਬਹਿ ਕੇ, ਸਮਝੋ ਹੁਣ ਟੀਕਾ ਸਹੀ ਲੱਗਿਆ ਤੁਹਾਡੇ ਹੱਥੋਂ ਉਹਨਾਂ ਨੂੰ। ਬਾਕੀ ਅੱਛਾ ਅਮਰ ਭਾਈ ਇੱਕ ਮਿੰਟ ਸੁਲਤਾਨ ਰਾਜ ਦੇ ਡਾਇਲਾਗ ਤੋਂ ਮੈਂ ਡਾਇਲਾਗ ਕੱਢਿਆ ਤੇ ਉਹ ਮੈਂ ਸੁਣਾਣਾ ਤੁਹਾਨੂੰ। ਇਹ ਮੋਲਾ ਜੱਟ ਫਿਲਮ ਦਾ ਡਾਇਲਾਗ ਹੈ ਤੇ ਸੁਣਨਾ ਜ਼ਰਾ ਇੱਕ। अपना पासा चुके
बस वजन नु मोटा कदे नहीं देगा सोनिया पांडी ਕਹਿੰਦਾ ਸੋਹਣਿਆ ਪਾਂਡੀ ਏ ਜੀ ਭਾਈ ਮੇਰੇ ਕੰਨ ਲੱਗੇ ਤੁਹਾਡੇ ਵਾਲੇ ਮੇਰਾ ਦਿਲ ਵੀ ਤੁਹਾਡੇ ਨਾਲ ਲੱਗਾ ਕੰਨ ਵੀ ਤੁਹਾਡੇ ਨਾਲ ਹੀ जी मैं समझ गया ਤੁਹਾਡਾ ਤਾਂ ਨਾ ਸਿਰ ਮਟ ਨਾ ਲੈਂਦਾ ਨਾ ਖੱਬਾ ਸੱਜਾ ਤੇ ਸਾਨ ਤਾਂ ਅਲੀ ਤੇ ਮੈਨਸ ਬਾਂਦਰ ਦੇ ਥੱਲੇ ਲਟਕਾਏ ਹੋਏ ਆਈ ਉਤਾਂ ਹੀ ਬਾਏ ਹੋਏ ਆਈ ਇੱਕ ਦਿਨ ਸਾਡੇ ਫੋਟੋ ਲਾ ਕੇ ਨਜ਼ੀਰ ਬਲਾਲ ਸਾਹਿਬ ਆਏ ਨੇ ਤੇ ਮੈਂ ਹੈਰਾਨ ਆ ਯਾਰ 1122 ਕੋਲ ਡਰ ਗਏ ਉਹਨਾਂ ਆਪਣੇ ਵਸੀਏ ਮੋਦੀ ਤਕਲੀਫ ਨਹੀਂ ਪਹੁੰਚਾਣੀ ਨਜ਼ੀਰ ਬਲਾਲ ਸਾਹਿਬ ਨਜ਼ੀਰ ਬਲਾਲ ਸਾਹਿਬ ਡਰ ਗਏ ਨੇ ਮੈਨੂੰ ਜਿੱਥੇ ਤੱਕ ਲੱਗਦਾ ਵੀ ਨਹੀਂ ਕਰਨਗੇ ਤਬਲੀਗ ਆ ਕੇ ਕਰਨਗੇ ਤੁਸੀਂ ਆਪਣਾ ਟਾਕੀ ਮਾਰ ਲਓ ਰਾਤੀ ਮੈਨੂੰ ਰਾਜਪੂਤ ਕੋ ਮੈਸੇਜ ਪੇ ਕਰੇ ਅਮਰ ਭਾਈ ਟਾਕੀ ਮਾਰ ਲਓ ਰਾਤੀ ਨਾ ਸੈਣੀ ਸਾਹਿਬ ਦੀ ਬਰਾੜ ਤੇ ਕੋਈ ਗੱਲ ਹੋਣ ਲੱਗੀ ਤੇ ਮੈਨੂੰ ਕਹਿੰਦਾ ਟਾਕੀ ਮਾਰ ਲਓ ਮਾਈਕ ਨੂੰ ਕੰਮ ਹੋਣ ਪੈਣ ਲੱਗਾ ਨਹੀਂ ਨਜ਼ੀਰ ਬਲਾਲ ਸਾਹਿਬ नहीं मैं तो हैरान होना पिया कि इन्ना डर क्यों गए ने हालांकि बड़े आजाद हाल ने नहीं ਤੁਸੀਂ ਆਪਣੇ ਮਾਈਕ ਨੂੰ ਟਾਕੀ ਮਾਰ ਲਓ ਆਵਣਗੇ ਤਬਲੀਗ ਕਰਨ ਉਹਨਾਂ ਨੇ ਕਿਹਾ ਮੈਂ 1122 ਦੀ ਗੱਲ ਦੀ ਕੋਈ ਮੈਨੂੰ ਅਹਿਮੀਅਤ ਨਹੀਂ ਆਇਆ ਉਹਨਾਂ ਦਾ ਆਪਣਾ ਤਰੀਕਾ ਮੈਂ ਤੁਹਾਡਾ ਕੋਈ ਪਾਬੰਦ ਨਹੀਂ ਆ ਕਿ ਤੁਸੀਂ ਜੋ ਮੈਨੂੰ ਕਹਿਣਾ ਮੈਂ ਉਸ ਤਰ੍ਹਾਂ ਕਰਨਾ ਉਹ ਇਹਨਾਂ ਨੇ ਉਹਨੂੰ ਮਿਊਟ ਕੀਤਾ ਥੱਲੇ ਉਤਰ ਗਿਆ ਉਹਨੇ ਖਸਮਾਂ ਨੂੰ ਕਹੋ ਲੱਗੇ ਰਹੋ ਮਗਰੋਂ ਗਾਲਾਂ ਕੱਢਣੀਆਂ ਕਿੱਡੇ ਮੇਰੇ ਭਾਈ ਡਰ ਗਿਆ ਜੇ ਕਿਉਂਕਿ ਉਹਨਾਂ ਨੇ ਇਸ ਦਾ ਜਿਹੜਾ ਸਦਰ ਹੈ ਆਸਟ੍ਰੇਲੀਆ ਦਾ ਉਹਦਾ ਨੰਬਰ ਲੈ ਕੇ ਇਹਦੀ ਵੀਡੀਓ ਸੈਂਡ ਕੀਤੀ ਉਹ ਨਹੀਂ ਯਾਰ ਜੇ ਡਰਿਆ ਹੁੰਦਾ ਤਾਂ ਉਹਨਾਂ ਨੂੰ ਜਮਾਤ ਵਿੱਚ ਨਾ ਕੱਢ ਦੇ ਵੇਖਾਂ 1122 ਲੋਕਾਂ ਨੂੰ ਜਮਾਤਾਂ 'ਚ ਘਟਾਉਂਦਾ ਫਿਰਦਾ ਹੈ ਜਮਾਤ 'ਚ ਨਾ ਕੱਢ ਅਮਰ ਭਾਈ ਨਜ਼ੀਰ ਬਲਾਲ ਆਡੀਓ ਸੀ ਉਹ ਬੰਦੇ ਦੀ ਤੁਹਾਨੂੰ ਮਿਲੀ ਹੈ ਕਿ ਨਹੀਂ ਜਾਂ ਰਿਕਾਰਡਿੰਗ ਕਰਕੇ ਆਇਆ ਸੀ ਅਮਰ ਭਾਈ ਰਾਤੀ ਉਹ ਬੰਦਾ ਜਾਂ ਰਿਕਾਰਡਿੰਗ ਕਰਕੇ ਲੈ ਕੇ ਆਇਆ ਸੀ ਉਹ ਮੁਰੱਬੀ ਸਾਹਿਬ ਦੀ ਤੁਹਾਨੂੰ ਮਿਲੀ ਹੈ ਕਿ ਨਹੀਂ ਉਹ ਕਹਿੰਦੇ ਮੈਂ ਸੈਂਡ ਕੀਤੀ ਮੇਰੇ WhatsApp ਤੇ ਤਾਂ ਕੋਈ ਨਹੀਂ ਆਈ ਹੈ ਅਮਰ ਭਾਈ ਬੜੀ ਮਜ਼ੇ ਦੀ ਰਿਕਾਰਡਿੰਗ ਹੈ ਮੁਰੱਬੀ ਸਾਹਿਬ ਨਾ ਜੋ ਦਲਾਇਲ ਦੇ ਰਹੇ ਨੇ ਆਂਦਾ ਮੈਨੂੰ ਕੋਈ ਦਲੀਲ ਦੇ ਇਸ ਗੱਲ ਦੀ ਆਂਦਾ ਦਲੀਲ ਨਹੀਂ ਪੁੱਛੀ ਤੀ ਉਹ ਐਡੇ ਵੱਡੇ ਆਲਮ ਸਨ ਤੂੰ ਉਹਨਾਂ ਦਾ ਵੱਡਾ ਆਲਮ ਹੈ ਕਹਿ ਦੇ ਉਹਨਾਂ ਨੇ ਝੂਠ ਬੋਲਿਆ ਇਹਨਾਂ ਗੱਲਾਂ ਦੀ ਦਲੀਲ ਨਹੀਂ ਪੁੱਛੀ ਦੀ ਤੇ ਕੋਈ ਦਲੀਲ ਨਹੀਂ ਭੱਜ ਜਾ ਇੱਥੋਂ ਉਹ ਤੁਹਾਡੇ ਕੋਲ ਹੈ ਤੁਸੀਂ ਸੈਂਡ ਕਰ ਦਿਓ WhatsApp ਤੇ ਨਹੀਂ ਅਮਰ ਭਾਈ ਮੇਰੇ ਕੋਲ ਨਹੀਂ ਹੈਗੀ ਮੈਂ ਵੀ ਇੱਥੇ ਸੁਣੀ ਹੈ ਲੇਕਿਨ ਉਹ ਕਾਫੀ ਉਹਨੇ ਅੱਛੇ ਤਰੀਕੇ ਕੱਲ ਨਜਫ ਭਾਈ ਤੁਹਾਡੀ ਬਰਾੜ ਤੇ ਆਇਆ ਸੀ ਉਹ ਕੌਣ ਨਹੀਂ ਸ਼ਹਿਨਸ਼ਾਹ ਵਾਨ ਦੀ ਬਰਾੜ ਤੇ ਆਇਆ ਸੀ ਉਹਨਾਂ ਕੋਲ ਰਿਕਾਰਡਿੰਗ ਹੋਏਗੀ ਅਮਰ ਭਾਈ ਮਤਲਬ ਕੈਸਾ ਸਾਹਿਬ ਕੋ ਹੈਰ ਉਹਨਾਂ ਸੁਣਾਈ ਸੀ ਤਾਂ ਮਤਲਬ ਕੈਸਾ ਸਾਹਿਬ ਕੋ ਰਿਕਾਰਡਿਡ ਪਈ ਹੋਏਗੀ ਆਖਰੀ ਹਿੱਸਾ ਹੀ ਹੈ ਤੁਹਾਡੇ ਆਉਣ ਤੋਂ ਕੋਈ 2 ਮਿੰਟ ਪਹਿਲੇ ਹੀ ਉਹ ਸੁਣਾ ਰਿਹਾ ਸੀ ਤੇ ਉਸ ਬੰਦੇ ਨੇ ਅਮਰ ਭਾਈ ਬੜੇ ਅੱਛੇ ਤਰੀਕੇ ਦੇ ਨਾਲ ਉਹਦੇ ਕੋਲ ਸੁਣੀ ਹੈ ਸਾਰੀ ਗੱਲ ਟੂ ਦੀ ਪੁਆਇੰਟ ਉਹਨੇ ਕੁਐਸਚਨ ਕੀਤੇ ਨੇ ਉਹਨੂੰ ਕਿ ਹਾਂ ਵੀ ਤੂੰ ਗੱਲ ਕਰ ਲਈਏ ਮੈਨੂੰ ਦੱਸੋ ਕਿਹੜੀ ਹੈ ਜਿਹੜੀ ਨਾਜ਼ਲ ਹੋਇਆ ਹੈ ਇਲਹਾਮ ਉਹਦੇ ਵਿੱਚ ਫਾਰਸੀ ਦੇ ਵਿੱਚ ਮੁਰੱਬੀ ਸਾਹਿਬ ਨੇ ਪੜ੍ਹ ਕੇ ਵੀ ਸੁਣਾਇਆ ਕਹਿੰਦੇ ਨੇ ਹਵਾਲਾ ਤੈਨੂੰ ਮੈਂ WhatsApp ਕਰਨਾ ਆਂਦਾ ਨਹੀਂ 50 ਬੰਦੇ ਬੈਠੇ ਨੇ ਇਹਨਾਂ ਦੇ ਸਾਹਮਣੇ ਲਾ ਫਿਰ ਆਏ ਬਾਏ ਸ਼ਾਇਦ ਕੋਈ ਇਧਰੋਂ ਫੜ ਲਿਆ ਮਾਈਕ ਕੋਈ ਉਧਰੋਂ ਫਿਰ ਉਹਨੇ ਕਿਹਾ ਕਿ ਅੱਛਾ ਮੈਨੂੰ ਦਲੀਲ ਦੇ ਕੋਈ ਏਦੀ ਆਂਦਾ ਦਲੀਲ ਨਹੀਂ ਮੰਗੀ ਦੀ ਇਹੋ ਜਿਹੀਆਂ ਗੱਲਾਂ ਦੀ ਬਸ ਹੋ ਗਈਆਂ ਤੇ ਹੋ ਗਈਆਂ ਤੂੰ ਉਹ ਜਿਹੜੇ ਏਡੇ ਏਡੇ ਵੱਡੇ ਬਜ਼ੁਰਗ ਸਨ ਤੂੰ ਉਹਨਾਂ ਨਾਲ ਵੱਧ ਜਾਣਨਾ ਕਹਿ ਦੇ ਉਹ ਝੂਠ ਬੋਲਦੇ ਸੀ ਇਹ ਉਹ ਉਹ ਸਪੈਸ਼ਲ ਬੰਦਾ ਰਿਕਾਰਡ ਕਰਕੇ ਆਇਆ ਸ਼ਾਇਦ ਅੱਜ ਫੇਰ ਆਏਗਾ ਚਲੋ ਧਿਆਨ ਰੱਖਿਓ ਅਸੀਂ ਕੱਲ ਬਿਜ਼ੀ ਸੀ ਮੈਂ ਕਿਹਾ ਜਿਹੜੇ ਮਰਜ਼ਾਈ ਨੇ ਨਾ ਉਹ ਆਪਣੀਆਂ ਬਰਾਡਾਂ ਤੇ 7-7 8-8 ਬੰਦੇ ਬੈਠੇ ਹੀ ਤਾਂ ਹੁੰਦੇ ਨੇ ਕਿ ਜੇ ਕਿਸੇ ਮੁਸਲਮਾਨ ਦੀ ਗੱਲ 'ਚ ਝੂਠਾ ਪੈ ਜਾਓ ਤੇ ਦੂਜੇ ਜਿਹੜੇ ਨੇ ਰੋਲਾ ਪਾ ਦਿੰਦੇ ਨੇ ਵਿੱਚ ਉਹ ਵਿੱਚ ਮਤਲਬ ਸਾਡੀ ਬਰਾਡ ਤੇ ਵੀ ਹੁੰਦਾ ਨਾ ਅਮਰ ਭਾਈ ਸਾਡੀ ਬਰਾਡ ਤੇ ਵੀ ਇੰਜ ਹੁੰਦਾ ਇੱਕ ਗੱਲ ਦੇ ਹੁਣ 8-9 ਵਾਲ ਹੁੰਦੇ ਨੇ ਜਲੇਬੀ ਵਾਲੇ
ਜਿਹੜਾ ਬੰਦਾ ਬਿਆਨ ਕਰ ਰਿਹਾ ਹੋ ਸਕਦਾ 4-5 ਬਿਆਨ ਕਰਦੇ, ਜਿਹੜੇ 2-3 ਰਹਿ ਜਾਂਦੇ ਨੇ ਨਾ ਦੂਜੇ ਮਾਈਕ ਖੋਲ ਲੈਂਦੇ ਨੇ। ਓਏ ਇਹ ਵੀ ਦੱਸ, ਇਹ ਵੀ ਗੱਲ ਕਰ। ਅਸਲ ਗੱਲ ਹੈ ਸਾਡਿਆਂ ਦਾ ਫਰਕ ਹੈ ਵੇ ਕਿ ਸਾਡੇ ਵਾਲੇ ਨੂੰ ਫਸੇ ਨੂੰ ਮਦਦ ਨਹੀਂ ਕਰਨਾ ਆਉਂਦੇ, ਸਾਡੇ ਵਾਲੇ ਆਉਂਦੇ ਨੇ ਐਕਸਟਰਾ ਛੁਰੀ ਮਾਰਨ ਵਾਸਤੇ, ਆਉਂਦੇ ਨੇ ਇੱਥੇ ਮਾਰ ਸੂ ਇਹਦੀਆਂ ਆਂਦਰਾਂ ਬਾਹਰ ਕੱਢ, ਇਹਦੇ ਕਲੇਜੇ 'ਚ ਮਾਰ। ਸਾਡੇ ਵਾਲੇ ਜਿਹੜੇ ਨੇ ਨਾ ਉਹ ਸਮਝਦੇ ਨੇ ਕਿ ਖੁਰਾਕ ਘੱਟ ਪਿਆ ਦੇਣਾ ਜ਼ਿਆਦਾ ਦੇ। ਉਹਨਾਂ ਦੇ ਜਿਹੜੇ ਨੇ ਉਹ ਜਿਸ ਵੇਲੇ ਮਰਜ਼ਾਈ ਹੋਠਾਂ ਦੇ ਜੀਭ ਫੇਰਦਾ ਨਾ ਤੇ ਉਹ ਖਾਮੋਸ਼ੀ ਛਾ ਜਾਂਦੀ ਤੇ ਨਾਲ ਹੀ ਕੋਈ ਬੋਲ ਪੈਂਦਾ। ਇਹ ਸਵੇਰੇ ਵੀ ਹੋਇਆ, ਸੋਇਬ ਰਾਜਾ ਉੱਥੇ ਗਿਆ, ਮੈਂ ਵੀ ਮਗਰ ਲਗਾ ਗਿਆ। ਜਿਸ ਵੇਲੇ ਉਹ ਫਸ ਗਿਆ ਜ਼ਕਰੀਆ ਤੇ ਉਹ ਜਨਾਬ ਉਹ ਸੱਜੂ ਖੱਬੀ ਉਹ ਜਿਹੜਾ F16 ਉਹ ਚੱਲ ਗਿਆ, ਇੱਕ ਹੋਰ ਚੱਲ ਗਿਆ। ਮੈਂ ਕਿਹਾ ਲੈ ਬਈ ਉਹਨੂੰ ਰੌਲਾ ਪਾਉਂਦੇ ਰਹੇ ਵੀ ਇੱਕ ਬੰਦਾ ਗੱਲ ਪਿਆ ਕਰਦਾ ਉਹਨੂੰ ਕਰਨ ਦੋ। ਨਾ ਉਹਨਾਂ ਵੀ ਸ਼ੁਕਰ ਕੀਤਾ ਜਾਨਬੁੱਝ ਕੇ ਕੋਸ਼ਿਸ਼ ਕਰਦੇ ਨਾ ਜਦੋਂ ਕੋਈ ਫਸ ਜੇ ਨਾ ਕੋਈ ਹੋਰ ਆਲੇ ਦੁਆਲੇ ਮਾਈਕ ਫੜ ਲੈ ਜਾਨ ਛੁਡਾਏ। आमिर भाई यकीन करो सोहेब राजा ही बहुत मंजी ठोकता है मेरे से। कभी भी नहीं जज रखना, कभी भी नहीं रखना, सवाल नहीं पैदा जज ने कर देते ਤੁਹਾਨੂੰ ਕੀ ਇਤਰਾਜ਼ ਹੈ ਦੋਵਾਂ ਪਾਰਟੀਆਂ ਨੂੰ ਨਹੀਂ ਨਾ ਫਿਰ ਫਸੇ ਫਸਦਾ ਹੈ ਨਾ ਬੰਦਾ ਵੀ ਦੇਖ ਗਿਆ ਸੀ ਅਸੀਂ ਸਾਨੂੰ ਜੱਜ ਰੱਖਦੇ ਹੀ ਇਤਰਾਜ਼ ਕਦੀ ਵੀ ਨਹੀਂ ਜੱਜ ਰੱਖਣਾ, ਕਦੀ ਵੀ ਨਹੀਂ ਰੱਖਣਾ, ਸਵਾਲ ਨਹੀਂ ਪੈਦਾ ਚੱਲ ਅੱਗੇ ਜੱਜ ਨੇ ਕਰ ਦਿੱਤੇ ਤੁਹਾਨੂੰ ਕੀ ਇਤਰਾਜ਼ ਹੈ ਦੋਵਾਂ ਪਾਰਟੀਆਂ ਨੂੰ ਨਹੀਂ ਨਾ ਫਿਰ ਫਸੇ ਫਸਦਾ ਹੈ ਨਾ ਬੰਦਾ ਵੀ ਦੇਖ ਗਿਆ ਸੀ ਅਸੀਂ ਸਾਨੂੰ ਜੱਜ ਰੱਖਦੇ ਹੀ ਇਤਰਾਜ਼ ਕਦੀ ਵੀ ਨਹੀਂ ਜੱਜ ਰੱਖਣਾ, ਕਦੀ ਇਸ ਗੱਲ ਦਾ ਕੀ ਕਰਨਾ ਜੀ ਜਿਹੜਾ 6000 ਯੂਰੋ ਫਸੇ ਹੈ। ਹਾਂਜੀ ਉਹ ਤਾਂ ਕਦੇ ਜੱਜ ਰੱਖਣਾ ਹੀ ਨਹੀਂ ਹੈ, ਮੈਂ ਕਦੇ ਵੀ ਨਹੀਂ ਜੱਜ ਰੱਖਣਾ। ਮੈਂ ਤੁਹਾਡੀਆਂ ਵੀਡੀਓ ਕੱਢ ਕੇ ਮੈਂ ਵੇਖਦਾ ਸਾਂ। ਜੱਜ ਰੱਖਣ ਨਾਲੋਂ ਫਸ ਜਾਣਗੇ ਤੇ ਹਾਰ ਜਾਣਗੇ ਤੇ ਉਹ ਕਹਿੰਦਾ ਠੀਕ ਹੈ ਅਸੀਂ ਆਪ ਹੀ ਜੱਜ ਆ, ਆਪਣਾ ਸਿਰ ਅਸੀਂ ਆਪ ਹੀ ਮੁੰਨਣਾ। ਇਹ ਦੁਨੀਆ ਦੀ ਵਾਹਿਦ ਕੌਮ ਹੈ ਜਿਨ੍ਹਾਂ ਨੂੰ ਦੁਨੀਆ ਦਾ ਕੋਈ ਜੱਜ ਕਬੂਲ ਨਹੀਂ ਹੈ। ਉਹਨਾਂ ਆਖਿਆ ਵਿਹਲੇ ਵਕੀਲ ਘਰੇ ਹੀ ਮਜਮਾ ਲਾਈ ਰੱਖਦੇ ਜੀ, ਵਿਹਲੇ ਮਰਦੇ ਘਰੇ ਹੀ ਮਜਮਾ ਲਾਈ ਰੱਖਦੇ। ਆਮਰ ਭਾਈ ਬੜਾ ਮਵਾਦ ਪਿਆ ਹੈ ਤੁਹਾਡੀ ਵੀ ਆਈਡੀ ਤੇ। ਨਜ਼ੀਰੇ ਦੀ ਹੈ ਛੜੀ ਸਵੇਰੇ ਵੀਡੀਓ ਪਲੇ ਕਰੋ ਜਿਹੜੀ ਸਵੇਰੇ ਉਹ ਮੈਂ ਨਜ਼ੀਰੇ ਨੂੰ ਵੀਡੀਓ ਲੱਭਦਾ ਪਿਆ, ਦੁਆਵਾਂ ਦਿੰਦਾ ਸੀ। ਉਹ ਵੀਡੀਓ ਲੱਭਦੀ ਨਹੀਂ ਪਈ, ਉਹਦਾ ਟਾਈਮ ਨਹੀਂ ਪਿਆ ਸ਼ੋ ਹੁੰਦਾ ਕਿੱਧਰ ਗਈ ਹੈ। ਉਹ ਬਿਲਕੁਲ ਸ਼ੁਰੂ ਚ ਹੀ ਬਿਲਕੁਲ ਅੱਜ ਦੀ ਹੈ ਇੱਕ ਮਿੰਟ ਮੈਂ ਜਿਹੜਾ ਨਵੇਂ ਅਸਲ ਚ ਨਾ ਕੁਝ ਲੋਗੋਂ ਨੂੰ ਤਿਆਰ ਕਰਕੇ ਅਸੀਂ ਵੀ ਭੇਜਣਾ ਚਾਹੁੰਦੇ, ਕੁਝ ਲੋਕ ਹੀ ਸਾਨੂੰ ਮਿਲਦੇ ਨੇ। ਇਹ ਸਾਰੇ ਛੁਰੇ ਨੇ, ਇਹਨਾਂ ਨੂੰ ਤਾਂ ਦੂਰੋਂ ਵੇਖ ਕੇ ਚੀਕਾਂ ਮਾਰਨ ਸ਼ੁਰੂ ਕਰ ਦਿੰਦੇ ਨੇ ਮਿਰਜ਼ਾਈ। ਸਾਨੂੰ ਚਾਹੀਦੇ ਨੇ ਭੋਲੇ ਭਾਲੇ ਬੰਦੇ, ਨਵੇਂ ਬੰਦੇ ਜਿਹੜੇ ਜਾ ਕੇ ਉੱਥੇ ਸਵਾਲ ਜਿਸ ਤਰ੍ਹਾਂ ਸਮੀਰ ਨੂੰ ਅੱਗੇ ਟੋਰਿਆ ਸੀ ਆਜ਼ਮ ਸੈਫੀ ਦੀ ਬਰਾੜ, ਇਸ ਤਰ੍ਹਾਂ ਦੇ ਬੰਦੇ ਕੋਈ 2-3 ਲੱਭ ਜਾਣ ਨਾ ਜਿਹੜੇ ਸਿਰਫ ਸਵਾਲ ਲੈ ਕੇ ਜਾਣ, ਉੱਥੋਂ ਰਿਕਾਰਡ ਜਵਾਬ ਕਰਕੇ ਲੈਣ, ਬਸ ਉੱਥੇ ਆਪੂ ਮੁਨਾਜ਼ਰਾ ਨਾ ਕਰਨ। ਜਦੋਂ ਆਪ ਮੁਨਾਜ਼ਰਾ ਸ਼ੁਰੂ ਕਰ ਦਿੰਦੇ ਨੇ ਨਾ ਤੇ ਫਿਰ ਉਹ ਮਸਲੇ ਬਣ ਜਾਂਦੇ ਨੇ, ਫਿਰ ਉਹ ਬਲੈਕ ਲਿਸਟ ਹੋ ਜਾਂਦੀ। ਹਾਂ ਨਹੀਂ ਹੁਣ ਸਾਡਾ ਤੇ ਇੱਕ ਨਿਜ਼ਾਮ ਹੀ ਇੱਕ ਹੋਰ ਬਣ ਗਿਆ। ਇੱਕ ਮਿੰਟ ਯਾਰ ਉਹ ਕਿੱਥੇ ਗਈ ਹੈ ਵੀਡੀਓ, ਕਿਉਂ ਨਹੀਂ ਪਈ ਆਉਂਦੀ ਅਮਰ ਭਾਈ? ਇਹ ਅਮਰ ਭਾਈ ਬਲੈਕ ਮੈਜਿਕ ਦੇ ਨਾਂ ਤੋਂ ਇੱਕ ਆਈਡੀ ਉਹਨੂੰ ਉਧਰ ਐਕਸੈਪਟ ਕਰੋ। ਵੀਡੀਓ ਕਿਉਂ ਨਹੀਂ ਸ਼ੋ ਆਉਂਦੀ? ਓਕੇ ਕਰੋ, मुश्किल नहीं है। अच्छा है कि पेशन कोई अब्दुल गफार जम्बा बा मुकाबला गुलाम मिर्जा अहमद कादियानी दीवार से हो जा भाई क्यों नहीं खीर चंगी होनी है। सीरतुल महदी है तो 944 नंबर रवायत च लिखे है कि मिर्जा साहब ਨੂੰ ਆ ਕੇ ਦੱਸਿਆ ਗਿਆ ਕਿ ਈਸਾਈ ਮੂਸਾ ਦਾ ਜਿਹੜਾ ਮੁਸੰਨਫ ਇਲਾਹੀ ਬਖਸ਼ ਕੰਟੈਂਟ ਉਹਨੂੰ ਤਾਉਨ ਹੋ ਗਿਆ ਹੈ ਤੇ ਉਹ ਮਰਨ ਲੱਗਾ ਹੈ। ਅਸਾਂ ਤੇ ਜਾਜ਼ੀਆਂ ਦੀ ਚੱਕਿਆ ਸੀ ਕਿ ਸ਼ੇਖ ਬਟਾਲਵੀ ਨੇ ਤੇ ਇਲਾਹੀ ਬਖਸ਼ ਕੰਟੈਂਟ ਨੇ ਦੋਵਾਂ ਨੇ ਮਿਰਜ਼ਾਈ ਹੋ ਕੇ ਮਰਨਾ। ਉਹ ਤੇ ਮਰਨ ਲੱਗਾ ਤੇ ਜੇ ਉਹ ਮਿਰਜ਼ਾਈ ਨਾ ਹੋਇਆ ਤੁਹਾਡੀ ਪੇਸ਼ਗੋਈ ਝੂਠੀ ਨਿਕਲ ਆਵੇਗੀ।
ਤੇ ਮਿਰਜ਼ਾ ਸਾਹਿਬ ਨੇ ਆਖਿਆ ਇਹਨੂੰ ਮਰਨ ਦੋ, ਖੁਦਾ ਦੇ ਕਲਾਮ ਦੀ ਤਵੀਲ ਵੀ ਹੋ ਸਕਦੀ ਹੈ। ਤੇ ਜਿਹੜਾ ਮਿਰਜ਼ਾ ਸਾਹਿਬ ਤੇ ਕਲਾਮ ਖੁਦਾ ਦਾ ਨਾਜ਼ਲ ਹੁੰਦਾ ਹੈ ਜੇ ਉਹਦੀ ਤਵੀਲ ਹੋ ਸਕਦੀ ਹੈ ਤੇ ਜਿਹੜਾ ਅਬਦੁਲ ਗਫਾਰ ਜੰਬਾ ਸਾਹਿਬ ਤੇ ਨਾਜ਼ਲ ਹੁੰਦਾ ਹੈ ਇਹਨਾਂ ਦੇ ਕਲਾਮ ਦੀ ਤਵੀਲ ਨਹੀਂ ਹੋ ਸਕਦੀ। ਵੇਖੋ ਨਾ ਤਿਆਰੀ ਅਗਰ ਮਿਰਜ਼ਾ ਸਾਹਿਬ ਨੇ ਕੀਤੀ ਹੈ ਤੇ ਇਹਨਾਂ ਨੇ ਵੀ ਕੀਤੀ ਹੋਣੀ ਹੈ। 2028 ਤੱਕ ਦੇਖ ਲਓ ਤੇ ਉਹਦੇ ਬਾਅਦ ਜਬ ਅਬਦੁਲ ਗਫਾਰ ਜੰਬਾ ਸਾਹਿਬ ਫੋਟ ਹੋ ਗਏ ਪੇਸ਼ ਕੋਈ ਝੂਠੀ ਨਿਕਲੀ ਤੇ ਉਹਦੀ ਤਵੀਲ ਹੋ ਜਾਏਗੀ। ਖੁਦਾਈ ਕਲਾਮ ਦੀ ਤਵੀਲ ਜਿਹੜੀ ਹੈ ਉਹ ਕਰਨ ਦੀ ਇਜਾਜ਼ਤ ਮਿਰਜ਼ਾ ਸਾਹਿਬ ਦੱਸ ਗਏ ਨੇ, ਆਪ ਕਹਿ ਕੇ ਗਏ ਨੇ ਵੀ ਇੰਤਜ਼ਾਰ ਕਰੋ, ਜੇ ਗੱਲ ਝੂਠੀ ਨਿਕਲਦੀ ਨਜ਼ਰ ਆਈ ਉਹਦੀ ਤਵੀਲ ਕਰ ਲਿਆ ਜੀ। ਇਹ ਕਿਹੜੀ ਗੱਲ ਹੈ ਖੀਰ ਖਰਾਬ ਹੋਣਾ। अच्छा भाई कादियानी हजरात, वाह, ये भी टाइटल अच्छा है। क्या मैंने जानबूझकर अपनी किताबों में झूठ बोले? तो भाई आज का सवाल ये है कि क्या मिर्जा गुलाम किताबों में झूठ बोले हैं, आमदन झूठ बोले हैं या अपनी जहालत और लाइल्मी की वजह से झूठ बोले? इसका जवाब ये है कि बाज बातें तो उसने आमदन झूठ के लिए इख्तियार की, जानबूझकर झूठ बोले। उसकी वजह यह है कि उसकी ख्वाहिश थी कि मुझसे बढ़कर कोई नहीं होना चाहिए इस दुनिया में, सबसे ज्यादा मुझे बड़ा बनना है, सबसे बड़ा खलनायक मुझे बनना है। उसके लिए उन्होंने जानबूझकर झूठ बोले हैं। जैसा कि ये तरियाकुल कुलूब किताब है, रूहानी ग़ज़ाइन की 15वीं जिल्द है और सफ़ा नंबर 217 की आखिरी 3 लाइन में देखेंगे ना, अजीब बात यह है कि हज़रत मसीह ने तो सिर्फ महद में ही बातें की, मगर इस लड़के ने पेट में ही 2 मरतबा बातें की। और फिर बाद इसके 14 जून 1899 को वो पैदा हुआ। ये जो मिर्ज़ा साहब का आखिरी बेटा पैदा हुआ था मुबारक अहमद, उसके बारे में वो बता रहे हैं कि 14 जून 1899 को वो पैदा हुआ। तो मसीह अलैहिस्सलाम के बारे में तो कुरान में आता है ना कि उन्होंने माँ की गोद में बातें की। अब उससे बढ़कर मिर्ज़ा साहब ने अपना मौजज़ा, अपना निशान पेश करना है अपने मुरीदों को और आप लोगों को, मिर्ज़ाइयों को। आपने इसको डाइजेस्ट करना है। तो वो कहते हैं कि अजीब बात यह है कि हज़रत मसीह ने तो सिर्फ माँ की गोद में ही बातें की थी, मगर मेरे इस लड़के ने यानी मुबारक अहमद ने माँ के पेट में ही 2 मरतबा बातें की। फिर 14 जून 1899 को पैदा हुआ। ये तो हो गया आमदन जो झूठ बोला है, जानबूझकर बोला है, इसलिए कि दूसरों से सबसे बढ़कर अपने निशान को, अपने मौजज़े को बयान करने की ख्वाहिश है कि लोग ये कहें कि इस तरह का तो पहले पैदा ही कोई नहीं हुआ। सबसे बढ़कर, सबसे बड़ी इज्जत वाला, बड़ी अजमत वाला ये बंदा है, खुदा का करीबी। देखो बड़े बड़े मौजज़ात इसके। एक तो ये है आदत, दूसरे वो झूठ हैं जो मिर्ज़ा गुलाम अहमद कादियानी ने अपनी जहालत और लाइल्मी की वजह से बोले, कम मुतालिया की वजह से बोले। मिसाल के तौर पर ये रूहानी ग़ज़ाइन की 23वीं जिल्द है, चश्मे मार्फत आखिरी किताबों में से एक किताब है, बिल्कुल मरते हुए लिखी है, यानी मरने से कुछ टाइम पहले। इसका ये सफ़ा नंबर 299 अगर खोल के देखेंगे तो उसमें लिखा हुआ है कि तारीख दान लोग जानते हैं कि हज़रत सल्लल्लाहु अलैहि वसल्लम के घर में 11 लड़के पैदा हुए थे और सब के सब फौत हो गए थे। आपने हर एक लड़के की वफात के वक्त यही कहा कि मुझे इससे कुछ ताल्लुक नहीं, मैं खुदा का और खुदा की तरफ जाऊँ। अब नबी करीम सल्लल्लाहु अलैहि वसल्लम के 11 लड़के कहीं भी नहीं मिलेंगे आपको, तारीख की किसी किताब में नहीं मिलेंगे। लेकिन जहालत की बिना पर यह झूठ बोल दिया कि नबी करीम सल्लल्लाहु अलैहि वसल्लम के 11 लड़के हुए थे। लेकिन फिर मुसीबत तो इनको पड़ी रही बेचारों को, इनकी औलाद को और इनके आने वाले बाद में जो पैरोकार थे उनको, कि वो मिर्ज़ा साहब की इन झूठों का कैसे दिफा करें, इन झूठी बातों को कैसे जस्टिफाई करें। दावा नबूवत का है, किताबें सारी झूठ से भरी हुई हैं। ये 29 मई 1922 का अल-फज़ल अखबार है, मेरे सामने खुला हुआ। इसमें बड़ी कोशिश की है उन्होंने ये बताने की कि देखो मौलवी मोहम्मद अली मोंगेरी और उनके जो दीगर साथी ढूंढ लिए वीडियो। एक मिनट मलक, लोगों को
बताते हैं कि देखो मिर्जा गुलाम अहमद कादियानी इतना जाहिल आदमी था, इसको ये भी नहीं पता था कि नबी अलैहिस्सलाम के 11 बेटे नहीं थे, तो इसने इस तरह अपनी किताबों में झूठ बोला। तो ये कहते हैं कि भाई हमने तो बहुत समझाया है, बहुत लोगों को समझाने की कोशिश की है इनको, कि हर चंद इनको अच्छी तरह समझाया गया कि ये झूठ नहीं हो सकता। कहते हैं हर चंद इनको अच्छी तरह समझाया गया कि ये झूठ नहीं हो सकता और किसी तरह इस पर झूठ की तारीफ साधक नहीं आता। नीज कहने वाले की गरज हरगिज झूठ बयान करने की नहीं है, मगर अनाद और तासुब ने इन्हें समझने का कभी मौका ही नहीं दिया। इन दिनों हमारे तारीखी मुतालिया ने एक नए रंग से मोतरज को मुल्ज़म किया है। अब कहते हैं कि हमारा जो तारीखी मुतालिया है उससे हमने एक नया पंचर तैयार किया। कौन सा? वो पंचर ये तैयार किया है कि हजरत सल्लल्लाहु अलैहि वसल्लम की औलाद के बारे में सरकानी वगैरह में लिखा हुआ है कि 12 थी, जिसमें से 8 बेटे वो बताते हैं जिन्होंने हजूर के सामने वफात पाई है। तो 3 बेटों का मसला रह जाता है। तो उसके लिए वो कहते हैं कि हम जानते हैं नबी करीम सल्लल्लाहु अलैहि वसल्लम को अपने नवासों से बड़ी मोहब्बत थी, हजूर को नूर अलैहिस्सलाम को अपने नवासों से बड़ी मोहब्बत थी। आप इनको अपने अहले बैत में गिनते थे और अपना बेटा फरमाते थे। तो हजूर सल्लल्लाहु अलैहि वसल्लम के 3 नवासे उनकी जिंदगी में फौत हुए। तो चलो इस तरह करके 11 कर लो, 8 बेटे और 3 ये नवासे, इस तरह करके पूरा कर दो। लेकिन मिर्जा साहब को झूठा ना करो। मिर्जा साहब बेचारे झूठ बोलकर किताबों में चले गए। अब हम क्या करें? कैसे उनके इन झूठों को सच बना के लोगों के सामने पेश करें? ये मुसीबत बनी हुई होती है पीछे आने वाले लोगों के लिए। तो बहरहाल मिर्जा गुलाम अहमद कादियानी ने हर 2 तरह से अपनी किताबों में झूठ बोले हैं। कुछ वो हैं जो अपनी जहालत और लाइल्मी की बिना पर, जिस तरह पप्पा पर होके लिखा हुआ है, एड़ियां उठा के बड़ा जोर दे के लिखा हुआ है कि वो किताब जो असहुल किताब इबाद किताब अल्लाह है, सही बुखारी, उसमें हदीस आती है कि आवाज आएगी आसमान से, हाजा खलीफतुल्लाहुल महदी। जाकर देखो बुखारी में हदीस ही नहीं। तो जहालत की बिना पर कई बातें लिखी हुई। इससे मिलती जुलती कुछ एक और हदीस है, लेकिन उसमें भी ये अल्फाज नहीं है। वो इब्ने माजा में, लेकिन उसमें भी ये अल्फाज नहीं है। लेकिन लाइल्मी और जहालत की बिना पर एक तो इसको बुखारी में डाल दिया, दूसरा ये है कि अल्फाज भी बदल दिए। तो इस तरह की कोई हदीस नहीं है। तो कुछ झूठ लाइल्मी और जहालत की बिना पर बोले गए, कुछ अमदन बोले गए ताकि अपनी बर्तरी साबित की जाए। मिर्जा गुलाम अहमद कादियानी ने हर 2 तरह से अपनी किताबों में झूठ लिखे हुए हैं। अल्लाह ताला आपको समझ और अक्ल की और सोचने की तौफीक दे, और कादियानी हजरात इस बंदे को छोड़ दें। किताबें सारी झूठ से भरी हुई हैं, इसको छोड़ दें, किताब और सुन्नत की तरफ वापस आ जाए, इस्लाम की तरफ वापस आ जाए। ये झूठा है। अल्लाह के नबी ने भी फरमाया, मेरे बाद जो नबूवत का दावा करने वाले वो कज़्ज़ाब है, वो दज्जाल है, उनकी बात पर ईमान लाना चाहिए। नहीं तो ये अल्फाज खुद देख लो अपनी किताबों में जो लिखे हुए झूठ, इन झूठों को देख कर अभी यकीन कर लो कि ये झूठा और कज़्ज़ाब आदमी है। आमिर भाई ये ਜਿਹੜੀ ਚੀਜ਼ ਹੈ, आमिर भाई ये ਜਿਹੜੀ ਚੀਜ਼ वीडियो चलाना जो हमको ਇੱਕ ਸੈਕਿੰਡ ਇਹਨੂੰ ਮੈਂ ਤਫਸੀਲ ਦੇ ਨਾਲ ਅੱਜ ਸੁਣਿਆ। ਇਹ ਕੀ ਬਕਵਾਸ ਕੀਤੀ ਇਹਨੇ? ਆਮਰ ਭਾਈ ਦੀ ਤਫਸੀਲ ਹੈ ਕਿਹੜੀ? ਇਹ ਜਿਹੜੀ 11 ਬੇਟਿਆਂ ਦਾ ਜਿਹੜਾ ਬੁਖਤਾਨ ਲਾਇਆ ਇਸ ਵਜ਼ਾਰਤ ਨੇ, ਅਸਲ ਦੇ ਵਿੱਚ ਉਹ ਤੇ ਗੱਪ ਮਾਰ ਗਿਆ ਨਾ। ਤੁਸੀਂ ਅੰਦਾਜ਼ਾ ਲਾਓ ਕਿ ਉਹਨਾਂ ਦਿਨਾਂ ਦੇ ਵਿੱਚ ਕਿੰਨੀ ਜਹਾਲਤ ਸੀ ਹਿੰਦੁਸਤਾਨ ਦੇ ਵਿੱਚ, ਸਵਾਏ ਉਲਮਾ ਦੇ ਕਿਸੇ ਨੂੰ ਵੀ ਨਹੀਂ ਸੀ ਪਤਾ। ਮੌਲਾਨਾ ਸਨਾਉਲਾ ਅੰਮ੍ਰਿਤਸਰੀ ਨੇ ਉਦੋਂ ਹੀ ਗ੍ਰਿਫਤ ਕੀਤੀ ਹੈ, ਉਲਮਾ ਨੇ ਉਦੋਂ ਹੀ ਗ੍ਰਿਫਤ ਕੀਤੀ ਹੈ, ਲੇਕਿਨ ਆਮ ਬੰਦੇ ਜਿਹੜੇ ਨੇ ਉਹਨਾਂ ਦੇ ਸਾਹਮਣੇ ਬਹਿ ਕੇ ਛੋੜ ਦਿੰਦਾ ਸੀ। ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ 11 ਬੇਟੇ ਨੇ, ਤੇ ਲੋਕੀ ਜਿਹੜੇ ਨੇ ਉਹ ਇੰਨਾ ਨੌਲੇਜ ਨਹੀਂ ਸੀ ਰੱਖਦੇ। ਬਹਰਹਾਲ ਉਹ ਮੁਸੀਬਤ ਬਣੀ। ਬਾਅਦ ਵਿੱਚ ਵੀ ਲੋਕੀ ਜਿਹੜੇ ਨੇ ਉਹ ਪੁੱਛਦੇ ਸਨ ਕਿ ਮਿਰਜ਼ਾ ਕਾਦੀਆਨੀ ਨੇ ਜਿਹੜੇ 11 ਲੜਕੇ ਲਿਖੇ ਨੇ ਨਬੀ ਪਾਕ ਦੇ, ਕਦੋਂ 11 ਲੜਕੇ ਸੀ? ਇਹਨਾਂ ਜਵਾਬ ਨਹੀਂ ਸੀ ਆਉਂਦਾ। ਤੇ ਉਹ ਪਿਆ ਬਸ਼ੀਰੁੱਦੀਨ ਮਹਿਮੂਦ ਅਹਿਮਦ ਇੱਕ ਦਿਨ ਪੰਜਰ ਪੈ ਲਾਉਂਦਾ ਸੀ ਤੇ ਉਹ ਕਹਿੰਦਾ ਸੀ ਕਿ ਜ਼ਰਕਾਨੀ ਨੇ 8 ਲੜਕੇ ਲਿਖੇ ਨੇ ਤੇ ਉਹ 3 ਜਿਹੜੇ ਨੇ ਉਹ ਨਵਾਸੇ ਕਰ ਲਓ, ਚਲੋ ਜੀ, ਤੇ 11 ਲੜਕੇ ਪੂਰੇ ਕਰ ਲਓ। ਮੈਂ ਤਾਜਾ ਵਾਲਦਾ ਜਦੋਂ ਇੱਕ ਬੰਦਾ ਝੂਠ ਮਾਰ ਕੇ ਟੁੱਟ ਗਿਆ ਉਹਨੂੰ ਝੂਠਾ ਕਹੋ, ਕਿੰਨਾ ਕੁ ਉਹਦੇ ਉੱਤੇ ਪੰਚਰ ਰੱਖੋ ਦੇ।
ਐਸ ਪੰਚਰ ਦਾ ਕਿੰਨੀ ਕੁ ਟਿਊਬ ਚੱਲ ਜੇ, ਕਿੰਨੇ ਕੁ ਮੀਟਰ ਤੱਕ ਦਾ ਫਾਸਲਾ ਕਰ ਜੇਗੀ, ਫਿਰ ਉੱਥੇ ਜਾ ਖਲੋ ਜੇ। ਆਮਿਰ ਭਾਈ ਮੇਰੇ ਇੱਕ ਸਵਾਲ ਇੱਥੇ ਕਿ ਹਰ ਗੱਲ ਦੇ ਵਿੱਚ ਤਵੀਲ ਹੈ, ਹਰ ਗੱਲ ਵਿੱਚ ਕੋਈ ਮਲਕਾ ਇੱਕ ਮਿੰਟ ਇਸ ਟੌਪਿਕ ਤੁਹਾਡੀ ਨਾ ਪਲੀਜ਼ 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 ਇਸ ਟੌਪਿਕ ਤੋਂ ਨਾ ਤੁਹਾਡੀ ਨਾ ਪਲੀਜ਼ ਕਰਨ ਮੈਂ ਬਿਜ਼ੀ ਹੋਣ ਲੱਗਾ, ਕਰ ਲੈਣ ਮਲਕ ਨਾਲ ਜਿਹੜੀ ਵੀ ਕਰਨੀ ਕਰ ਲੈ। ਆਮਿਰ ਭਾਈ ਹਰ ਗੱਲ ਦੇ ਵਿੱਚ ਤਵੀਲ ਹੈ, ਹਰ ਗੱਲ ਵਿੱਚ। ਹਾਂਜੀ ਤੇ ਕਿਆ ਇਹ ਇਹਨਾਂ ਨੂੰ ਨਹੀਂ ਪਤਾ ਲੱਗਦਾ ਮਿਰਜ਼ਈਆਂ ਨੂੰ ਕਿ ਹਰ ਗੱਲ ਦੇ ਵਿੱਚ ਤਵੀਲ, ਹਰ ਗੱਲ ਵਿੱਚ ਤਵੀਲ, ਕੋਈ ਐਸੀ ਗੱਲ ਨਹੀਂ ਜਿਹੜੀ ਮੁਕੰਮਲ ਹੈ। ਇਹ ਫਿਰ ਵੀ ਉਸ ਬੰਦੇ ਦੇ ਉੱਤੇ ਈਮਾਨ ਲੈ ਆ ਕੇ ਬੈਠੇ ਨੇ ਤੇ ਉਸ ਨੂੰ ਫਿਰ ਜਿਹੜਾ ਕੋਈ ਨਬੀ ਮੰਨ ਰਹੇ ਨੇ, ਕਿਉਂ? ਅਸਲ ਇਹ ਗੱਲ ਹੈ ਕਿ ਪਾਕਿਸਤਾਨ ਦੇ ਵਿੱਚ ਸਾਡੀਆਂ ਅੱਖਾਂ ਦੇ ਸਾਹਮਣੇ ਦੀਨ ਇਸਲਾਮ ਦੇ ਅੰਦਰ ਤੇ ਇੰਨੀ ਕੁ ਫਲੈਕਸੀਬਿਲਿਟੀ ਹੁੰਦੀ ਹੈ ਕਿ ਅਗਰ ਕੋਈ ਬੰਦਾ ਬਰੇਲਵੀ ਹੋਵੇ ਤੇ ਉਹਨੂੰ ਲੱਗੇ ਬਈ ਇਹਦੇ ਵਿੱਚ ਕੋਈ ਇਹ ਗਲਤੀ ਹੈ ਤੇ ਉਹ ਕਹਿੰਦਾ ਵੀ ਨਹੀਂ ਮੈਂ ਅੱਲਾ ਹਜ਼ਰਤ ਨੂੰ ਅੱਜ ਤੋਂ ਬਾਅਦ ਨਹੀਂ ਮੰਨਣਾ, ਮੈਂ ਦਿਓਬੰਦੀ ਹੋ ਜਾਣਾ, ਜਾਂ ਦਿਓਬੰਦੀ ਹੈ ਤੇ ਉਹ ਕਹਿੰਦਾ ਨਹੀਂ ਮੈਂ ਯਾਰ ਇਮਾਮ ਅਬੂ ਹਨੀਫਾ ਦੀ ਤਕਲੀਦ ਨਹੀਂ ਕਰਨੀ, ਮੈਂ ਅੱਜ ਤੋਂ ਬਾਅਦ, ਉਹ ਵੀ ਤਾਂ ਮੁਸਲਮਾਨ ਹੀ ਨੇ ਤੇ ਮੈਂ ਅੱਜ ਤੋਂ ਬਾਅਦ ਉਹਨਾਂ ਹਾਰ ਦਾ ਮੁਸਲਮਾਨ ਹੋ ਜਾ। ਉੱਥੇ ਫਲੈਕਸੀਬਿਲਿਟੀ ਜਿਹੜਾ ਹੈ ਨਾ ਮਿਰਜ਼ਾ ਕਾਦੀਆਨੀ ਦਾ ਦਾਵਾ, ਉਹ ਇਸਲਾਮ ਤੋਂ ਬਿਲਕੁਲ ਬਾਹਰ ਇੱਕ ਅਲੱਗ ਮਜ਼ਹਬ ਹੈ। ਉਹ ਕੋਈ ਇਸ ਤਰ੍ਹਾਂ ਦੀ ਫਲੈਕਸੀਬਿਲਿਟੀ ਤੇ ਨਹੀਂ ਨਾ ਹੈ ਕਿ ਬੰਦਾ ਬੁਰਾਈ ਨੂੰ ਵੇਖ ਕੇ ਜਾਂ ਗਲਤੀ ਜਿਹੜੀ ਦਿਲ ਨੂੰ ਨਜ਼ਰ ਆਵੇ ਕਿ ਇਹ ਗਲਤੀ ਹੈ, ਉਹਨੂੰ ਬੰਦਾ ਛੱਡ ਕੇ ਤੇ ਸਿੱਧੇ ਰਾਹ ਤੇ ਆ ਜਾਏ। ਉੱਥੋਂ ਆਉਣਾ ਤੇ आग का दरिया है और डूब के जाना है, ਉੱਥੋਂ ਨਿਕਲਣਾ ਆਸਾਨ ਨਹੀਂ ਹੈ। ਬਾਈਕਾਟ ਮਾਸ਼ਰਤੀ ਵੀ ਹੋ ਜਾਂਦਾ ਹੈ, ਬੀਵੀਆਂ ਬੱਚੇ ਲੈਦਾ ਹਰ ਸ਼ੈ, ਉਹਨਾਂ ਨੂੰ ਨਾ ਆਈਸੋਲੇਟ ਖੁਦ ਵੀ ਕਰਦਾ। ਕੋਈ ਅਸੀਂ ਆਂਦੇ ਨੇ ਕੋਈ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੋਈ ਸਾਨੂੰ ਮਰਨ ਦਾ ਸ਼ੌਕ ਵੀ ਸੀ, ਕੁਝ ਉਂਝ ਵੀ ਜਿੰਦ ਮਰੇਰਡੀ ਸੀ, ਕੁਝ ਗਲ ਵਿੱਚ ਗਵਾਂ ਦਾ ਤੋਕ ਵੀ ਸੀ। ਗੱਲ ਇਹ ਹੈ ਕਿ ਕੁਝ ਪਾਕਿਸਤਾਨ ਵਾਲਿਆਂ ਨੇ ਜਾਂ ਇਸਲਾਮੀ ਮੁਆਸ਼ਰੇ ਨੇ ਇਹਨਾਂ ਨੂੰ ਆਈਸੋਲੇਟ ਕੀਤਾ, ਧੱਕਾ ਦਿੱਤਾ ਤੇ ਆਖਿਆ ਦਫਾ ਹੋ ਜਾ, ਨਿਕਲ ਜਾ ਤੁਸੀਂ ਮੁਸਲਮਾਨਾਂ ਚ। ਕੋਈ ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਦੇ ਖਲੀਫਿਆਂ ਨੇ ਤੇ ਜਿਹੜੇ ਸਰਬਰਾਹ ਨੇ ਉਹਨਾਂ ਨੂੰ ਵੀ ਪਰਾਂ ਹੀ ਖਿੱਚਿਆ, ਪੂਰਾ ਨਹੀਂ ਧੱਕਾ ਦਿੱਤਾ, ਉਹਨਾਂ ਨੇ ਪਰਾਂ ਹੀ ਖਿੱਚਿਆ ਕਿ ਪਿਛਾਂ ਹਟ ਜੋ, ਮੁਸਲਮਾਨਾਂ ਦੇ ਵਿੱਚ ਨਹੀਂ ਵੜਨਾ, ਰਿਸ਼ਤਾ ਨਹੀਂ ਕਰਨਾ, ਇਹਨਾਂ ਦੀ ਇਬਾਦਤਗਾਹ ਦੇ ਮਗਰ ਜਾ ਕੇ ਨਮਾਜ਼ ਨਹੀਂ ਪੜ੍ਹਨੀ, ਇਹ ਮੁਨਕਰ ਨੇ, ਇਹ ਕਾਫਰ ਨੇ। ਮਤਲਬ ਉਹ ਇੰਨੇ ਕ ਆਈਸੋਲੇਟ ਹੋ ਗਿਆ ਉਹ ਜਿਹੜਾ ਗਰੁੱਪ ਹੈ ਨਾ ਮਿਰਜ਼ਾਈਆਂ ਦਾ, ਕਿ ਹੁਣ ਉਹ ਬਜ਼ਾਹਿਰ ਤੇ ਇੱਥੇ ਬਹਿ ਕੇ ਤੇ ਯਬ ਕਰਦੇ ਨੇ ਤੇ ਕਹਿੰਦੇ ਨੇ ਅਸੀਂ ਵੀ ਮੁਸਲਮਾਨਾਂ ਦਾ ਇੱਕ ਫਿਰਕਾ ਹੀ ਹਾਂ ਤੇ ਮੁਸਲਮਾਨਾਂ ਦੇ 72-73 ਫਿਰਕੇ ਨੇ, ਤੇ ਅਸੀਂ ਉਹਨਾਂ ਚੋਂ ਇੱਕ ਫਿਰਕਾ ਵਾ, ਪਰ ਪਤਾ ਉਹਨਾਂ ਨੂੰ ਵੀ ਹੈ ਇਹ ਫਿਰਕਾ ਨਹੀਂ ਹੈ। ਜੇ ਫਿਰਕਾ ਹੋਵੇ ਤੇ ਫਿਰਕਿਆਂ ਵਾਲੇ ਤੇ ਸਵੇਰੇ ਦਿਓਬੰਦੀ ਹੁੰਦੇ ਨੇ, ਸ਼ਾਮੀ ਬਰੇਲਵੀ ਹੁੰਦੇ ਨੇ, ਸ਼ਾਮਾਂ ਨੂੰ ਅਗਲੀ ਸੁਬਾਹ ਨੂੰ ਸ਼ੀਆ ਹੋਏ ਹੁੰਦੇ ਨੇ, ਕਹਿੰਦੇ ਚਲੋ ਤਾਂ ਕੀ ਹੋ ਗਿਆ, ਮੁਸਲਮਾਨ ਹੀ ਹੈ ਨਾ। ਲੇਕਿਨ ਇਹਨਾਂ ਨੇ ਤੇ ਅੰਤ ਪਾ ਦਿੱਤੀ ਹੈ। ਇਹ ਤੇ ਨਬੂਵਤ ਦਾ ਦਾਅਵਾ ਹੈ, ਇੱਥੋਂ ਤੋਂ ਰਾਮਣ ਨਹੀਂ ਹੁੰਦਾ, ਜਾਂ ਉਹਨੂੰ ਕਜ਼ਾਬ ਕਹਿਣਾ ਤੇ ਜਾਂ ਉਹਨੂੰ ਸੱਚਾ ਮੰਨਣਾ। ਤੁਸੀਂ ਵੇਖਦੇ ਨਹੀਂ ਜਿੰਨਿਆਂ ਬੰਦਿਆਂ ਨੇ ਇਸਲਾਮ ਕਬੂਲ ਕੀਤਾ ਮਿਰਜ਼ਾਈਅਤ ਛੱਡ ਕੇ, ਕਿੱਡਾ ਉਹ ਖੁੱਲੇ ਚਾਕੂ ਨੂੰ ਆਂਦੇ ਨੇ ਬੁਰਾ ਭਲਾ। ਇਸ ਗੱਲੇ ਉਹ ਹੈ ਹੀ ਅੱਧੇ ਫਾਸਲ ਹੈ, ਉੱਥੇ ਜਾ ਕੇ ਫੈਸਲਾ ਕਰਨਾ ਹੈ, ਜਾਂ ਇਸਲਾਮ ਚ ਆਉਣਾ ਹੈ ਤੇ ਜਾਂ ਉਹਨੂੰ ले इस्लाम ले सम प्यार करना होता है। अच्छा आमिर भाई, आप सल्लल्लाहु अलैहि वसल्लम ਦੇ ਯਾਨੀ ਕਿ ਇੱਕ ਹੀ ਬੇਟੇ ਹੈ ਤੇ ਜਨਾਬ ਕਾਸਮ, ਔਰ ਉਹਨਾਂ ਦੇ ਨਾਮ ਤੋਂ ਆਪ ਸੱਲੱਲਾਹੁ ਅਲੈहि ਵਸੱਲਮ ਦੀ ਕੁਨੀਅਤ ਮਸ਼ਹੂਰ ਹੋਈ ਸੀ ਅਬੁਲ ਕਾਸਮ। ਉਹ ਤਾਂ ਪਹਿਲੇ ਬੇਟੇ ਸਨ। ਅਬੁਲ ਕਾਸਮ ਨਬੀ ਪਾਕ ਨੂੰ ਤਾਂ ਕਹਿੰਦੇ ਸਨ ਕਿ ਉਹ ਪਹਿਲੇ ਬੇਟੇ ਸਨ। ਇਬਰਾਹੀਮ ਤੇ ਮਾਰੀਆ ਕਿਬਤੀਆ ਚ ਹੋਏ ਨੇ, ਉਹਨਾਂ ਤੋਂ ਇਲਾਵਾ ਵੀ ਬੱਚੇ ਹੋਏ ਨੇ। ਅਬੁਲ ਕਾਸਮ ਉਹਨਾਂ ਤਾਂ ਕਹਿੰਦੇ ਸਨ ਕਿ ਉਹ ਪਹਿਲੇ ਬੇਟੇ ਨਬੀ ਪਾਕ ਦੇ ਹੋਏ ਸਨ ਤੇ ਉਹਨਾਂ ਦੀ ਵਜ੍ਹਾ ਤੋਂ ਅਹਿਲੇ ਮੱਕਾ ਉਹਨਾਂ ਨੂੰ ਅਬੁਲ ਕਾਸਮ ਕਹਿੰਦੇ ਸੀ। ਇਹ ਤੇ ਨਹੀਂ ਕਿ ਉਹਨਾਂ ਦੇ ਇੱਕ ਹੀ ਬੱਚਾ ਹੋਇਆ ਸੀ, ਬੱਚੇ ਉਹਨਾਂ ਦੇ ਕੋਈ 6 ਦੱਸਦੇ ਨੇ, ਕੋਈ ਇਸ ਤਰ੍ਹਾਂ ਤਾਦਾਦ ਦੱਸਦੇ ਨੇ ਨਬੀ ਪਾਕ ਦੇ ਬੱਚਿਆਂ ਦੀ ਤਾਦਾਦ। ਲੇਕਿਨ ਉਹਨਾਂ ਦੇ ਵਿੱਚ ਨਾਵਾਂ 'ਚ ਥੋੜਾ ਜਿਹਾ ਨਾ ਕਨਫਿਊਜ਼ਨ ਹੁੰਦਾ ਹੈ। ਜਿਹੜਾ ਕਈ ਨਾਂ ਐਸੇ ਨੇ ਨਾ, ਉਹਨਾਂ ਹੀ ਬੱਚਿਆਂ ਦੇ ਉਹ ਕਹਿੰਦੇ ਨੇ ਨਹੀਂ ਇਹ ਬੱਚੇ ਉਹੀ ਸਨ, ਉਹਨਾਂ ਦੇ ਇਹ ਦੂਸਰੇ ਨਾਂ ਸਨ। ਇਸ ਤਰ੍ਹਾਂ ਕਰਕੇ ਕਨਫਿਊਜ਼ਨ ਫੈਲ ਗਿਆ ਕਿ ਐਗਜ਼ੈਕਟ ਆਪਦੇ ਕਿੰਨੇ ਬੱਚੇ ਸਨ। ਤਰੀਖ ਦੀਆਂ ਕਿਤਾਬਾਂ ਦੇ ਵਿੱਚ ਉਹ ਨਾਵਾਂ ਦੇ ਵਿੱਚ ਜਨਾਬ ਮਾਰੀਆ ਕਿਬਤੀ ਕਿਬਤੀਆ ਚੋਂ ਕਿੰਨੇ ਬੇਟੇ ਜਨਾਬ ਇਬਰਾਹੀਮ ਤੇ ਕੋਈ ਸਿਰਫ ਇਬਰਾਹੀਮ ਬੱਚਿਆਂ ਦਾ ਆਖਿਆ। ਇਹ ਤੇਰੇ ਸਿੱਧਾ ਸਾਰਾ ਝੂਠ ਹੀ ਬੋਲ ਰਿਹਾ, ਭੌਂਕਿਆ ਹੀ ਕੀ ਬੰਦਾ।
यार वाली तो गल ही नहीं ना बनती, जितों मर्जी टुर के यारा दे पूरे करने ही औखे हो जाते ने, बिल्कुल गप छड्डियो। फिर भाई एक छोटी जी वीडियो, ये मिर्जे दे उत्ते एक अफ्रीकन लड़का है ते ओ जेड़ा ना सुन लियो। मैं हुण बिजी होने लगा, तुसी लाओ वीडियो ते मैं उतरन लगा, मैं गपशप लो। मैं भी हूँ बराड़ खत्म करना। हाँ जी मैं वेखी है। अच्छा पोस्टर पढ़ लगे, पोस्टर आया था। मैं ऐसे लफ्ज बरसा दूं कि लर्ज उठेगा तेरा लहजा, तू अपनी तलखी को भी बुला बैठेगा, कभी आजमा कर तो देख। मीमा बरहीने आमरी किने लिखा? बड़े प्यारे साडे भाई ने, हैदर भाई ने ईयू वाले, उन्होंने लिख के भेजा ज़मीमा बरहीने आमरी। ठीक सही। चलो थोड़ी देर में होंदी मुलाकात में ना, इंशाल्लाह जी। ठीक है आमिर भाई, ओके जी। आमिर भाई फिर वो चला देवा तुसा इस वाली जेड़ी है वीडियो। चलो हम टुर गए ने। यूसी भाई इजाजत है? यूसी भाई, अबू बकर मीर भाई, ओके जी। ओके बाबर मेहर साहब, मेहर।